शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:14 ਹੋਏ ਨੇ। 18 ਮਈ ਦਾ ਦਿਨ ਹੈ, ਵਰ੍ਹਾ 2022 ਦਾ, ਬੁੱਧਵਾਰ ਹੈ, 5 ਜੇਠ ਨਾਨਕ ਸੰਮਤ 554। ਨਿੱਘਾ ਹਾਰਦਿਕ ਸਵਾਗਤ ਹੈ। ਅਹਲਨ व सहलन। ਜੇਠ ਤਾਂ ਇੱਕ ਨਹੀਂ ਮਾਨ ਹੁੰਦਾ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝਦੇ ਮਸਲਿਆਂ ਤੇ ਗੱਲਬਾਤ ਹੋਏਗੀ। ਚੱਲਾਂਗੇ ਪੰਜਾਬ ਨੂੰ, ਦੇਸ਼ ਪੰਜਾਬ ਦੇ ਝਰੋਖੇ ਚੋਂ ਨਮਕੀਨ ਸਿੰਘ ਪੱਤੀ ਸਿਹਤ ਦੇ ਬਾਰੇ ਬੈਦ ਰੂਬਲ ਜੀ ਗਗਰੇਟ ਤੋਂ ਗੱਲਬਾਤ ਕਰਨਗੇ ਪਹਾੜੀਆਂ ਦੇ ਵਿੱਚੋਂ। ਤੇ ਉਸ ਤੋਂ ਬਾਅਦ ਕਹਾਣੀ ਅੱਜ ਤੁਹਾਡੇ ਸਨਮੁਖ ਬਲਵੰਤ ਗਾਰਗੀ ਜੀ ਦੀ। ਤੇ ਕਹਾਣੀ ਤੋਂ ਬਾਅਦ ਸਮਾਂ ਮਿਲਿਆ ਤਾਂ ਫਿਰ ਇਹਦੇ ਤੇ ਗੱਲਬਾਤ ਵੀ ਹੋਏਗੀ। 604 204 0600 604204 0600 ਆਨ ਨੰਬਰ ਹੈ ਤੇ 604 729 1224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ, ਜਿੱਥੇ ਸੁਨੇਹਾ ਤੁਸੀਂ ਭੇਜ ਸਕਦੇ ਹੋ। ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਜੋ ਅਲਸੜੇ ਦੀ ਖੇਤੀਆਂ ਨੂੰ ਚੁੰਮ ਕੇ ਉੱਡਦੀ ਹੀ ਜਾ ਰਹੀ ਹੋਵੇ ਹਵਾ, ਜੋ ਨੀਂਦ ਵਿੱਚ ਕੋਈ ਦਿਲ ਜਵਾਂ ਤੇ ਬਾਂਕੜਾ ਹੈ ਸੁਪਨਿਆਂ ਦੀ ਹੱਦ ਤੀਕਰ ਪਹੁੰਚਿਆ, ਜਾਂ ਜਿਉਂ ਗੁਆਰੀ ਵਿੱਚ ਉੱਗਿਆ ਤਾਂਦਲਾ ਹਰ ਲੰਘਦੇ ਟੱਪਦੇ ਨੂੰ ਹੋਵੇ ਚਾਹ ਰਿਹਾ, ਅੱਸੂ ਦੇ ਮੱਕੜ ਤੰਦੜੇ ਦੀਆਂ ਬਣਤਰਾਂ ਨੂੰ ਆਪਣੇ ਪੱਤਿਆਂ ਤੇ ਹੋਵੇ ਪਾ ਰਿਹਾ, ਜਿਉਂ ਸਾਵਿਆਂ ਘਾਹਾਂ ਦੀ ਕੂਲੀ ਸੇਜ ਤੇ ਕੋਈ ਸਾਗਬਾਨੀ ਬੂਰ ਚਿੱਟਾ ਵਿਛ ਰਿਹਾ, ਜਾਂ ਅੱਕ ਦੇ ਪੱਤਿਆਂ ਦੀ ਅਜ਼ਲੀ ਚੁੱਪ ਚੁੱਪੀ ਨੂੰ ਭੰਨ ਕੇ ਦੁੱਧਾਂ ਦਾ ਟੇਪਾ ਰਿਸ ਗਿਆ, ਅੱਕ ਦਾ ਦੁੱਧ, ਜਾਂ ਪਾਰ ਦੇਸੋਂ ਰੁੱਖੀਆਂ ਪਹਾੜੀਆਂ ਤੇ ਨਿੱਕੀ ਨਿੱਕੀ ਧੁੱਪੜੀ ਦਾ ਉੱਡਣਾ, ਰੁੱਖਾਂ ਦੀਆਂ ਖੋੜਾਂ ਦੇ ਅੰਦਰ ਆਥਣੇ, ਜਾਂ ਚੁੰਝੀਆਂ ਨਾਲ ਖੇਡਣਾ, ਜਾਂ ਨੀਲੀਆਂ ਚੁੱਪਾਂ ਦੀ ਭਰਕੇ ਅੰਜਲੀ ਹੋਵੇ ਕਿਸ ਨੇ ਮੇਦ ਨੂੰ ਤਰਥੱਲਿਆ, ਜਾਂ ਅੱਖਰਾਂ ਨੂੰ ਹਲਦੀਆਂ ਵਿੱਚ ਗੁੰਨ ਕੇ ਜਾਂਦਾ ਹੈ ਸਾਹੇ ਚਿੱਠੀਆਂ ਨੂੰ ਘੱਲਿਆ। ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਨੁਕਰੇ ਹੁਸਨ ਦੇ ਜਿਉਂ ਬਲੌਰੀ ਤਖਤ ਤੇ ਨਾਗਣ ਹਵਾ ਦਾ ਇੱਕ ਸਵਈਆ ਬਹਿ ਗਿਆ, ਜਾਂ ਰੰਗਲੀ ਖੂਹੀ ਦੇ ਪਾਣੀ ਮਿੱਠੜੇ ਕੋਈ ਨੱਡੀਆਂ ਦਾ ਝੁੰਡ ਭਰ ਕੇ ਲੈ ਗਿਆ, ਜਾਂ ਕੁੱਜਿਆਂ ਵਿੱਚ ਕੌਡੀਆਂ ਦੇ ਨਾਚ ਦੀ ਟਿੱਬਿਆਂ ਤੋਂ ਉੱਤੋਂ ਆ ਰਹੀ ਹੋਵੇ ਸਦਾ, ਜਾਂ ਗੂੰਗਿਆਂ ਖੇਤਾਂ ਦਾ ਬੰਜਰ ਟੁਕੜਾ ਬਣ ਰਿਹਾ ਹੋਵੇ ਗੁਲਾਬੀ ਵਾਸ਼ਨਾ। ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਕੋਈ ਬੈਦ ਝਗਲੇ ਉਗਲੇ ਜਿਹੇ ਵੇਸ ਦਾ ਅਰੋਗਤਾ ਦਾ ਏਲਚੀ ਅਖਬਾਰ ਰਿਹਾ, ਜਿਉਂ ਹਰੜੀਆਂ ਦੀ ਛਿੱਲ ਤਾਈਂ ਕਾੜ ਕੇ ਮਖਿਆਲ ਦੇ ਛੰਨੇ ਵਿੱਚ ਉਲਟਾ ਰਿਹਾ, ਜਾਂ ਕਾਲਿਆਂ ਤੂਤਾਂ ਦਾ ਸ਼ਰਬਤ ਢੂੰਡ ਕੇ ਹੈ ਰੱਬ ਦੇ ਮਾਨੁੱਖ ਨੂੰ ਪਿਲਾ ਰਿਹਾ, ਰੋਹੀ ਦੀ ਵਾਹ ਨੂੰ ਫੱਕਦਾ ਮਸਤਾਨੜਾ ਅੱਖਾਂ ਤੋਂ ਡਾਢੀ ਦੂਰ ਕਿਧਰੇ ਜਾ ਰਿਹਾ। ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ, ਤੇਰੀ ਬਾਤ ਵਿੱਚ ਹਰ ਇੱਕ ਐਸਾ ਨਸ਼ਾ। ਰਾਣੀ ਤੱਤ 'ਚ ਹਰਮਨਜੀਤ ਲਿਖਦਾ। ਸਰ ਨਮਕੀਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਮੇਰੇ ਵੱਲੋਂ ਵੀ ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਅੱਛਾ, ਜੱਟ ਮੁੜਿਆ ਹੈ ਜੀ ਫਿਰ ਮੋਹਾਲੀਓਂ, ਚੰਡੀਗੜ੍ਹ ਗਏ ਸੀ? ਜੀ ਗਿੱਲ ਸਾਹਿਬ, ਪੰਜਾਬ ਦੇ ਕਿਸਾਨ ਦਿੱਲੀ ਵਾਂਗੂ ਟਰਾਲੀਆਂ ਭਰ ਕੇ ਆਪਦਾ ਸਮਾਨ ਲੱਦ ਕੇ ਕੂਲਰ ਪੱਖੇ ਲੈ ਕੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਚੰਡੀਗੜ੍ਹ ਲਈ ਚਾਲੇ ਪਾਤੇ ਸੀ। ਰਸਤੇ 'ਚ ਪੁਲਿਸ ਨੇ ਪਹਿਲਾ ਬੈਰੀਗੇਟ ਲਾਇਆ, ਉਹ ਪੱਟ ਕੇ ਲੰਘ ਗਏ। ਉਸ ਤੋਂ ਬਾਅਦ ਪੁਲਿਸ ਨੇ ਦੂਜਾ ਬੈਰੀਗੇਟ ਲਾਇਆ, ਉੱਥੇ ਰੁਕ ਗਏ ਸੀ ਇੱਕ ਦਿਨ ਦੇ ਲਈ। ਉੱਥੇ ਦੇ ਫੁਹਾਰਿਆਂ ਤੇ ਨਹਾਤੇ ਕਿਸਾਨ ਗਿੱਲ ਸਾਹਿਬ, ਔਰ ਕਿਸਾਨਾਂ ਨੇ ਦਿੱਲੀ ਦੇ ਵਾਂਗ ਮੋਰਚਾ ਗਾ ਜਿਹੜਾ ਉੱਥੇ ਸ਼ੁਰੂ ਕਰ ਦਿੱਤਾ ਸੀ। 30 ਘੰਟੇ ਮੋਰਚਾ ਚੱਲਿਆ, ਰਾਤ ਉੱਥੇ ਹੀ ਕੱਟੀ। ਤੇ ਅੱਜ 3 ਘੰਟੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇੱਕ ਲੰਬੀ ਮੀਟਿੰਗ ਚੱਲੀ, ਜਿਹਦੇ 'ਚ ਪੰਜਾਬ ਦੇ ਹੋਰ ਵੀ ਕੈਬਨਿਟ ਮੰਤਰੀ ਹਾਜ਼ਰ ਸੀ। ਕੱਲ੍ਹ ਤਾਂ ਭਗਵੰਤ ਮਾਨ ਜਦੋਂ ਕੇਜਰੀਵਾਲ ਕੋਲੋਂ ਆਏ ਸੀ, ਉਦੋਂ ਸ਼ਾਮ ਨੂੰ ਬਹੁਤ ਉਹਨਾਂ ਦੀ ਸ਼ਬਦਾਵਲੀ ਆ ਜਿਹੜੀ ਇਸ ਰੂਪ ਦੀ ਸੀ ਵੀ ਇਹ ਧਰਨੇ ਲਾਉਂਦੇ ਨੇ, ਮੁਰਦਾਬਾਦ ਕਰਦੇ ਨੇ। ਪਰ ਅੱਜ ਸਵੇਰੇ ਹੀ ਭਗਵੰਤ ਮਾਨ ਹੋਰਾਂ ਦੀ ਸ਼ਬਦਾਵਲੀ ਠੀਕ ਨਜ਼ਰ ਆਈ, ਔਰ ਉਹਨਾਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੇ ਵਿੱਚ ਗਿੱਲ ਸਾਹਿਬ ਕਈ ਗੱਲਾਂ ਦੇ ਉੱਤੇ ਸਹਿਮਤੀ ਬਣ ਗਈ। ਜਿਵੇਂ ਕਿਸਾਨਾਂ ਦੀ ਇੱਕ ਇਹ ਗੱਲ ਮੰਨ ਲਈ ਕਿ ਝੋਨੇ ਦੀ ਜਿਹੜੀ ਲਵਾਈ ਦਾ ਸਮਾਂ ਗਾ ਉਹ ਹੁਣ 14 ਜੂਨ ਤੇ 17 ਜੂਨ 2 ਡੇਟਾਂ ਕਰਤੀਆਂ, 2 ਥਾਵਾਂ ਦੇ ਉੱਤੇ ਵੰਡਿਆ ਜਾਊ। ਇਸ ਤੋਂ ਇਲਾਵਾ ਜਿਹੜੇ ਸੇਮ ਵਾਲੇ ਇਲਾਕੇ ਨੇ, ਦਰਿਆਵਾਂ ਦੇ ਕੰਢੇ ਨੇ, ਉੱਥੇ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਜਾਊਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇਹ ਵੀ ਕਹਿਤਾ ਕਿ ਕੋਈ ਵੀ ਜਿਹੜਾ ਅਫਸਰ ਆ ਉਹ ਕਰਜ਼ਾ ਕੁਰਕੀ ਦੇ ਵਾਰੰਟ ਲੈ ਕੇ ਕਿਸਾਨ ਦੇ ਨਹੀਂ ਆਊਗਾ। ਇਸ ਤੋਂ ਇਲਾਵਾ ਇਸ ਗੱਲ ਦੇ ਉੱਤੇ ਵੀ ਸਹਿਮਤੀ ਬਣ ਗਈ ਕਿ ਜਿਨ੍ਹਾਂ ਨੇ ਪੰਚਾਇਤੀ ਜ਼ਮੀਨਾਂ ਦੱਬੀਆਂ ਨੇ ਉਹਨਾਂ ਤੋਂ ਤਾਂ ਛਡਵਾ ਲਓ,
ਪਰ ਕੁਝ ਆਬਾਦਕਾਰਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਨੇ, ਕਿਸੇ ਨੇ ਕਿੱਲਾ, ਕਿਸੇ ਨੇ ਅੱਧਾ ਕਿੱਲਾ, ਕੋਈ ਗਰੀਬ ਮਜ਼ਦੂਰਾਂ ਨੇ ਆਬਾਦ ਕੀਤੀਆਂ ਨੇ, ਕਿਸੇ ਦੇ ਲਾਲ ਲਕੀਰ ਵਾਲੇ 'ਚ ਘਰ ਨੇ, ਉਹ ਨਾ ਛਡਾਏ ਜਾਣ, ਉਹਨੂੰ ਕਹਿੰਦੇ ਵੱਖਰੇ ਤੌਰ ਤੇ ਵਿਚਾਰਿਆ ਜਾਊ। ਇਹਦੇ ਤੇ ਵੀ ਸਹਿਮਤੀ ਬਣ ਗਈ। ਇਸ ਤੋਂ ਇਲਾਵਾ ਇਸ ਗੱਲ ਦੇ ਉੱਤੇ ਵੀ ਸਹਿਮਤੀ ਬਣੀ ਹੈ ਕਿ ਮੱਕੀ ਮੂੰਗੀ ਦੇ ਉੱਤੇ ਜਿਹੜਾ ਗਾ ਉਹ MSP ਸਰਕਾਰ ਦੇਊ। ਇਸ ਤੋਂ ਇਲਾਵਾ 23 ਤਰੀਕ ਨੂੰ ਅਗਲੀ ਮੀਟਿੰਗ ਤੈਅ ਹੋ ਗਈ। 2 ਮੰਗਾਂ ਗਿੱਲ ਸਾਹਿਬ ਜਿਹੜੀਆਂ ਨੇ ਉਹ ਪੈਂਡਿੰਗ ਰਹਿ ਗਈਆਂ। ਉਹਦੇ ਤੇ ਕੱਲ ਨੂੰ ਭਗਵੰਤ ਮਾਨ ਦੀ ਤੇ ਅਮਿਤ ਸ਼ਾਹ ਦੀ ਮੀਟਿੰਗ ਹੋਣੀ ਹੈ। ਕਿਸਾਨਾਂ ਨਾਲ ਉਹਦੇ ਤੇ ਸਹਿਮਤੀ ਬਣ ਗਈ ਹੈ। ਇੱਕ ਤਾਂ ਕਣਕ ਦਾ ਬੋਨਸ, ਕਿ ਕਣਕ ਦਾ ਝਾੜ ਘੱਟ ਨਿਕਲਿਆ, ਦਾਣਾ ਪਿਛਕ ਗਿਆ, ਔਰ ਕਿਸਾਨਾਂ ਨੂੰ ਇਹਦੇ ਤੇ ਬੋਨਸ ਦਿੱਤਾ ਜਾਵੇ। ਉੱਤੇ ਕਿਸਾਨ 500 ਰੁਪਇਆ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਕਰ ਰਹੇ ਨੇ। ਉਹਦੇ ਤੇ ਕੱਲ ਨੂੰ ਅਮਿਤ ਸ਼ਾਹ ਤੇ ਭਗਵੰਤ ਮਾਨ ਦੀ ਮੀਟਿੰਗ ਹੋਣੀ ਹੈ। ਭਗਵੰਤ ਮਾਨ ਹੁਣ ਇਹ ਮਸਲਾ ਕੇਂਦਰ ਸਰਕਾਰ ਕੋਲੇ ਠਾ ਰਹੇ ਨੇ ਕਿ ਅਸੀਂ ਨਹੀਂ ਦੇ ਸਕਦੇ, ਕੇਂਦਰ ਸਰਕਾਰ ਵਿੱਚ ਸਹਿਯੋਗ ਕਰੇ। ਦੂਸਰਾ ਮਸਲਾ ਹੈਗਾ ਬਾਸਮਤੀ ਦਾ। ਕਿਸਾਨ ਕਹਿ ਰਹੇ ਨੇ ਕਿ ਝੋਨਾ ਦੇ ਨਾਲ ਪਾਣੀ ਥੱਲੇ ਜਾ ਰਿਹਾ ਹੈਗਾ, ਇਹਦੇ 'ਚ ਬਾਸਮਤੀ ਹੈ ਜਿਹੜੀ ਉਹ ਬਹੁਤ ਥੋੜੇ ਸਮੇਂ 'ਚ 3 ਮਹੀਨਿਆਂ 'ਚ ਪੱਕ ਜਾਂਦੀ ਹੈ, ਬਹੁਤ ਘੱਟ ਪਾਣੀ ਲੱਗਦਾ। ਬਾਸਮਤੀ ਤੇ MSP ਦੇ ਦਿਓ, ਉਹਨੂੰ ਫਿਰ ਅਸੀਂ ਬੀਜਾਂਗੇ ਵੀ ਜਾ ਕੇ, ਉਹ ਤਾਂ ਗਾਹਾਂ ਜਾ ਕੇ ਸਾਉਣ ਮਹੀਨੇ ਦੇ ਵਿੱਚ ਬੀਜੀ ਜਾਂਦੀ ਹੈ। ਤਾਂ ਉਸ ਮਸਲੇ ਦੇ ਉੱਤੇ ਭਗਵੰਤ ਮਾਨ ਨੇ ਕਿਹਾ ਗਾ ਕਿ ਮਸਲਾ ਮੈਂ ਇਕੱਲਾ ਨਹੀਂ ਹੈਂਡਲ ਕਰ ਸਕਦਾ, ਸੈਂਟਰ ਦੀ ਇਹਦੇ ਦੇ ਵਿੱਚ ਜਿਹੜੀ ਆ ਉਹ ਭਾਗੀਦਾਰੀ ਜ਼ਰੂਰੀ ਆ। ਸੋ ਇਹ ਦੋਨੇ ਮਸਲੇ ਕੱਲ ਨੂੰ ਭਗਵੰਤ ਮਾਨ ਅਮਿਤ ਸ਼ਾਹ ਜੀ ਕੋਲ ਉਠਾਉਣਗੇ, ਔਰ ਉਹਦੇ ਤੇ ਆਉਣ ਵਾਲੇ 2 ਦਿਨਾਂ ਦੇ ਵਿੱਚ ਸਰਕਾਰ ਨੇ ਕਿਹਾ ਗਾ ਕਿ ਅਸੀਂ ਫੈਸਲਾ ਗਾ ਜਿਹੜਾ ਦੇਵਾਂਗੇ। ਜਿਉਂ ਹੀ ਪੰਜਾਬ ਦੇ ਪੰਚਾਇਤ ਮੰਤਰੀ ਨੇ ਜਾ ਕੇ ਕਿਸਾਨਾਂ ਦੇ ਇਕੱਠ ਦੇ ਵਿੱਚ, ਕਿਸਾਨਾਂ ਦੇ ਧਰਨੇ ਦੇ ਵਿੱਚ ਇਹ ਫੈਸਲੇ ਪੰਜਾਬ ਸਰਕਾਰ ਦੇ ਨਾਲ ਹੋਈ ਮੀਟਿੰਗ ਦੇ ਸੁਣਾਏ, ਉਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਕਿ ਕਿਸਾਨਾਂ ਦੀਆਂ ਕੁਝ ਮੰਗਾਂ ਸਰਕਾਰ ਨੇ ਮੰਨ ਲਈਆਂ, ਬਾਕੀਆਂ ਤੇ ਸਹਿਮਤੀ ਬਣ ਗਈ, ਇਸ ਕਰਕੇ ਧਰਨਾ ਮੁਲਤਵੀ ਕੀਤਾ ਜਾਂਦਾ ਹੈ ਜੀ। ਅੱਛਾ ਜੀ, ਸੇਵਾ ਮੁਕਤ ਜਿਹੜੇ ਪਟਵਾਰੀ ਤੇ ਕਾਨੂੰਗੋ ਜਿਹੜੇ ਨੇ ਉਹਨਾਂ ਨੂੰ ਹੁਣ ਰੱਖਣਾ ਸਰਕਾਰ ਨੇ? ਜੀ ਗਿੱਲ ਸਾਹਿਬ, ਇਹ ਫੈਸਲੇ ਦੀ ਕਾਫੀ ਜ਼ਿਆਦਾ ਨਖੇਤੀ ਹੈ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ ਹੈ। ਦਰਅਸਲ ਹੋਇਆ ਇਹ ਕਿ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਿਸਾਨਾਂ ਨਾਲ ਮੀਟਿੰਗ ਤੋਂ ਐਨ ਪਹਿਲਾਂ ਹੀ ਮੀਟਿੰਗ ਸੀ, ਉਹ 'ਚ 2-3 ਫੈਸਲੇ ਪੰਜਾਬ ਕੈਬਨਿਟ ਨੇ ਲਏ ਜੀ। ਔਰ ਮੰਤਰੀ ਮੰਡਲ ਨੇ ਜਿਹੜੇ ਫੈਸਲੇ ਲਏ, ਇੱਕ ਤਾਂ 1500 ਰੁਪਇਆ ਪ੍ਰਤੀ ਏਕੜ ਸਿੱਧੀ ਬਿਜਾਈ ਵਾਲਾ ਜਿਹੜਾ ਉਹ ਦੇਣ ਨੂੰ ਪ੍ਰਵਾਨਗੀ ਅੱਜ ਮੰਤਰੀ ਮੰਡਲ ਨੇ ਦਿੱਤੀ ਆ, ਪਹਿਲਾਂ ਐਲਾਨ ਹੀ ਸੀ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਸ਼ਹੀਦ ਹੋਣਗੇ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਇਆ ਦੇਣ ਨੂੰ ਅੱਜ ਪ੍ਰਵਾਨਗੀ ਦਿੱਤੀ ਆ, ਪਿਛਲੇ ਦਿਨਾਂ 'ਚ ਭਗਵੰਤ ਮਾਨ ਨੇ ਐਲਾਨ ਕੀਤਾ। ਤੀਜਾ ਗਾ ਜਿਹੜਾ ਉਹ ਇਹ ਫੈਸਲਾ ਕੀਤਾ ਪੰਜਾਬ ਮੰਤਰੀ ਮੰਡਲ ਨੇ ਕਿ 1760 ਦੇ ਲਗਭਗ ਜਿਹੜੇ ਰਿਟਾਇਰ ਹੋਏ ਵੇ ਕਾਨੂੰਗੋ ਨੇ, ਪਟਵਾਰੀ ਨੇ, ਉਹਨਾਂ ਨੂੰ 25,000 ਰੁਪਇਆ ਮਹੀਨੇ ਦੇ ਉੱਤੇ ਨਿਯੁਕਤ ਕਰ ਲਓ। ਹੁਣ ਇਹ ਫੈਸਲਾ ਜਿਹੜਾ ਗਿੱਲ ਸਾਹਿਬ ਇਹ ਪਿਛਲੇ ਸਾਲ ਐਨ 1 ਸਾਲ ਪਹਿਲਾਂ ਕੈਪਟਨ ਅਮਰਿੰਦਰ ਦੀ ਸਰਕਾਰ ਲੈਣ ਜਾ ਰਹੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤਿਆਰੀ ਕਰ ਲਈ ਸੀ 1 ਸਾਲ ਪਹਿਲਾਂ ਅਗਸਤ-ਸਤੰਬਰ ਮਹੀਨੇ ਦੇ ਵਿੱਚ 2021 ਦੇ ਵਿੱਚ ਕਿ ਜਿਹੜੇ ਪਟਵਾਰੀ ਰਿਟਾਇਰ ਹੋ ਗਏ, ਕਾਨੂੰਗੋ ਰਿਟਾਇਰ ਹੋ ਗਏ, ਉਹਨਾਂ ਨੂੰ 25,000 ਮਹੀਨੇ ਤੇ ਭਰਤੀ ਕਰ ਲਓ। ਉਸ ਵਕਤ ਆਮ ਆਦਮੀ ਪਾਰਟੀ ਵਿਰੋਧ ਕਰ ਰਹੀ ਸੀ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਥਾਂ ਤੁਸੀਂ ਪਹਿਲਾਂ ਹੀ ਜਿਹੜੇ ਪੈਨਸ਼ਨਾਂ ਲੈ ਰਹੇ ਨੇ, 58 ਸਾਲ ਦੀ ਉਮਰ ਤੇ ਰਿਟਾਇਰ ਹੋਏ ਨੇ, ਉਹਨਾਂ ਨੂੰ ਭਰਤੀ ਕਰ ਰਹੇ ਹੋ। ਔਰ ਇਹਦੇ ਤੇ ਆਮ ਆਦਮੀ ਪਾਰਟੀ ਨੇ ਤਿੱਖਾ ਪ੍ਰਤੀਕਰਮ ਦਿੱਤਾ ਸੀਗਾ। ਉਹ ਵੀਡੀਓ ਪਈਆਂ ਨੇ, ਪੰਜਾਬ ਦੇ ਕੈਬਨਿਟ ਮੰਤਰੀ ਨੇ ਮੀਤ ਹੈ, ਉਹਨੇ ਖੁੱਲ੍ਹ ਕੇ ਮਤਲਬ ਸਟੇਟਮੈਂਟਾਂ ਦਿੱਤੀਆਂ ਸੀ ਕਿ ਸਰਕਾਰ ਇਹ ਗਲਤ ਕਰ ਰਹੀ ਆ। ਪਰ ਅੱਜ ਉਹੀ ਆਮ ਆਦਮੀ ਪਾਰਟੀ ਨੇ ਇਹ ਫੈਸਲਾ ਕੀਤਾ ਗਾ ਕਿ 1700 ਦੇ ਲਗਭਗ ਜਿਹੜੇ ਰਿਟਾਇਰ ਹੋ ਚੁੱਕੇ ਪਟਵਾਰੀ ਨੇ, ਕਾਨੂੰਗੋ ਨੇ, ਉਹਨਾਂ ਨੂੰ ਭਰਤੀ ਕਰ ਲਓ। ਇਹਦੇ 'ਚ ਹੁਣ ਤਰਕ ਜਿਹੜਾ ਗਿੱਲ ਸਾਹਿਬ ਸਰਕਾਰ ਦੇ ਰਹੀ ਆ ਉਹ ਇਹ ਦੇ ਰਹੀ ਆ ਵੀ ਅਸਾਮੀਆਂ ਬਾਹਲੀਆਂ ਖਾਲੀ ਪਈਆਂ ਨੇ ਪੰਜਾਬ ਦੇ ਵਿੱਚ ਪਟਵਾਰੀਆਂ ਦੀਆਂ, 3000 ਤੋਂ ਉੱਤੇ ਅਸਾਮੀ ਖਾਲੀ ਪਈ ਆ। ਔਰ ਪਿਛਲੇ ਦਿਨਾਂ 'ਚ ਪਟਵਾਰੀ ਹੜਤਾਲ ਤੇ ਵੀ ਗਏ ਸੀ। ਪਟਵਾਰੀ ਕਹਿੰਦੇ ਵੀ ਅਸੀਂ ਕੀ ਕਰੀਏ, ਸਾਡੇ ਤੇ ਕੰਮ ਦਾ ਬੋਝ ਬਹੁਤ ਆ। ਇੱਕ ਪਟਵਾਰ ਸਰਕਲ ਦੇ ਵਿੱਚ ਪਟਵਾਰੀ ਹੋਣਾ ਚਾਹੀਦਾ, ਪਰ ਇੱਕ ਪਟਵਾਰੀ ਹੈ ਜਿਹੜਾ 4-4, 5-5 ਪਟਵਾਰੀਆਂ ਦਾ ਕੰਮ ਕਰ ਰਿਹਾ ਹੈ। ਉਹਦੇ ਕੋਲ 5-5 ਪਟਵਾਰ ਸਰਕਲ ਨੇ, ਇੱਕ ਕਾਨੂੰਗੋ 4-4 ਕਾਨੂੰਗੋਆਂ ਦਾ ਕੰਮ ਕਰ ਰਿਹਾ ਹੈ। ਉਹਨਾਂ ਦੇ ਕਰਕੇ ਹੁਣ ਜੇ ਨਵੀਂ ਭਰਤੀ ਕਰਦੇ ਨੇ ਸਰਕਾਰ, ਜੇ ਅੱਜ ਵੀ ਨਵੀਂ ਭਰਤੀ ਕਰਦੀ ਹੈ ਤਾਂ ਇਹਦੇ ਤੇ 1.5 ਸਾਲ ਦੀ ਟ੍ਰੇਨਿੰਗ ਹੁੰਦੀ ਹੈ। ਪਟਵਾਰ ਸਕੂਲ ਜਲੰਧਰ ਹੈ, ਉੱਥੇ 1.5 ਸਾਲ ਦੀ ਪਟਵਾਰੀ ਦੀ ਟ੍ਰੇਨਿੰਗ ਹੁੰਦੀ ਹੈ। ਔਰ ਉਹ ਕਹਿੰਦੇ ਫਿਰ 1.5 ਸਾਲ ਦੀ ਟ੍ਰੇਨਿੰਗ, ਉਦੋਂ ਬਾਅਦ 6 ਮਹੀਨੇ ਜਿਹੜੇ ਪੁਰਾਣੇ ਪਟਵਾਰੀ ਨੇ ਉਹਦੇ ਨਾਲ ਪਟਵਾਰੀ ਨੂੰ ਲਾਉਣੇ ਪੈਂਦੇ ਨੇ, ਨਵੇਂ ਨਿਯੁਕਤ ਹੋਏ ਨੂੰ। ਉਹ ਫਿਰ ਸਰਟੀਫਿਕੇਟ ਦਿੰਦਾ ਵੀ ਹਾਂ ਇਹ ਕਾਬਲ ਹੈ, ਫਿਰ ਜਾ ਕੇ ਪਟਵਾਰੀ ਲੱਗਦਾ। ਤਾਂ ਇਹਦੇ 'ਚ ਹੁਣ ਗੱਲਾਂ ਦਲੀਲਾਂ ਦੇਖੋ ਗਿੱਲ ਸਾਹਿਬ ਦੋਨੇ ਤਰ੍ਹਾਂ ਦੀਆਂ ਨੇ। ਸਰਕਾਰ ਇਹ ਦਲੀਲ ਦੇ ਰਹੀ ਆ, ਪਰ ਦੂਜੇ ਪਾਸੇ ਬਣਦਾ ਇਹ ਹੈ ਨਾ ਵੀ ਸਰਕਾਰ ਨੇ ਅਜੇ ਤੱਕ ਅਸਾਮੀਆਂ ਵੀ ਅਨਾਊਂਸ ਨਹੀਂ ਕੀਤੀਆਂ। ਜਾਂ ਤਾਂ ਇਹ ਆ ਸਰਕਾਰ 2000-3000 ਪਟਵਾਰੀਆਂ ਦੀ ਅਸਾਮੀ ਕੱਢੇ, ਨਵੇਂ ਮੁੰਡਿਆਂ ਦਾ ਟੈਸਟ ਲਵੇ, ਭਰਤੀ ਸ਼ੁਰੂ ਕਰੇ,
ਉਸ ਤੋਂ ਬਾਅਦ ਤਾਂ ਮੰਨਿਆ ਜਾ ਸਕਦਾ ਕਿ ਭਾਈ ਇਹ ਜਿੰਨਾ ਚਿਰ ਟ੍ਰੇਨਿੰਗ ਕਰਨਗੇ ਉਹਨਾਂ ਚਿਰ ਪੁਰਾਣਿਆਂ ਨੂੰ ਰੱਖ ਲੈਂਦੇ ਆ। ਪਰ ਹੁਣ ਇੱਕ ਪਾਸੇ ਤਾਂ ਪੰਜਾਬ ਦੀ ਜਵਾਨੀ ਆ ਜਿਹੜੀ ਉਹ ਬੇਰੁਜ਼ਗਾਰੀ ਦੀ ਭੱਠੀ 'ਚ ਪਿਸ ਰਹੀ ਆ। ਪਿਛਲੇ ਸਾਲ ਪਟਵਾਰੀ ਦੀਆਂ ਸਾਮੀਆਂ ਕੱਢੀਆਂ ਸੀ, 3.5 ਲੱਖ ਪੰਜਾਬੀਆਂ ਨੇ, ਨੌਜਵਾਨਾਂ ਨੇ ਜਿਹੜਾ ਅਪਲਾਈ ਕੀਤਾ ਸੀ। ਸੋ ਇੱਕ ਪਾਸੇ ਤਾਂ ਬੇਰੁਜ਼ਗਾਰੀ 'ਚ ਪਿਸਦੇ ਹੋਏ ਲੱਖਾਂ ਨੌਜਵਾਨ ਨੇ ਜਿਹੜੇ ਗ੍ਰੈਜੂਏਟ ਨੇ, ਜਿਹੜੇ ਪਟਵਾਰੀ ਦੀ ਯੋਗਤਾ ਪੂਰੀ ਕਰਦੇ ਨੇ, ਗ੍ਰੈਜੂਏਸ਼ਨ ਦੇ ਨਾਲ ਕੰਪਿਊਟਰ ਕੋਰਸ ਵੀ ਇਹਨਾਂ ਕੋਲੇ, ਉਹ ਨੌਕਰੀ ਦੀ ਕਤਾਰ ਦੇ ਵਿੱਚ ਨੇ। ਉਹਨਾਂ ਚੋਂ ਕਈ ਵਿਦੇਸ਼ ਜਾ ਰਹੇ ਨੇ, ਕੋਈ ਪਨਾਮਾ ਦੇ ਜੰਗਲਾਂ ਕਣੀ ਦੀ ਜਾ ਰਿਹਾ, ਕੋਈ ਉਹਨਾਂ ਦੇ ਵਿੱਚੋਂ ਖੁਦਕੁਸ਼ੀਆਂ ਵਾਲੇ ਰਾਹ ਪੈ ਰਿਹਾ ਗਾ, ਡਿਮੋਰਲਾਈਜ਼ ਹੋਇਆ, ਕੋਈ ਉਹਨਾਂ ਦੇ ਵਿੱਚੋਂ ਜਿਹੜਾ ਉਹ ਡਿਪਰੈਸ਼ਨ 'ਚ ਨਸ਼ਿਆਂ ਵਾਲੇ ਪਾਸੇ ਨੂੰ ਜਾ ਰਿਹਾ। ਇੱਕ ਪਾਸੇ ਤਾਂ ਇਹ ਹਾਲਤ ਆ, ਦੂਜੇ ਪਾਸੇ ਜਿਹੜੇ ਆਲਰੇਡੀ ਸੇਵਾ ਮੁਕਤ ਹੋ ਚੁੱਕੇ ਨੇ, 40-40, 50-50 ਹਜ਼ਾਰ ਪੈਨਸ਼ਨ ਮਿਲ ਰਹੀ ਆ, ਉਹਨਾਂ ਨੂੰ ਸਰਕਾਰ ਦੁਬਾਰੇ ਨਵਾਜ ਰਹੀ ਹੈਗੀ। ਜੀ ਗੱਲ ਸਾਹਿਬ। ਅੱਛਾ ਜੀ, ਪੰਥ 'ਚ ਖਤਰੇ ਦਾ ਨਾਅਰਾ ਲੱਗਣ ਵਾਲਾ ਤੇ ਉਧਰੋਂ ਘੱਲੂਘਾਰਾ ਆ ਰਿਹਾ ਤੇ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਆ ਵੀ ਕੇਂਦਰੀ ਸੁਰੱਖਿਆ ਬਲ ਆਉਣ ਪੰਜਾਬ 'ਚ। ਬਿਲਕੁਲ ਜੀ, ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਹੈਗੀ ਕਿ ਪੰਜਾਬ ਦੇ ਵਿੱਚ ਕੇਂਦਰੀ ਸੁਰੱਖਿਆ ਬਲ ਦੀਆਂ ਕੰਪਨੀਆਂ ਭੇਜੋ। ਔਰ ਪੰਜਾਬ ਸਰਕਾਰ ਨੇ ਬਕਾਇਦਾ ਚਿੱਠੀ ਲਿਖੀ ਹੈ, ਬਕਾਇਦਾ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਘੱਲੂਘਾਰਾ ਹਫ਼ਤੇ ਦੇ ਮੱਦੇ ਨਜ਼ਰ ਪੰਜਾਬ ਨੂੰ 30 ਕੰਪਨੀਆਂ ਨੇ ਜਿਹੜੀਆਂ ਉਹ ਪੈਰਾਮਿਲਟਰੀ ਫੋਰਸ ਦੀਆਂ ਦਿਓ। ਪਰ ਕੇਂਦਰ ਸਰਕਾਰ ਨੇ ਸਿਰਫ 10 ਕੰਪਨੀਆਂ ਮਨਜ਼ੂਰ ਕੀਤੀਆਂ ਨੇ ਔਰ 10 ਕੰਪਨੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਪੈਰਾਮਿਲਟਰੀ ਫੋਰਸਿਸ ਦੀਆਂ ਜਿਹੜੀਆਂ ਉਹ ਪੰਜਾਬ ਆ ਰਹੀਆਂ ਨੇ ਔਰ ਪੰਜਾਬ ਆ ਕੇ ਉਹ ਸਥਿਤੀ ਹੈ ਜਿਹੜੀ ਉਹ ਸਾਂਭਣਗੀਆਂ। ਹੁਣ ਇਹ ਤੇ ਗਿੱਲ ਸਾਹਿਬ ਦੋਨੇ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਨੇ। ਉਦੋਂ ਤਾਂ ਕੈਪਟਨ ਅਮਰਿੰਦਰ ਤੇ ਬੀਜੇਪੀ ਵਾਲੇ ਨੇ ਜਿਹੜੇ ਉਹ ਤਾਂ ਖੁਸ਼ ਹੋਏ ਫਿਰਦੇ ਨੇ। ਕੈਪਟਨ ਅਮਰਿੰਦਰ ਕਹਿੰਦਾ ਮੈਂ ਤਾਂ ਪਹਿਲਾਂ ਹੀ ਕਿਹਾ ਸੀ, ਜਦੋਂ ਬਾਰਡਰ ਸਿਕਿਉਰਿਟੀ ਫੋਰਸ ਵਾਲਿਆਂ ਨੇ 15 ਕਿਲੋਮੀਟਰ ਤੋਂ 30 ਕਿਲੋਮੀਟਰ ਦਾ ਘੇਰਾ ਕੀਤਾ ਸੀ, ਮੈਂ ਤਾਂ ਉਦੋਂ ਵੀ ਕਿਹਾ ਸੀ ਵੀ ਠੀਕ ਆ। ਉਦੋਂ ਤਾਂ ਕਹਿੰਦਾ ਇਹ ਗਲਤ ਕਹਿੰਦੇ ਸੀ ਆਮ ਆਦਮੀ ਪਾਰਟੀ ਵਾਲੇ, ਕਾਂਗਰਸ ਵਾਲੇ, ਇਸ ਤੋਂ ਇਲਾਵਾ ਅਕਾਲੀ ਦਲ ਵਾਲੇ। ਤੇ ਅੱਜ ਕਹਿੰਦਾ ਪੈਰਾਮਿਲਟਰੀ ਫੋਰਸ ਆਪ ਮੰਗ ਰਹੇ ਨੇ ਸੈਂਟਰ ਤੋਂ। ਇਸ ਤੋਂ ਇਲਾਵਾ ਬੀਜੇਪੀ ਵਾਲੇ ਵੀ ਇਹੀ ਗੱਲ ਕਹਿ ਰਹੇ ਨੇ। ਪਰ ਦੂਸਰੇ ਪਾਸੇ ਗਿੱਲ ਸਾਹਿਬ ਇਹ ਸਵਾਲ ਖੜਾ ਹੋ ਰਿਹਾ ਵੀ ਇੱਕ ਪਾਸੇ ਤਾਂ ਪੈਰਾਮਿਲਟਰੀ ਫੋਰਸ ਪੰਜਾਬ 'ਚ ਮੰਗ ਰਹੇ ਨੇ, ਦੂਸਰੇ ਪਾਸੇ ਪੰਜਾਬ ਪੁਲਿਸ ਦਾ ਜਿਹੜਾ ਡੀਜੀਪੀ ਆ ਉਹ ਦਿੱਲੀ ਵਾਲੇ ਡੀਜੀਪੀ ਨੂੰ ਚਿੱਠੀਆਂ ਲਿਖ ਰਿਹਾ ਗਾ ਵੀ ਕੇਜਰੀਵਾਲ ਨੂੰ ਖਾਲਿਸਤਾਨੀਆਂ ਤੋਂ ਖਤਰਾ ਹੋ ਸਕਦਾ, ਇਸ ਕਰਕੇ ਪੰਜਾਬ ਪੁਲਿਸ ਦੀ ਸੁਰੱਖਿਆ ਅਸੀਂ ਦੇ ਦੇਣੀ ਚਾਹੁੰਦੇ ਹਾਂ। ਸੋ ਇੱਕ ਪਾਸੇ ਤਾਂ ਦਿੱਲੀ ਦੇ ਚੀਫ ਮਿਨਿਸਟਰ ਨੂੰ ਸੁਰੱਖਿਆ ਦੇਣ ਲਈ ਚਿੱਠੀ ਪੱਤਰ ਕਰ ਰਹੇ ਹੋ, ਤੁਸੀਂ ਜਾ ਕੇ ਦਿੱਲੀ ਫੋਰਸ ਭੇਜਣ ਨੂੰ ਫਿਰਦੇ ਹੋ ਪੰਜਾਬ ਦੀ। ਦੂਸਰੇ ਪਾਸੇ ਪੰਜਾਬ ਦੇ ਵਿੱਚ ਪੈਰਾਮਿਲਟਰੀ ਫੋਰਸ ਸੱਦੀ ਜਾ ਰਹੀ ਆ। ਇਸ ਵਕਤ ਗਿੱਲ ਸਾਹਿਬ ਪੰਜਾਬ ਪੁਲਿਸ ਕੋਲੇ 80,000 ਮੁਲਾਜ਼ਮ ਆ। 80,000 ਦੀ ਗਿਣਤੀ ਥੋੜੀ ਨਹੀਂ ਹੁੰਦੀ। ਸਰਕਾਰ ਇਹ ਵੀ ਕਹਿ ਰਹੀ ਹੈ ਵੀ ਅਸੀਂ ਜਿਹੜੇ MLA ਨਾਲ ਸੀ, ਕੋਈ MPਆਂ ਨਾਲ ਸੀ, ਸਾਬਕਾ ਜਿਹੜੇ ਅਫਸਰਾਂ ਨਾਲ ਸੀ, ਕੋਈ ਉਹੀ ਲਈ ਬੈਠੇ ਸੀ, ਅਸੀਂ ਉਹ ਵਾਪਸ ਬੁਲਾ ਲਏ। ਤਾਂ ਫਿਰ ਪੰਜਾਬ ਦੀ ਪੁਲਿਸ ਹੈਗੀ ਆ, ਪੰਜਾਬ ਦੇ ਵਿੱਚ ਕੋਈ ਇੱਦਾਂ ਦੇ ਹਾਲਾਤ ਖਰਾਬ ਨਹੀਂ ਹੈਗੇ, ਕਾਰੋਕਾ ਘਟਨਾਵਾਂ ਵਾਪਰੀਆਂ ਨੇ। ਪਰ ਇਹਦੇ ਨਾਲ ਇਹ ਥੋੜੀ ਆ ਕਿ ਪੰਜਾਬ 'ਚ ਪੈਰਾਮਿਲਟਰੀ ਫੋਰਸਿਸ ਬੁਲਾ ਕੇ ਥਾਂ ਥਾਂ ਚੌਂਕਾਂ 'ਚ ਖੜਾ ਦਈਏ। ਜੀ ਗੱਲ ਸਾਹਿਬ। ਪਤੀ ਸਾਹਿਬ ਇਹ ਦੱਸਿਓ ਜੀ ਕਿ ਕਰਤਾਰਪੁਰ ਸਾਹਿਬ ਦੇ ਵਿੱਚ ਮੁਮਤਾਜ਼ ਬੀਬੀ ਨੂੰ ਕੌਣ ਮਿਲਿਆ ਜੀ? ਜੀ ਗਿੱਲ ਸਾਹਿਬ, ਦੇਖੋ ਇਹ ਜਿਹੜੀ ਮੁਮਤਾਜ਼ ਬੀਬੀ ਹੈਗੀ ਇਹ ਬੇਸਿਕਲੀ ਪਾਕਿਸਤਾਨ ਦੀ ਰਹਿਣ ਵਾਲੀ ਹੈਗੀ ਔਰ 75 ਸਾਲਾਂ ਬਾਅਦ ਇਹਨੂੰ ਇਹਦੇ ਭਰਾ ਨੇ ਜਿਹੜੇ ਉਹ ਕਰਤਾਰਪੁਰ ਸਾਹਿਬ ਮਿਲੇ। ਦਰਅਸਲ ਹੋਇਆ ਇਹ ਕਿ 1947 ਦੀ ਵੰਡ ਦੇ ਮੌਕੇ ਇਹਨਾਂ ਦਾ ਪਰਿਵਾਰ ਹੈਗਾ ਜਿਹੜਾ ਉਹ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਆ ਰਿਹਾ ਸੀ ਔਰ ਉਸ ਵਕਤ ਇਹਨਾਂ ਦੀ ਮਾਤਾ ਜਿਹੜੀ ਮੁਮਤਾਜ਼ ਬੀਬੀ ਦੀ ਉਹਦੀ ਮੌਤ ਹੋ ਗਈ। ਇਹ ਛੋਟੀ ਬੱਚੀ ਸੀ, ਇਹ ਆਪਦੀ ਮਾਤਾ ਦੀ ਡੈਡ ਬੋਡੀ ਦੇ ਉੱਤੇ ਪਈ ਸੀ ਔਰ ਉੱਥੇ ਇੱਕ ਮੁਸਲਿਮ ਪਰਿਵਾਰ ਨੇ ਇਹਨੂੰ ਚੱਕ ਲਿਆ। ਚੱਕ ਕੇ ਗਿੱਲ ਸਾਹਿਬ ਬਾਕੀ ਤਾਂ ਸਾਰਾ ਪਰਿਵਾਰ ਆਇਆ ਜਿਹੜਾ ਉਹ ਪੰਜਾਬ ਆ ਗਿਆ, ਇੱਧਰ ਭਾਰਤ ਆ ਗਿਆ। ਉਹ ਪਰਿਵਾਰ ਨੇ ਇਹਨੂੰ ਸਾਂਭ ਲਿਆ ਬੱਚੀ ਨੂੰ ਔਰ ਸਾਂਭ ਕੇ ਉਸ ਤੋਂ ਬਾਅਦ ਇਸ ਬੱਚੀ ਦਾ ਪਾਲਣ ਪੋਸ਼ਣ ਕੀਤਾ ਔਰ ਮੁਹੰਮਦ ਇਕਬਾਲ ਤੇ ਉਹਦੀ ਪਤਨੀ ਅੱਲਾ ਰਾਖੀ, ਉਹਨਾਂ ਦੋਨਾਂ ਨੇ ਇਹਦੇ ਮਾਂ-ਬਾਪ ਬਣੇ ਰਹੇ ਔਰ ਉਹਨਾਂ ਨੇ ਵੀ ਬਹੁਤ ਸੋਹਣਾ ਗਿੱਲ ਸਾਹਿਬ ਇਹਦੀ ਸਾਂਭ ਸੰਭਾਲ ਕੀਤੀ ਔਰ ਇਹਨੂੰ ਇਹ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਉਹ ਇਹਦੇ ਸਕੇ ਮਾਂ-ਬਾਪ ਨਹੀਂ ਹੈਗੇ। ਇਹਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਸਕੇ ਮਾਂ-ਬਾਪ ਨਹੀਂ ਹੈਗੇ। 2 ਸਾਲ ਪਹਿਲਾਂ ਮੁਹੰਮਦ ਇਕਬਾਲ ਬਿਮਾਰ ਹੋਇਆ ਤਾਂ ਉਹਨੇ ਆਪਣੇ ਆਖਰੀ ਸਮੇਂ ਦੇ ਉੱਤੇ ਆਪਣੀ ਇਸ ਧੀ ਨੂੰ, ਜਿਹੜੀ 75 ਸਾਲ ਤੋਂ ਵੱਧ ਉਮਰ ਦੀ ਹੋ ਚੁੱਕੀ ਹੈ, ਉਹਨੂੰ ਦੱਸਿਆ ਕਿ ਬੇਟੀ ਤੂੰ ਮੇਰੀ ਸਕੀ ਧੀ ਨਹੀਂ ਹੈ, ਤੇਰਾ ਪਰਿਵਾਰ ਹੈਗਾ ਜਿਹੜਾ ਉਹ ਸਿੱਖ ਪਰਿਵਾਰ ਸੀਗਾ ਤੇ 1947 ਦੀ ਉਹ ਸਾਰੀ ਕਹਾਣੀ ਦੱਸੀ ਕਿ ਤੇਰਾ ਪਰਿਵਾਰ ਤਾਂ ਪੰਜਾਬ ਚਲਾ ਗਿਆ। ਉਸ ਤੋਂ ਬਾਅਦ ਗਿੱਲ ਸਾਹਿਬ ਮੁਹੰਮਦ ਇਕਬਾਲ ਦੀ ਤਾਂ ਮੌਤ ਹੋ ਗਈ
ਤੇ ਇਸ ਬੀਬੀ ਨੇ ਜਿਹੜਾ ਗਾ ਆਪਣੇ ਪਰਿਵਾਰ ਦੀ ਭਾਲ ਸ਼ੁਰੂ ਕਰਤੀ ਸੋਸ਼ਲ ਮੀਡੀਆ ਦੇ ਰਾਹੀਂ, ਮੁਮਤਾਜ਼ ਬੀਬੀ ਨੇ ਔਰ ਇਹਦੇ ਬੇਟੇ ਨੇ। ਫਿਰ ਸੋਸ਼ਲ ਮੀਡੀਆ ਰਾਹੀਂ ਇਹਨਾਂ ਨੂੰ ਪਤਾ ਲੱਗਿਆ ਕਿ ਪਾਕਿਸਤਾਨ ਤੋਂ ਉਸ ਵਕਤ ਇਹਨਾਂ ਦਾ ਪਰਿਵਾਰ ਹੈਗਾ ਜਿਹੜਾ ਉਹ ਪੰਜਾਬ ਦੇ ਪਟਿਆਲਾ ਲਾਗੇ ਆ ਗਿਆ ਸੀ। ਫਿਰ ਇਹਨਾਂ ਨੇ ਉੱਥੋਂ ਪਤਾ ਕੀਤਾ, ਸੋਸ਼ਲ ਮੀਡੀਆ ਦੇ ਜ਼ਰੀਏ ਸੰਪਰਕ ਕੀਤਾ ਤਾਂ ਇਹਦੇ ਭਰਾ ਮੁਮਤਾਜ਼ ਬੀਬੀ ਦੇ ਸਕੇ ਭਰਾ ਗੁਰਮੀਤ ਸਿੰਘ, ਸਰਦਾਰ ਨਰਿੰਦਰ ਸਿੰਘ, ਸਰਦਾਰ ਅਮਰਿੰਦਰ ਸਿੰਘ, ਉਹਨਾਂ ਦੇ ਨਾਲ ਸੰਪਰਕ ਹੋਇਆ। ਫਿਰ ਗੁਰਦੁਆਰਾ ਕਰਤਾਰਪੁਰ ਸਾਹਿਬ ਇਹਨਾਂ ਦਾ ਪਰਿਵਾਰ ਪਹੁੰਚਿਆ, ਉੱਧਰੋਂ ਮੁਮਤਾਜ਼ ਬੀਬੀ ਆਈ ਤਾਂ 75 ਸਾਲਾਂ ਬਾਅਦ ਇਸ ਪਰਿਵਾਰ ਦਾ ਜਿਹੜਾ ਮੇਲ ਉਹ ਹੋਇਆ। ਡਾਨ ਨਿਊਜ਼ ਨੇ ਇਸ ਰਿਪੋਰਟ ਨੂੰ ਬੜੀ ਅਹਿਮੀਅਤ ਦਿੱਤੀ ਅੱਜ, ਔਰ ਇਸ ਘਟਨਾ ਨੇ ਗੱਲ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਵੀ ਦੋ ਸਕੇ ਭਰਾਵਾਂ ਦਾ ਜਿਹੜਾ ਮੇਲ ਹੈਗਾ ਉਹ 75 ਵਰ੍ਹਿਆਂ ਬਾਅਦ ਹੋਇਆ ਸੀ। ਇੱਕ ਪੰਜਾਬ ਰਹਿੰਦਾ ਸੀ, ਇੱਕ ਪਾਕਿਸਤਾਨ ਰਹਿੰਦਾ ਸੀ। ਉਹ ਵੀ ਬੜੀ ਕਹਾਣੀ ਹੈ ਜਿਹੜੀ ਦਰਦਨਾਕ ਹੋਈ। ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਮੁਹਿੰਮ ਚੱਲੀ ਔਰ ਪੰਜਾਬ ਰਹਿੰਦਾ ਭਰਾ ਪਾਕਿਸਤਾਨ ਰਹਿੰਦੇ ਆ ਤੇ ਭਰਾ ਨੂੰ ਮਿਲਣ ਦੇ ਲਈ ਜਿਹੜਾ ਗਾ ਉਹ ਪਾਕਿਸਤਾਨ ਗਿਆ ਤੇ ਇਹ ਵੀ ਭੈਣ ਭਰਾਵਾਂ ਦਾ ਮੇਲ ਹੋਇਆ। ਤਾਂ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਿਹੜਾ ਪ੍ਰਕਾਸ਼ ਪੁਰਬ ਸੀਗਾ, ਉਸ ਮੌਕੇ ਦੇ ਉੱਤੇ ਜਿਹੜਾ ਇਹ ਲਾਂਘਾ ਖੁੱਲਿਆ ਗਿੱਲ ਸਾਹਿਬ, ਉਸ ਲਾਂਘੇ ਦੀਆਂ ਬਰਕਤਾਂ ਨੇ ਕਿ 75 ਸਾਲਾਂ ਬਾਅਦ ਇਹ ਪਰਿਵਾਰ ਨੇ ਜਿਹੜੇ ਮਿਲ ਰਹੇ। ਤੋ ਇਹ ਦਰਦ 1947 ਦਾ ਇਹਨਾਂ ਦੇ ਸੀਨਿਆਂ ਦੇ ਵਿੱਚ ਹੈ, ਪਰ ਚੰਗੀ ਗੱਲ ਹੈਗੀ ਕਿ ਇਹ ਇਸ ਸਮੇਂ ਵੀ ਜਿਹੜਾ ਉਹ ਮਿਲ ਰਹੇ ਨੇ ਔਰ ਇਹ ਸਬੱਬ ਬਣਿਆਗਾ ਮਿਲਣ ਦਾ। ਜੀ ਅੱਛਾ ਜੀ, ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਪਾਣੀ ਮੁੱਕ ਗਿਆ ਜੀ ਪੀਣ ਵਾਲਾ? ਗਿੱਲ ਸਾਹਿਬ ਬਹੁਤ ਮਾੜੀ ਹਾਲਤ ਹੈ ਜੀ। ਉੱਥੇ ਉਹ ਸੇਮ ਦਾ ਏਰੀਆ ਸੀਗਾ, ਧਰਤੀ ਹੇਠਲਾ ਪਾਣੀ ਤਾਂ ਉੱਥੇ ਪਹਿਲਾਂ ਹੀ ਵਧੀਆ ਨਹੀਂ ਸੀਗਾ। ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਖੋਜਾਂ ਹੋਈਆਂ ਕਿ ਮਾਲਵੇ ਦੇ ਵਿੱਚੋਂ ਕੈਂਸਰ ਟ੍ਰੇਨ ਜਾਂਦੀ ਹੈ, ਇਹ ਮਾਲਵੇ ਦੀ ਬੈਲਟ ਹੈ ਜਿਹੜੀ BT ਕਾਟਨ ਵਾਲੀ ਬੈਲਟ ਹੈ, ਇੱਥੇ ਜਿਹੜਾ ਧਰਤੀ ਹੇਠ ਯੂਰੇਨੀਅਮ ਦੀ ਮਾਤਰਾ ਬਹੁਤ ਹੈ। ਔਰ ਉਸ ਤੋਂ ਬਾਅਦ ਗਿੱਲ ਸਾਹਿਬ ਇਹ ਵੀ ਪਤਾ ਲੱਗਿਆ ਸੀਗਾ ਕਿ ਮੁਕਤਸਰ ਸਾਹਿਬ ਦਾ ਜਿਹੜਾ ਏਰੀਆ ਹੈਗਾ ਉੱਥੇ ਧਰਤੀ ਹੇਠਲਾ ਜਿਹੜਾ ਪਾਣੀ ਹੈਗਾ ਉਹ ਪੀਣ ਯੋਗ ਨਹੀਂ। ਸਾਰੇ ਸੈਂਪਲ ਨਮੂਨੇ ਜਿਹੜੇ ਉਹ ਫੇਲ ਹੋਏ। ਫਿਰ ਇਹ ਲੋਕ ਨੇ ਜਿਹੜੇ ਉਹ ਨਹਿਰੀ ਪਾਣੀ ਸ਼ੁੱਧ ਕਰਕੇ ਪੀਂਦੇ ਸੀ। ਨਹਿਰਾਂ ਦਾ ਪਾਣੀ ਇਸ ਏਰੀਏ ਦੇ ਵਿੱਚ ਜਾਂਦਾ ਹੈ, ਸਾਡੇ ਨੇੜਲੇ ਸਲਾਸਪੁਰੇ ਤੋਂ ਲੈ ਕੇ ਬਠਿੰਡਾ ਜ਼ਿਲ੍ਹੇ ਤੋਂ ਸ਼ੁਰੂ ਹੋ ਜਾਂਦਾ ਹੈ ਔਰ ਨਹਿਰਾਂ ਦਾ ਪਾਣੀ ਬਰੇਤੀ ਬਜਰੀ ਵਾਲੇ ਖੂਹ ਬਣੇ ਹੋਏ ਨੇ ਉਹਨਾਂ ਦੇ ਵਿੱਚ ਦੀ ਪੁਣ ਕੇ ਜਿਹੜਾ ਉਹ ਬਿਲਕੁਲ ਸਾਫ਼ ਹੋ ਕੇ ਲੋਕ ਪੀਂਦੇ ਨੇ। ਪਰ ਹੁਣ ਹੋਇਆ ਗੱਲ ਸਾਹਿਬ ਇਹ ਕਿ ਇੱਕ ਤਾਂ ਜਿਹੜਾ ਨਹਿਰੀ ਪਾਣੀ ਇਸ ਏਰੀਏ ਦੇ ਵਿੱਚ ਜਾਂਦਾ ਹੈਗਾ ਉਹ ਪਾਣੀ 2 ਵਾਰ ਜਿਹੜਾ ਸਰਹੰਦ ਫੀਡਰ ਨਹਿਰ ਆ ਮਹੀਨੇ 'ਚੋਂ 2 ਵਾਰ ਟੁੱਟ ਗਈ, ਪਾਣੀ ਦੀ ਬੰਦੀ ਆ ਗਈ ਔਰ ਸਰਹੰਦ ਫੀਡਰ ਨਹਿਰ ਦਾ ਪਾਣੀ ਪਹੁੰਚਿਆ ਹੀ ਨਹੀਂ। ਦੂਸਰਾ ਇਹ ਹੋਇਆ ਕਿ ਹੁਣ ਜਿਹੜਾ ਪਿਛਲੇ ਦਿਨਾਂ ਤੋਂ ਪਤਾ ਲੱਗਿਆ, ਸਰਵੇਖਣ ਹੋਏ, ਜਾਂਚ ਹੋਈ ਕਿ ਸਰਹੰਦ ਫੀਡਰ ਨਹਿਰ ਦਾ ਪਾਣੀ ਪੀਣ ਯੋਗ ਹੀ ਹੈ ਨਹੀਂ ਔਰ ਇਹ ਹੋਰ ਬਿਮਾਰੀਆਂ ਲਾ ਰਿਹਾ, ਹੋਰ ਸਮੱਸਿਆਵਾਂ ਆ ਰਹੀਆਂ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਕਾਰਜਕਾਰੀ ਇੰਜੀਨੀਅਰ ਨੇ ਜਿਹੜੇ ਹਰੀਕੇ ਨਹਿਰ ਮੰਡਲ ਦੇ ਮੁੱਖ ਇੰਜੀਨੀਅਰ ਜਲ ਸਰੋਤ ਵਿਭਾਗ ਪੰਜਾਬ, ਉਹਨਾਂ ਵੱਲੋਂ ਇੱਕ ਐਡਵਾਈਜ਼ਰੀ ਸਾਂਝੇ ਤੌਰ ਦੇ ਉੱਤੇ ਜਾਰੀ ਕੀਤੀ ਗਈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਰਾਜਸਥਾਨ ਰਾਜ ਇਹ ਸਾਰਿਆਂ ਨੇ ਸੈਂਪਲਿੰਗ ਤੋਂ ਬਾਅਦ ਦੱਸਿਆ ਕਿ ਹਰੀਕੇ ਹੈੱਡਵਰਕਸ ਦੇ ਪਾਣੀ ਨੂੰ ਸਿੰਜਾਈ ਲਈ ਹੀ ਵਰਤਿਆ ਜਾ ਸਕਦਾ ਹੈ। ਹਰੀਕੇ ਹੈੱਡਵਰਕਸ ਤੋਂ ਪਾਣੀ ਜਿਹੜਾ ਜਾਂਦਾ ਗਾ ਨਹਿਰੀ ਪਾਣੀ ਉਹ ਪੀਣ ਯੋਗ ਨਹੀਂ ਰਿਹਾ, ਉਹ ਨਾ ਪੀਤਾ ਜਾਵੇ। ਔਰ ਹੁਣ ਮੁਕਤਸਰ ਏਰੀਏ ਦੇ ਲੋਕ ਗਿੱਲ ਸਾਹਿਬ ਨਾ ਤਾਂ ਉਹ ਪਾਣੀ ਪੀ ਸਕਦੇ ਨੇ ਔਰ ਉਹ ਪਾਣੀ ਉਹਨਾਂ ਤੱਕ ਪਹੁੰਚ ਵੀ ਨਹੀਂ ਰਿਹਾ। ਧਰਤੀ ਹੇਠਲਾ ਪਾਣੀ ਵਧੀਆ ਨਹੀਂ ਹੈ, ਉਹ ਕੱਢ ਨਹੀਂ ਸਕਦੇ, ਤਾਂ ਫਿਰ ਜਾਣ ਕਿੱਥੇ? ਹੁਣ ਇਹ ਪਤਾ ਲੱਗਾ ਟੈਂਕਰਾਂ ਰਾਹੀਂ ਪਾਣੀ ਲੈਣ ਲਈ ਮਜਬੂਰ ਆ, ਪਾਣੀ ਮੁੱਲ ਵਿਕ ਰਿਹਾ। ਪਾਣੀ ਦਾ ਇੱਕ ਟੈਂਕਰ ਮੁਕਤਸਰ ਸਾਹਿਬ ਦੇ ਏਰੀਏ 'ਚ 2000 ਰੁਪਏ ਤੱਕ ਮਿਲਦਾ ਗਾ ਔਰ ਉੱਥੇ ਹੋਟਲਾਂ ਵਾਲੇ ਵੀ ਦੱਸਦੇ ਨੇ, ਉਹ ਕਹਿੰਦੇ ਜਿਹੜਾ ਪਾਣੀ ਆਉਂਦਾ ਗਾ ਉਹ ਠੀਕ ਆ, ਉਹਦੇ ਨਾਲ ਅਸੀਂ ਨਹਾ ਨੂੰ ਲੈਂਦੇ ਹਾਂ, ਪਰ ਜਿਹੜਾ ਊਂ ਪਾਣੀ ਪੀਣ ਲਈ ਆ ਉਹ ਤਾਂ ਮੁੱਲ ਲੈਣਾ ਪੈਂਦਾ ਗਾ। ਤਾਂ ਇਹ ਹਾਲਤ ਹੈ। ਹੁਣ ਇੱਕ ਪਾਸੇ ਇਹ ਆ ਵੀ ਉੱਥੇ ਪਾਣੀ ਨਾ ਪਹੁੰਚਣ ਕਰਕੇ ਅਬੋਹਰ ਨੇੜੇ ਪਿੰਡ ਹੈ ਪੰਜਾਬਾ ਪਿੰਡ ਦੇ ਵਿੱਚ ਇੱਕ ਕਿਸਾਨ ਨੇ 3 ਕਿੱਲਿਆਂ ਦਾ ਕੀਨੂ ਦਾ ਬਾਗ ਪੁੱਟਣਾ ਪੈ ਗਿਆ। ਉਹ ਕਹਿੰਦਾ ਨਹਿਰੀ ਪਾਣੀ ਪਹੁੰਚ ਨਹੀਂ ਰਿਹਾ, ਮੋਟਰਾਂ ਵਾਲਾ ਆ ਨਹੀਂ ਰਿਹਾ, ਫਿਰ ਹੋਰ ਮੈਂ ਕੀ ਕਰਾਂ? ਹੁਣ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਨੇ ਕਿ ਬਦਲਵੀਂ ਖੇਤੀ ਕਰੋ, ਇੱਕ ਪਾਸੇ ਤਾਂ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਵੀ ਲੋਕ ਕਹਿੰਦੇ ਨੇ ਵੀ ਕਿਸਾਨ ਕਣਕ ਝੋਨੇ ਦਾ ਫਸਲੀ ਚੱਕਰ ਕਿਉਂ ਕਰਦੇ ਨੇ। ਹੁਣ ਆ ਅਬੋਹਰ ਏਰੀਏ ਦੇ ਵਿੱਚ ਪੰਜਾਬਾ ਪਿੰਡ ਦੇ ਵਿੱਚ ਕਿਸਾਨ ਨੂੰ ਕੀਨੂ ਦਾ ਬਾਗ ਇਸ ਕਰਕੇ ਪੱਟਣਾ ਪੈ ਗਿਆ ਕਿ ਨਹਿਰੀ ਪਾਣੀ ਵੀ ਨਹੀਂ ਪਹੁੰਚ ਰਿਹਾ, ਸੋ ਟੇਲਾਂ ਤੱਕ ਪਾਣੀ ਨਹੀਂ ਪਹੁੰਚਦਾ ਜੀ। ਇਹ ਵੱਡੀ ਸਮੱਸਿਆ ਹੈਗੀ ਔਰ ਜੇ ਪਹੁੰਚਦਾ ਵੀ ਆ ਹੁਣ ਤਾਂ ਇਹ ਪਤਾ ਲੱਗਿਆ ਪਾਣੀ ਜ਼ਹਿਰੀਲਾ, ਉਹਦੇ 'ਚ ਫੈਕਟਰੀਆਂ ਦਾ ਪਾਣੀ ਰਲੀ ਜਾਂਦਾ, ਉਹਦੇ 'ਚ ਸੀਵਰੇਜਾਂ ਦਾ ਪਾਣੀ ਰਲੀ ਜਾਂਦਾ, ਉਹਦੇ 'ਚ ਸ਼ਹਿਰਾਂ ਦਾ ਮਤਲਬ ਗੰਦਾ ਪਾਣੀ ਰਲੀ ਜਾਂਦਾ, ਜਿਹਦੇ ਕਰਕੇ ਇਹ ਪਾਣੀ ਜ਼ਹਿਰੀਲੇ ਹੋ ਰਹੇ ਨੇ। ਨਹੀਂ ਤਾਂ ਸਭ ਤੋਂ ਵਧੀਆ ਪਾਣੀ ਜਿਹੜਾ ਮੀਂਹ ਦਾ ਪਾਣੀ ਮੰਨਿਆ ਜਾਂਦਾ, ਇਸ ਕਰਕੇ ਸਭ ਤੋਂ ਵਧੀਆ ਨਹਿਰੀ ਪਾਣੀ ਪੀਣ ਯੋਗ ਮੰਨਿਆ ਗਿਆ ਗਾ ਹੁਣ ਤੱਕ, ਲੇਕਿਨ ਹੁਣ ਉਹ ਪਾਣੀ ਵੀ ਜ਼ਹਿਰੀਲਾ ਹੋ ਚੁੱਕਾ ਹੈਗਾ ਜੀ।
ਧੰਨਵਾਦ ਜੀ। ਜਾਂਦੇ ਜਾਂਦੇ ਦੱਸਿਓ, ਸਮਾਂ ਮੇਰੇ ਕੋਲ ਥੋੜ੍ਹਾ ਜਿਹਾ ਘੱਟ ਹੈ, ਕਿ ਰਾਜੀਵ ਗਾਂਧੀ ਦੇ ਕਤਲ ਦੇ ਵਿੱਚ ਸਜ਼ਾ ਭੁਗਤ ਰਹੇ ਕੁਛ ਕੈਦੀ ਛੱਡਣ ਦੀ ਗੱਲ ਚੱਲ ਰਹੀ ਹੈ ਜੀ। ਜੀ ਗਿੱਲ ਸਾਹਿਬ, ਅੱਜ ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਹੱਤਿਆ ਮਸਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਜਿਹੜੇ ਤਾਮਿਲਨਾਡੂ ਦਾ ਬਹੁਤ ਫੇਮਸ ਬੰਦਾ ਹੈ ਪਿਰਾਰਵਲ, ਉਹਨੂੰ ਜਿਹੜਾ ਰਿਹਾ ਕਰਨ ਦਾ ਹੁਕਮ ਦਿੱਤਾ ਹੈਗਾ। ਦਰਅਸਲ 21 ਮਈ 1991 ਦੀ ਰਾਤ ਨੂੰ 10:21 ਦੇ ਉੱਤੇ ਤਾਮਿਲਨਾਡੂ ਦੇ ਵਿੱਚ ਰਾਜੀਵ ਗਾਂਧੀ ਦੀ ਹੱਤਿਆ ਹੋ ਗਈ ਸੀ ਔਰ ਇੱਕ 30 ਸਾਲਾਂ ਦੀ ਲੜਕੀ ਨੇ ਹੱਤਿਆ ਕੀਤੀ ਸੀ, ਪਰ ਉਸ ਤੋਂ ਬਾਅਦ 26 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। 1999 ਦੇ ਵਿੱਚ ਬਾਕੀਆਂ ਨੂੰ ਤਾਂ ਛੱਡਤਾ ਸੀ, 4 ਲੋਕਾਂ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਗਈ ਸੀ। ਫਿਰ 2000 ਦੇ ਵਿੱਚ ਨਲਨੀ ਦੀ ਜਿਹੜੀ ਇੱਕ ਔਰਤ ਸੀ, ਉਹਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰ ਦਿੱਤਾ ਸੀ। ਫਿਰ ਸਾਲ 2014 ਦੇ ਵਿੱਚ ਉਹ ਤਾਮਿਲਨਾਡੂ ਦੀ ਸਰਕਾਰ ਦੇ ਵੱਲੋਂ ਬਾਕੀ ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਹੈਗੀ ਜਿਹੜੀ ਉਹ ਬਣਾਈ ਗਈ ਸੀ ਫਾਂਸੀ ਤੋਂ। ਤਾਂ ਉਦੋਂ ਬਾਅਦ 2018 ਦੇ ਵਿੱਚ ਆ ਕੇ ਤਾਮਿਲਨਾਡੂ ਸਰਕਾਰ ਵੱਲੋਂ 7 ਦੋਸ਼ੀਆਂ ਦੀ ਰਿਹਾਈ ਦੇ ਲਈ ਮਤਾ ਪਾਸ ਕੀਤਾ ਗਿਆ ਸੀਗਾ ਤੇ ਸੁਪਰੀਮ ਕੋਰਟ ਦੇ ਵੱਲੋਂ ਅੱਜ ਇਸ ਵਿਸ਼ੇ ਦੇ ਵਿੱਚ ਪਿਰਾਰਵਿਲਨ ਜਿਹੜਾ ਹੈਗਾ ਤਾਮਿਲਨਾਡੂ ਦਾ, ਉਹ 30 ਸਾਲ ਬਾਅਦ ਰਿਹਾ ਕੀਤਾ ਗਿਆ। 30-31 ਸਾਲ ਉਹਨੇ ਆਪਦੀ ਜ਼ਿੰਦਗੀ ਦੇ ਜੇਲ੍ਹ ਦੇ ਵਿੱਚ ਬਿਤਾਏ ਨੇ। ਹੁਣ ਇਹਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਗਿੱਲ ਸਾਹਿਬ ਖੜਾ ਹੋ ਗਿਆ ਗਾ ਕਿ ਜੇ ਰਾਜੀਵ ਗਾਂਧੀ ਹੱਤਿਆ ਦੇ ਮਸਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਵਿਅਕਤੀ ਰਿਹਾ ਹੋ ਸਕਦੇ ਨੇ, ਤਾਂ ਫਿਰ ਜਿਹੜੇ ਬੰਦੀ ਸਿੱਖ ਨੇ ਉਹ ਵੀ ਰਿਹਾ ਜਿਹੜੇ ਉਹ ਕਰਨੇ ਬਣਦੇ ਨੇ। ਵੈਸੇ ਵੀ ਜਿਹਨੇ ਸਜ਼ਾ ਪੂਰੀ ਕਰ ਲਈ ਹੈ ਉਹਦੀ ਰਿਹਾਈ ਬਣਦੀ ਹੋਈ ਹੈ। ਜੀ ਗਿੱਲ ਸਾਹਿਬ। ਲਓ ਜੀ, ਕੱਲ੍ਹ ਸਵੇਰੇ ਫੇਰ 9:15 ਵਜੇ ਗੱਲਬਾਤ ਹੋਏਗੀ। ਧੰਨਵਾਦ ਬਹੁਤ ਬਹੁਤ। ਸ਼ੁਕਰੀਆ ਜੀ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਅੱਜ ਖਾਸ ਗੱਲ ਉੱਗੇ ਵੈਦ ਰੂਬਲ ਜੀ ਨਾਲ ਕਰਨੀ ਹੈ ਬ੍ਰੇਨ ਟਿਊਮਰ ਦੇ ਬਾਰੇ। ਜਾਂ ਬ੍ਰੇਨ ਟਿਊਮਰ ਦਾ ਜਾਂ ਸਿਰ 'ਚ ਕੋਈ ਕਿਸੇ ਕਿਸਮ ਦਾ ਫੋੜਾ ਦਿਖਦਾ ਤਾਂ ਬੰਦੇ ਆਸ ਜ਼ਿੰਦਗੀ ਦੀ ਗਵਾ ਜਾਂਦੇ ਆ। ਉਹਦਾ ਕਾਰਨ ਕੀ ਤੇ ਉਹਦਾ ਆਯੁਰਵੇਦ 'ਚ ਇਲਾਜ ਕੀ? ਵੈਦ ਰੂਬਲ ਜੀ ਸਵਾਗਤ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਸਾਰੇ ਸਰੋਤਿਆਂ ਨੂੰ ਸਵੇਰ ਦੀ ਫੇਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਦ ਸਾਹਿਬ, ਗੱਲ ਇਹ ਹੋਰ ਵੀ ਪੜ੍ਹੇ ਲਿਖੇ ਵੀ ਸੁਣਦੇ ਆ, ਤਰਕ ਵਾਲੇ ਵੀ ਸੁਣਦੇ ਆ, ਡਾਕਟਰ ਵੀ ਸੁਣਦੇ ਆ ਬਈ ਬ੍ਰੇਨ ਟਿਊਮਰ ਦਾ, ਸਿਰ ਦੇ ਵਿੱਚ ਹੋਏ ਫੋੜੇ ਦਾ, ਜਿਹਦੇ ਨਾਲ ਬੰਦਾ ਜਦ ਕਿਤੇ ਡਾਇਗਨੋਜ਼ ਹੋ ਜਾਵੇ, ਜੇ ਉਹਨੇ 2 ਸਾਲ ਜਿਉਣਾ ਤਾਂ ਉਹਦੇ ਮਨ 'ਚ ਇਹ ਹੁੰਦਾ ਵੀ ਬਸ ਗਈ ਗੱਲ, ਹੁਣ ਇਹਦੇ 'ਚ ਬੱਚਤ ਕੋਈ ਨਹੀਂ। ਇਹ ਕਿਵੇਂ ਜਿਹੜੀ ਆ ਖੋਪੜੀ ਖੁੱਲੂ, ਕਿਵੇਂ ਉਹ ਚੱਕ ਹੋਊ ਤੇ ਕੀ ਬਣੂ, ਇਹਦੇ ਬਾਰੇ ਸਮਝਾਇਓ ਜੀ। ਇਹ ਹੋ ਕੀ ਜਾਂਦਾ ਹੈ, ਆਪੇ ਕਿਵੇਂ ਅੰਦਰ ਪੈਦਾ ਹੋ ਜਾਂਦਾ ਹੈ, ਤੇ ਕਈਆਂ ਦੇ ਖੋਪੜੀ ਤੋਂ ਬਾਹਰ, ਸਕਲ ਤੋਂ ਬਾਹਰ ਵੀ ਗੁੰਮੀਆਂ ਜੀਆਂ ਹੁੰਦੀਆਂ ਨੇ, ਉਹਨਾਂ ਦਾ ਤੇ ਅੰਦਰਲੇ ਫੋੜੇ ਦਾ ਕੀ ਫਰਕ ਹੈ? ਜੀ ਬਿਲਕੁਲ ਜੀ, ਬਹੁਤ ਵਧੀਆ ਸਵਾਲ ਹੈ। ਸੋ ਅੱਜ ਦੇ ਜ਼ਮਾਨੇ ਦੇ ਵਿੱਚ ਸੈਂਕੜੇ ਜਿਹੜੇ ਪੇਸ਼ੈਂਟ ਹੈ ਉਹ ਸਾਡੇ ਕੋਲ ਆ ਰਹੇ ਆ ਕਿ ਜਿਨ੍ਹਾਂ ਦੇ ਬ੍ਰੇਨ ਟਿਊਮਰ ਹੋ ਜਾਂਦਾ। ਜਦੋਂ ਪਹਿਲੇ ਤੇ ਆਪਾਂ ਧਿਆਨ ਇਹ ਰੱਖਣਾ ਹੁੰਦਾ ਕਿ ਜਦੋਂ ਬ੍ਰੇਨ ਟਿਊਮਰ ਹੁੰਦਾ, ਬ੍ਰੇਨ ਟਿਊਮਰ ਦਾ ਮਤਲਬ ਹੈ ਕਿ ਦਿਮਾਗ ਦੇ ਵਿੱਚ ਰਸੌਲੀ ਗੱਠ ਬਣ ਜਾਣੀ। ਠੀਕ। ਸੋ ਉਹ ਕਿਸੇ ਵੀ ਨਾੜੀ ਦੇ ਵਿੱਚ ਬਣ ਸਕਦੀ ਹੈ, ਚਾਹੇ ਉਹ ਸੈਂਟੀਮੈਂਟ ਐਂਡ ਐਕਸ ਬ੍ਰੇਨ ਦੀਆਂ ਨਾੜਾਂ ਹੈਗੀਆਂ ਜਾਂ ਫੰਕਸ਼ਨਲ ਨਰਵਜ਼ ਹੈਗੀਆਂ ਜਾਂ ਹੋਰ ਜਿਹੜੀਆਂ ਨਰਵਜ਼ ਹੈ, ਕਿਸੇ ਵਿੱਚ ਵੀ ਬਲੱਡ ਦਾ ਰੁਕਣਾ, ਬਲੱਡ ਦੀ ਸੋਜ ਆ ਜਾਣੀ ਤੇ ਉਹਦੇ ਵਿੱਚ ਗੱਠ ਬਣ ਜਾਣੀ, ਇਹ ਬੜੀ ਵੱਡੀ ਸਮੱਸਿਆ ਹੈ। ਤੇ ਜਦੋਂ ਤੁਹਾਡੇ ਵਾਲੀ ਗੱਲ ਕਿ ਜਦੋਂ ਮਰੀਜ਼ ਨੂੰ ਪਤਾ ਲੱਗ ਜਾਂਦਾ ਕਿ ਮੇਰੇ ਦਿਮਾਗ ਦੇ ਵਿੱਚ ਰਸੌਲੀ ਹੋ ਗਈ ਹੈ, ਜਿਹੜਾ ਉਹਨੇ 2 ਸਾਲ ਕੱਟਣਾ, 3 ਸਾਲ ਕੱਟਣਾ, ਤੇ ਉਹ 6 ਮਹੀਨੇ ਦੇ ਵਿੱਚ ਹੀ ਆਪਣਾ ਜਿਹੜਾ ਜਵਾਬ ਦੇ ਜਾਂਦਾ। ਸੋ ਮੈਂ ਇਹ ਅੱਜ ਆਪਾਂ ਇਸੇ ਕਰਕੇ ਕਰਨਾ ਸੀ ਕਿ ਹੁੰਦੀ ਕਿਉਂ ਹੈ ਤੇ ਇਹਦੇ ਕਾਰਨ ਕੀ ਹੈ ਤੇ ਇਹਦਾ ਇਲਾਜ ਕੀ ਹੈ। ਸੋ ਇਹਦੇ ਤੋਂ ਪਹਿਲੇ ਮੈਂ ਆਪਣਾ ਫੋਨ ਨੰਬਰ ਤੁਹਾਨੂੰ ਦੱਸ ਦਿਆਂ ਜੀ। ਸੋ ਸਾਡਾ ਫੋਨ ਨੰਬਰ ਕਲੀਨਿਕ ਦਾ ਜੀ ਸਰੀ ਦਾ 7789170444 778-917-0444। ਸਾਡਾ ਉੱਥੇ ਬਲਵਿੰਦਰ ਰੂਬਲ ਜੀ ਜਿਹੜੇ ਸਾਡੇ ਵੈਦ ਹੈ, ਸੋ ਉਹ ਉੱਥੇ ਤੁਹਾਨੂੰ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਆ। ਸੋ ਅੱਜ ਗਿੱਲ ਸਾਹਿਬ ਜਿਹੜਾ ਤੁਸੀਂ ਇਹ ਸਵਾਲ ਕੀਤਾ, ਬੜਾ ਡੂੰਘਾ ਸਵਾਲ ਕੀਤਾ ਕਿ ਦੁਨੀਆ ਜਿਹੜੀ ਜੂਝ ਰਹੀ ਹੈ, ਜਦੋਂ ਤੁਸੀਂ ਦਿਮਾਗ ਦੇ ਕਿਸੇ ਵੀ ਡਿਪਾਰਟਮੈਂਟ ਕੋਲ ਜਾਂਦੇ ਆ, ਕਿਸੇ ਵੀ ਮੈਮਰੀ ਦੇ ਡਿਪਾਰਟਮੈਂਟ ਕੋਲ ਜਾਂਦੇ ਆ, ਤੇ ਉੱਥੇ ਤੁਹਾਨੂੰ ਜ਼ਿਆਦਾ ਤੌਰ ਦੇ ਉੱਤੇ ਜਿਹੜੇ ਬ੍ਰੇਨ ਟਿਊਮਰ ਦੇ ਪੇਸ਼ੈਂਟ ਉਹ ਜ਼ਿਆਦਾ ਮਿਲਣਗੇ। ਸੋ ਵਿਚਾਰੇ ਆਸ ਢਾਹ ਚੁੱਕੇ ਹੁੰਦੇ ਆ। ਸੋ ਉਹਨਾਂ ਨੂੰ ਬ੍ਰੇਨ ਟਿਊਮਰ ਕਿਉਂ ਹੋ ਗਿਆ,
ਇਹਦਾ ਕਾਰਨ ਛੋਟੇ-ਛੋਟੇ 2-3 ਕਾਰਨ ਆ ਜਿਹੜੇ ਮੈਂ ਦੱਸ ਦਿੰਦਾ। ਜੀ। ਤੋ ਜੇ ਕਿਸੇ ਭੈਣ ਭਾਈ ਦੇ ਦਿਮਾਗ ਦੇ ਵਿੱਚ ਸਿਰ ਦੇ ਵਿੱਚ ਹਲਕੀ ਪੁੜਪੜੀਆਂ ਦੋਨਾਂ ਦੇ ਵਿੱਚ ਦਰਦ ਰਹਿੰਦੀ ਹੈ ਜਾਂ ਸਿਰ ਦੇ ਬੈਕ ਸਾਈਡ ਤੇ ਦਰਦ ਰਹਿੰਦੀ ਹੈ ਤੇ ਪੁੜਪੜੀਆਂ ਨੂੰ ਦੱਬ ਕੇ ਦੇਖੋ, ਹੌਲੀ ਦਬਾ ਕੇ ਆਪਣੀਆਂ ਉਂਗਲਾਂ ਦੇ ਨਾਲ ਦੇਖੋ ਕਿ ਜੇ ਕੁਛ ਉੱਥੇ ਰੜਕਦਾ, ਤੁਹਾਡੀਆਂ ਨਾੜਾਂ ਸੁੱਜੀਆਂ ਲੱਗਦੀਆਂ ਤੇ ਦਰਦ ਜਿਹੜੀ ਤੁਹਾਡੀ ਜ਼ਿਆਦਾ ਚਿਰ ਤੋਂ ਹੈ ਤੇ ਉਹਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਕੋਈ ਗੱਠ ਹੋ ਸਕਦੀ ਹੈ, ਕੋਈ ਨਾ ਕੋਈ ਰਸੌਲੀ ਹੋ ਸਕਦੀ ਹੈ ਜਾਂ ਕੋਈ ਨਾ ਕੋਈ ਹੋਰ ਪ੍ਰੋਬਲਮ ਖੜੀ ਹੋ ਸਕਦੀ ਹੈ। ਤੋ ਅੱਜ ਦੇ ਸਮੇਂ ਦੇ ਵਿੱਚ ਸਾਡੇ ਸਾਰੇ ਕਲੀਨਿਕਾਂ ਦੇ ਉੱਤੇ ਮੈਂ ਸਰਵੇ ਕੀਤਾ ਪਿਛਲੇ ਹਫ਼ਤੇ ਹੀ ਕਿ ਕਹਿੰਦੇ ਜੀ ਕਿ ਇਹ ਜਿਹੜੇ ਪੇਸ਼ੈਂਟ ਹੈ ਇਹ ਬ੍ਰੇਨ ਟਿਊਮਰ ਵਾਲੇ ਇਹ ਬਹੁਤ ਜ਼ਿਆਦਾ ਆ ਰਹੇ ਹੈ। ਕੋਈ ਵਿਚਾਰਾ ਸਕੈਨਿੰਗ ਚੁੱਕੀ ਆਉਂਦਾ, ਕੋਈ MRI ਚੁੱਕੀ ਆਉਂਦਾ, ਕੋਈ ਅਲਟਰਾਸਾਊਂਡ ਚੁੱਕੀ ਆਉਂਦਾ। ਸੋ ਕਹਿਣ ਦਾ ਮਤਲਬ ਕਿ ਡਾਕਟਰ ਜਵਾਬ ਦੇ ਦਿੰਦੇ ਆ ਕਿ ਭਾਈ ਇਹਦਾ ਸਾਡੇ ਕੋਲ ਇਲਾਜ ਕੋਈ ਨਹੀਂ, ਜੇ ਇਲਾਜ ਕਰਾਂਗੇ ਇਹ 2% ਇਹਦੇ ਚਾਂਸਸ ਹੈ ਤੇ 98% ਦੇ ਚਾਂਸਸ ਹੈ ਨਹੀਂ ਆਪਰੇਸ਼ਨ ਕਰਨ ਦੇ ਨਾਲ। ਸੋ ਮਰੀਜ਼ ਫਿਰ ਆਯੁਰਵੈਦਿਕ ਦਾ ਗਿੱਲ ਸਾਹਿਬ ਸਹਾਰਾ ਲੈਂਦੇ ਆ। ਸੋ ਆਯੁਰਵੈਦਿਕ ਦੇ ਨਾਲ ਇਹ ਪੇਸ਼ੈਂਟ ਜਿਹੜੇ ਬਿਲਕੁਲ ਠੀਕ ਹੋ ਜਾਂਦੇ ਆ, ਗੱਠ ਉਹਨਾਂ ਦੀ ਠੀਕ ਹੋ ਜਾਂਦੀ ਹੈ, ਦੁਬਾਰਾ ਤੋਂ ਆਪਣੀ ਜ਼ਿੰਦਗੀ ਜਿਹੜੀ ਉਹ ਚੰਗੀ ਜੀਣ ਲੱਗ ਜਾਂਦੀ ਹੈ। ਸੋ ਜੇ ਕਿਸੇ ਭੈਣ ਭਾਈ ਦੇ ਸਿਰ ਦੇ ਵਿੱਚ ਹਲਕੀ ਦਰਦ ਰਹਿੰਦੀ ਹੈ ਜਾਂ ਡਿਪਰੈਸ਼ਨ ਦੇ ਵਿੱਚ ਹੈ, ਸਟ੍ਰੈਸ ਦੇ ਵਿੱਚ ਹੈ, ਐਂਗਜ਼ਾਇਟੀ ਹੈ, ਸਿਰ ਦੇ ਵਿੱਚ ਹੁੱਲਾਂ ਪੈਂਦੀਆਂ ਜਿਹਨੂੰ ਕਹਿੰਦੇ ਜੀ ਤਰਾਟਾਂ ਪੈਂਦੀਆਂ, ਚਟਾਕੇ ਪੈਂਦੇ ਹੈ, ਜਾਂ ਯਾਦ ਸ਼ਕਤੀ ਜਿਹੜੀ ਭੁੱਲਣ ਲੱਗ ਪਈ, ਧੌਣ ਦੇ ਪਿੱਛੇ ਦਰਦ ਹੈ ਸਿਰ ਦੇ ਵਿੱਚ ਜਾਂ ਪੁੜਪੜੀਆਂ 'ਚ ਦਰਦ ਹੈ ਤੇ ਇਹ ਤੁਹਾਡੀ ਪ੍ਰੋਬਲਮ ਹੋ ਹੀ ਸਕਦੀ ਹੈ। ਜਾਂ ਕਿਸੇ ਕੰਨ ਦੇ ਵਿੱਚ ਚਟਾਕੇ ਪੈਂਦੇ, ਚਟਾਕੇ ਦਾ ਮਤਲਬ ਕਿ ਦਰਦ ਹੁੰਦੀ ਹੈ, ਸਖਤ ਕੜਕ ਦਰਦ ਹੁੰਦੀ ਹੈ ਤੇ ਉਹਦੇ ਨਾਲ ਵੀ ਤੁਹਾਡੇ ਜਿਹੜੇ ਦਿਮਾਗ ਦੇ ਵਿੱਚ ਰਸੌਲੀ ਹੋ ਸਕਦੀ ਹੈ। ਸੋ ਇਹਨੂੰ ਤੁਸੀਂ ਐਵੇਂ ਹੀ ਨਹੀਂ ਗਵਾਉਣਾ, ਐਵੇਂ ਗੱਲ ਨੂੰ ਗਵਾਉਣਾ ਨਹੀਂ। ਜੇ ਪੁਰਾਣੇ ਸਮੇਂ ਤੋਂ ਤੁਹਾਡੇ ਦਰਦ ਹੋ ਰਹੀ ਹੈ ਤੇ ਆਪਣੇ ਡਾਕਟਰ ਕੋਲ ਜਾ ਕੇ MRI ਕਰਾਓ ਜਾਂ ਸਕੈਨਿੰਗ ਕਰਾਓ, ਜੋ ਵੀ ਡਾਕਟਰ ਕਹਿੰਦੇ ਆ, ਤੇ ਆਪਣਾ ਵਹਿਮ ਜ਼ਰੂਰ ਦੂਰ ਕਰ ਲਓ। ਜੇ ਨਹੀਂ ਹੈ ਤੇ ਸਭ ਤੋਂ ਚੰਗੀ ਗੱਲ ਹੈ, ਜੇ ਹੈਗੀ ਹੈ ਤੇ ਉਹਦੀ ਸਮੇਂ ਸਿਰ ਹੀ ਜੋ ਰੋਕਥਾਮ ਹੋ ਜੇ ਤੇ ਜਿਹੜੀ ਜ਼ਿੰਦਗੀ ਆ ਉਹ ਬਚਾਅ ਹੋ ਸਕਦਾ, ਉਹ ਲੰਬੀ ਜ਼ਿੰਦਗੀ ਆਪਾਂ ਜੀ ਸਕਦੇ ਹਾਂ। ਜੀ ਗਿੱਲ ਸਾਹਿਬ। ਅੱਛਾ ਜੀ, ਫਿਰ ਇਹਦਾ ਇਲਾਜ ਤਾਂ ਖੈਰ ਦਵਾਈਆਂ ਦੇ ਨਾਲ ਹੀ ਹੋਣਾ, ਆਯੁਰਵੇਦ ਦੀਆਂ ਨਾਲ, ਪਰ ਘਰੇਲੂ ਕੁਛ ਉਪਚਾਰ ਜਿਹੜਾ ਹੈ ਉਹ ਕੀ ਕਰ ਸਕਦੇ ਹਾਂ ਜੀ ਅਸੀਂ? ਤੇ ਇੱਕ ਇਹ ਦੱਸਿਓ ਵੀ ਕਈ ਵਾਰ ਉੱਪਰ ਵੀ ਗੁੰਮੀਆਂ ਨੇ, ਖੋਪੜੀ ਤੋਂ ਬਾਹਰ ਵੀ ਗੁੰਮੀਆਂ ਨੇ, ਉਹ ਤਾਂ ਨਹੀਂ ਡਰ ਵਾਲੀ ਗੱਲ? ਨਹੀਂ, ਦੇਖੋ ਜਿਹੜੀਆਂ ਉੱਪਰ ਵਾਲੀਆਂ ਗੁੰਮੀਆਂ ਉਹਦਾ ਵੀ ਕੋਈ ਡਰ ਨਹੀਂ। ਜੇ ਪਹਿਲੀ ਸਟੇਜ ਤੇ ਜਾਂ ਦੂਜੀ ਸਟੇਜ ਦੇ ਉੱਤੇ ਅੰਦਰ ਵੀ ਬ੍ਰੇਨ ਦੇ ਵਿੱਚ ਹੋ ਗਈ ਤੇ ਕੋਈ ਡਰ ਨਹੀਂ। ਇਹਦੇ ਵਾਸਤੇ ਕਰਕੂਮਾ ਕਹਿੰਦੇ ਆ ਹਲਦੀ ਨੂੰ। ਅੱਛਾ। ਹਲਦੀ ਦਾ ਐਕਸਟ੍ਰੈਕਟ ਜਿਹੜਾ ਕੱਢਣਾ, ਜਿੱਦਾਂ 100 ਕਿਲੋ ਹਲਦੀ ਲੈ ਲਈ ਹੈ, ਉਹਦਾ ਜੇ ਅਸੀਂ ਕਰਕੂਮਾ ਬਣਾਉਣਾ ਹੈ ਤੇ 450 ਗ੍ਰਾਮ ਉਹਦਾ ਬਣਦਾ 100 ਕਿਲੋ ਦੇ ਵਿੱਚੋਂ, ਬਾਕੀ ਸਾਰਾ ਵੇਸਟ ਜਾਂਦਾ। ਅੱਛਾ। ਸੋ ਉਹ ਜਿਹੜੀ ਹਾਂਜੀ, ਸੋ ਉਹਦੀ ਜਿਹੜੀ ਹੈ 250 ਮਿਲੀਗ੍ਰਾਮ ਦੀ ਗੋਲੀ ਸਵੇਰੇ ਹਲਦੀ ਦੀ, ਆਮ ਹਲਦੀ ਨਹੀਂ ਲੈਣੀ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਸੋ ਉਹਦਾ ਕਰਕੂਮਾ, ਸੋ ਉਹਦੀ ਗੋਲੀ ਸਵੇਰੇ ਸ਼ਾਮ ਤੇ ਪੁਨਰਵਾ ਇਟਸਿਟ ਜਿਹੜੀ ਆਪਾਂ ਖੇਤਾਂ ਦੇ ਵਿੱਚ ਆਮ ਹੀ ਸਾਡੇ ਬਜ਼ੁਰਗਾਂ ਨੂੰ ਪਤਾ, ਭੈਣ ਭਰਾਵਾਂ ਨੂੰ ਪਤਾ ਹੈ। ਸੋ ਜੇ ਇਹਦੀ ਵੀ ਗੋਲੀ 2 ਸਵੇਰੇ, ਇੱਕ ਕਰਕੂਮਾ ਦੀ ਗੋਲੀ ਹਲਦੀ ਦੀ, ਇੱਕ ਪੁਨਰਵਾ ਦੀ ਗੋਲੀ ਜੇ ਸਵੇਰੇ ਸ਼ਾਮ ਖਾਣੀ ਸ਼ੁਰੂ ਕਰ ਦਈਏ ਤੇ 2 ਮਹੀਨੇ ਬਾਅਦ ਜਾ ਕੇ ਅਲਟਰਾਸਾਊਂਡ ਕਰਾਈਏ, ਤੁਸੀਂ ਤੇ ਹੈਰਾਨ ਹੋਵੋਗੇ, ਡਾਕਟਰ ਵੀ ਹੈਰਾਨ ਹੋ ਜਾਣਗੇ ਕਿ ਇਹ ਕਿੱਦਾਂ ਠੀਕ ਹੋ ਗਿਆ। ਵਾਹ। ਸੋ ਇਹ ਜਿਹੜੀਆਂ ਚੀਜ਼ਾਂ ਅਜਮਾਈਆਂ ਹੋਈਆਂ, ਸਾਡੇ ਬਜ਼ੁਰਗਾਂ ਦੀਆਂ ਅਜਮਾਈਆਂ ਚੀਜ਼ਾਂ, ਜਿਹੜੀਆਂ ਅਸੀਂ ਆਪਣੇ ਕੋਲ ਨਹੀਂ ਰੱਖਦੇ, ਟੈਲੀਵਿਜ਼ਨ ਰੇਡੀਓ ਦੇ ਉੱਤੇ ਤੇ ਤੁਹਾਡੇ ਮਾਧਿਅਮ ਦੇ ਨਾਲ ਅਸੀਂ ਪਬਲਿਕ ਨੂੰ ਸਾਂਝੀਆਂ ਕਰਦੇ ਹਾਂ। ਸੋ ਜੇ ਕਿਸੇ ਵੀ ਭੈਣ ਭਾਈ ਨੂੰ ਕੋਈ ਦਿੱਕਤ ਹੈਗੀ ਹੈ, ਕੋਈ ਪ੍ਰੋਬਲਮ ਹੈਗੀ ਹੈ, ਇਹੋ ਜਿਹੀ ਸਿਰ ਦੀ, ਦਿਮਾਗ ਦੀ ਪ੍ਰੋਬਲਮ ਹੈ, ਸਰਵਾਈਕਲ ਦੀ ਪ੍ਰੋਬਲਮ ਹੈ, ਡਿਸਕ ਦੀ ਪ੍ਰੋਬਲਮ ਹੈ, ਗੋਡਿਆਂ ਦੀਆਂ ਦਰਦਾਂ, ਗੋਡਿਆਂ 'ਚ ਗੈਪ ਪੈ ਗਿਆ, ਡਾਕਟਰ ਕਹਿੰਦੇ ਗੋਡੇ ਬਦਲਣੇ ਆ ਜੀ, ਜਾਂ ਪੇਟ ਦੀਆਂ ਬਿਮਾਰੀਆਂ, ਕੋਈ ਲਿਵਰ ਦੀ ਬਿਮਾਰੀ ਹੈ, ਕੋਈ ਸੋਜ ਹੈ, ਕੋਈ ਗੈਸ ਹੈ, ਜਾਂ ਸਟ੍ਰੈਸ, ਡਿਪਰੈਸ਼ਨ, ਐਂਗਜ਼ਾਇਟੀ ਹੈਗੀ ਹੈ, ਤੇ ਤੁਸੀਂ ਬਲਵਿੰਦਰ ਰੂਬਲ ਜੀ ਨਾਲ ਜਾ ਕੇ ਉੱਥੇ ਗੱਲਬਾਤ ਕਰ ਸਕਦੇ ਆ। ਸਾਡਾ ਜਿਹੜਾ ਫੋਨ ਨੰਬਰ ਹੈ 7789170444। ਸੋ ਇਹ ਸਰੀ ਦਾ ਨੰਬਰ ਹੈ, ਟੋਰਾਂਟੋ ਦਾ ਨੰਬਰ
905 874 3333। ਸੋ ਸਾਡੇ ਕੋਲ ਸਾਰੀਆਂ ਜਿਹੜੀਆਂ ਅਸੀਂ ਆਯੁਰਵੈਦਿਕ ਥੈਰੇਪੀਆਂ ਤੇ ਨਾਲ ਆਯੁਰਵੈਦਿਕ ਟ੍ਰੀਟਮੈਂਟ ਜਿਹੜਾ ਉਹ ਦਿੰਦੇ ਆ, ਕਿਉਂਕਿ ਬ੍ਰੇਨ ਵਾਲੇ ਜਿਹੜੇ ਪੇਸ਼ੈਂਟ ਆ ਇਹਨਾਂ ਨੂੰ ਚੈੱਕ ਕਰਨਾ ਜ਼ਰੂਰੀ ਹੁੰਦਾ। ਜੀ ਜੀ। ਸੋ ਜੇ ਤੁਹਾਡੇ ਸਿਰ ਦੇ ਵਿੱਚ ਦਰਦ ਹੈ ਜਾਂ ਹੁੱਲਾਂ ਪੈਂਦੀਆਂ ਜਾਂ ਕੋਈ ਇਹੋ ਜਿਹੀ ਪ੍ਰੋਬਲਮ ਹੈ ਤੇ ਤੁਸੀਂ ਸਾਡੇ ਕਿਸੇ ਵੀ ਕਲੀਨਿਕ ਦੇ ਉੱਤੇ ਕੰਟੈਕਟ ਕਰਕੇ ਮਿਲ ਕੇ ਆਪਣੀ ਨਬਜ਼ ਦਿਖਾ ਕੇ ਤੇ ਇਲਾਜ ਕਰਾ ਕੇ ਖੁਸ਼ੀਆਂ ਪ੍ਰਾਪਤ ਕਰ ਸਕਦੇ ਆ ਜੀ। ਗਿੱਲ ਸਾਹਿਬ ਧੰਨਵਾਦ ਜੀ। ਫਿਰ ਵੈਦ ਜੀ 15 ਦਿਨਾਂ ਨੂੰ ਫੇਰ ਗੱਲਬਾਤ ਹੋਏਗੀ। ਧੰਨਵਾਦ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉੱਗੇ ਵੈਦ ਰੂਬਲ ਜੀ ਗੱਲਬਾਤ ਕਰ ਰਹੇ ਸੀ। ਇੱਕ ਬੇਨਤੀ ਕਰਾਂ ਕਿ ਦੁੱਧ ਦੇ ਵਿੱਚ ਹਲਦੀ ਚਮਚੇ ਦਾ ਚੌਥਾ ਹਿੱਸਾ, ਮੂਰਲੀ ਚੁੰਝ ਜੀ, ਉਹ ਤਾਂ ਉਬਾਲ ਕੇ ਪੀਣੀਓ ਸ਼ੁਰੂ ਕਰੋ ਨਾ ਆਥਣੇ। ਗੋਲਡਨ ਮਿਲਕ ਉਹਨੂੰ ਕਹਿੰਦੇ ਨੇ। ਕੇਸਰ ਦੀਆਂ 5-4 ਤੁਰੀਆਂ ਸਿੱਟ ਲਓ, ਵਧੀਆ। ਕੇਸਰ ਸਾਰਿਆਂ ਲਈ ਚੰਗਾ ਹੁੰਦਾ, ਇਕੱਲੇ ਬੰਦੇ ਲਈ ਨਹੀਂ ਚੰਗਾ ਹੁੰਦਾ। ਬਲੈਤ ਦਾ ਮਹਾਰਾਜਾ ਤੇ ਉਹਦੀ ਘਰ ਵਾਲੀ ਕੈਨੇਡਾ ਦੇ ਦੌਰੇ 'ਤੇ ਨੇ। ਸਿੱਖਾਂ ਦੀ ਟੀਸ ਆ ਜਿਹੜੀ ਉਹ ਬੜੀ ਉੱਠਦੀ ਹੈ ਇਹਨਾਂ ਨੂੰ ਦੇਖ ਕੇ। 1839 ਤੋਂ 1849 10 ਸਾਲ ਦਾ ਸਮਾਂ ਸਰਕਾਰੇ ਖਾਲਸਾ ਨੂੰ ਨੇਸ ਤੋਂ ਨਾਬੂਦ ਕਰਕੇ ਉਹਨਾਂ ਦੇ ਗੁਰਮੁਖੀ ਦੇ ਕਾਇਦਿਆਂ ਨੂੰ ਸਾੜ ਕੇ ਫੂਕ ਕੇ ਸਾਰਾ ਉਹਨਾਂ ਦਾ ਚੱਕ ਕੇ ਤਖਤ ਚੱਕ ਕੇ ਸਣੇ ਜਵਾਕ ਉਹਨਾਂ ਮਹਾਰਾਜਾ ਸਰਕਾਰੇ ਖਾਲਸੇ ਨੂੰ ਚੱਕ ਕੇ ਲਿਆ ਕੇ ਜ਼ੁਲਮ ਦੀ ਇੰਤਹਾ ਹੋ ਗਈ ਅਤੇ ਈਸਾਈ ਬਣਾ ਦਿੱਤਾ। ਅਤੇ ਅਖੀਰ ਗੁੰਮਨਾਮ ਦੀ ਜ਼ਿੰਦਗੀ ਦੇ ਵਿੱਚ ਪੈਰਿਸ ਦੇ ਵਿੱਚ ਸਰਕਾਰੇ ਖਾਲਸਾ ਦਾ ਆਖਰੀ ਸ਼ਹਿਜ਼ਾਦਾ ਦਮ ਤੋੜ ਗਿਆ। ਇੱਕ ਵਾਰ ਨਹੀਂ ਹੋਈ, ਉਹਦੇ ਬਾਅਦ ਫਿਰ ਹਥਿਆਰ ਸਟਾ ਕੇ ਸਰਕਾਰੇ ਖਾਲਸਾ ਦੀ ਫੌਜ ਤੋਂ ਉਹਨਾਂ ਨੂੰ ਹੀਣਤਾ 'ਚ ਲਿਆਂਦਾ। ਫਿਰ ਉਹਨਾਂ ਨੂੰ ਨੌਕਰ ਕੀਤਾ, ਜੈਲਦਾਰ, ਸਫੈਦ ਪੋਸ਼, ਨੰਬਰਦਾਰ ਪਿੰਡਾਂ ਦੇ ਉਹਨਾਂ ਰਾਹੀਂ ਭਰਤੀ ਕੀਤੀ ਅਤੇ ਪਹਿਲੇ ਵਿਸ਼ਵ ਯੁੱਧ 'ਚ ਫਿਰ ਤੱਕ ਤੇ ਚਲੋ ਸਾਰੇ ਯੂਰਪ ਦੇ ਵਿੱਚ ਖਬਰਾਂ ਗਵਾਹੀ ਦਿੰਦੀਆਂ ਕਿ ਇਸ ਸਾਮਰਾਜ ਨੂੰ ਬਚਾਉਂਦੇ ਹੋਏ 99,000 ਫਿਰ ਸ਼ਹੀਦੀਆਂ ਦੇ ਗਏ। ਅਤੇ ਉਹਦੇ ਇਵਜ਼ 'ਚ ਮਿਲਿਆ ਕੀ? 4 ਸਿੱਖਾਂ ਨੂੰ ਸੱਦ ਕੇ ਪੈਲਸ ਦੇ ਵਿੱਚ ਸਤਿਕਾਰ ਦੇਤਾ ਅਤੇ ਬੱਲੇ 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 ਦੇਖੋ ਤਾਂ ਸਹੀ ਕੌਮ ਨੇ ਦਿੱਤਾ ਕੀ। ਖੱਪ ਗਏ, ਮਰ ਗਏ। ਕੋਈ ਮਲਾਇਆ ਦੇ ਵਿੱਚ ਕਿਸੇ ਦੀਆਂ ਕਬਰਾਂ ਰਹਿ ਗਈਆਂ, ਕੋਈ ਕਿਤੇ ਰਹਿ ਗਿਆ, ਕੋਈ ਕਿਤੇ ਰਹਿ ਗਿਆ। ਬਸਰੇ ਬਗਦਾਦ ਤੱਕ ਬਜ਼ੁਰਗ ਇਹਨਾਂ ਨੂੰ ਸਰਵ ਕਰਦੇ ਰਹੇ। ਅਤੇ 47 ਜਿਹੜੀ ਹੈ ਆਉਣੇ ਵਾਲੀ ਹੈ ਕਿਤਾਬ, ਇੱਕ ਮੇਰੇ ਕੋਲ ਪਹੁੰਚ ਰਹੀ ਹੈ 47 ਦੀ ਚੀਸ ਹੈ ਜਿਹੜੀ ਕਤਲੋਗਾਰਤ ਜਿਹੜੀ ਲਹਿੰਦੇ ਪੰਜਾਬ ਦੇ ਲੇਖਕਾਂ ਨੇ ਲਿਖੀ ਆ। ਉਹ ਮੈਂ ਤੁਹਾਨੂੰ ਕਹਾਣੀਆਂ ਸੁਣਾਉਣੀਆਂ ਜੁਲਾਈ ਅਤੇ ਅਗਸਤ ਦੇ ਵਿੱਚ ਕਿ ਕੀ ਕੁਛ ਨਹੀਂ ਹੋਇਆ। ਵਫਾ ਕਿਤੇ ਵੀ ਨਹੀਂ ਮਿਲੀ। ਦੇਸ਼ ਉਜਾੜਿਆ, ਰਾਜ ਉਜਾੜਿਆ। ਫਿਰ 2 ਸੰਸਾਰ ਯੁੱਧਾਂ ਦੇ ਵਿੱਚ ਸਿੱਖਾਂ ਨੇ ਆਪਣੀ ਜ਼ਿੰਦਗੀ ਦੇਤੀ। ਦੁਬਾਰਾ 47 ਦੇ ਵਿੱਚ ਉਹ ਕੁਛ ਕਰਕੇ ਗਏ, ਇੱਕ ਦੇਸ਼ ਦਾ ਸੱਤਿਆਨਾਸ਼ ਕਰ ਗਏ। ਝੁਕ ਝੁਕ ਸਲਾਮਾਂ ਹਲੇ ਵੀ ਲੋਕ ਕਰਦੇ ਨੇ। ਸੱਚ ਕਹਿਣ ਦੀ ਜ਼ਰੂਰਤ ਨਹੀਂ ਹੈ। ਜਾ ਕੇ ਮਹਿਲ ਅਤੇ ਮਿਊਜ਼ੀਅਮ ਦੇ ਵਿੱਚ ਪਏ ਮਹਾਰਾਜੇ ਦਾ ਸਮਾਨ, ਸਾਡੇ ਮਹਾਰਾਜੇ ਦਾ ਸਮਾਨ ਜਾਂ ਭਾਰਤ ਦੀ ਸੰਸਕ੍ਰਿਤੀ ਤੋਂ ਭਾਰਤ ਤੋਂ ਲਿਆਂਦਾ ਸਮਾਨ ਵੇਖ ਵੇਖ ਕੇ ਖੁਸ਼ ਹੋ ਰਹੇ ਨੇ। ਅਤੇ 1-2 ਸੂਚਨਾਵਾਂ ਹੋਰ ਦੇ ਦਿਆਂ ਕਿ ਚੋਰੀਆਂ ਬਹੁਤ ਹੋ ਰਹੀਆਂ। ਐਬਸਪੁਰ ਦੇ ਕਲਡੀ ਸੈਕ 'ਚ ਨਵੇਂ ਬਣੇ ਘਰ ਦੇ ਵਿੱਚ ਪਿਛਲਾ ਜਿਹੜਾ ਸਲਾਈਡਿੰਗ ਡੋਰ ਖੁੱਲ੍ਹਾ ਰਹਿ ਗਿਆ, ਉਹਦੇ ਵਿੱਚੋਂ ਇੱਕ ਗੋਰੀ ਕੁੜੀ ਚੜ੍ਹੀ ਤੇ ਸਾਰਾ ਕੁਛ ਜਿਹੜਾ ਚੁੱਕ ਕੇ ਫੋਨ ਤੇ ਲੈਪਟਾਪ ਤੇ ਜੇ ਤੇ ਬੋ ਚੱਕ ਕੇ ਆਓ ਗਈ। ਖਿਆਲ ਰੱਖੋ। ਦੂਸਰੀ ਗੱਲ ਜਿਹੜੀ ਰੋਮਨ ਦੱਸ ਕੇ ਹਟਿਆ 264 ਤੋਂ 250 ਤੱਕ ਅੱਜ ਸਵੇਰੇ 1-2 ਡੰਪ ਟਰੱਕ ਟਰਾਂਸਪੋਰਟ ਵਾਲਿਆਂ ਨੂੰ ਪੁਲਿਸ ਨੇ ਘੇਰ ਲਿਆ ਵੀ ਟਰੱਕ ਡੋਲਦਾ ਕਿਉਂ, ਕੋਈ ਖਾਧਾ ਪੀਤਾ ਤਾਂ ਨਹੀਂ, ਫੂਕਾ ਮਰਾਉਣ ਲੱਗ ਗਏ ਖੜਾ ਕੇ ਸਵੇਰੇ। ਕਾਰਨ ਕੀ ਹੈ? ਬਾਹਰਲੀਆਂ ਲੇਨਾਂ ਜਿਹੜੀਆਂ ਨੇ ਉਹ ਦਬ ਗਈਆਂ ਅਤੇ ਟਰੱਕ ਝੋਲ ਮਾਰਦਾ। 264 ਤੋਂ 250 ਤੱਕ ਵੈਸਟ ਬਾਉਂਡ ਹੈਵੀ ਟਰੱਕਰ ਜਿਹੜਾ ਨੇ ਉਹ ਖਿਆਲ ਰੱਖਿਓ ਜੀ ਚਲਾਉਣ ਵੇਲੇ।
ਇਹ ਬਹੁਤ ਖਿਆਲ ਰੱਖਣ ਦੀ ਲੋੜ ਹੈ। ਤੇ ਸੋਗਮਈ ਸੂਚਨਾ ਦੇ ਦਿਆਂ ਇੱਕ ਸਰਦਾਰ ਹਰਵੰਸ ਸਿੰਘ ਚਾਹਲ ਜਿਹੜੇ 12 ਮਈ ਨੂੰ ਸਵਰਗਵਾਸ ਹੋ ਗਏ ਰਾਏਕੋਟ ਤੋਂ। ਉਹਨਾਂ ਦਾ ਅੰਤਿਮ ਸੰਸਕਾਰ 22 ਮਈ ਨੂੰ 2 ਵਜੇ ਡੈਲਟਾ ਦੇ ਵਿੱਚ ਰਿਵਰਸਾਈਡ ਫਿਊਨਰਲ ਹੋਮ 'ਚ, 3 ਵਜੇ ਨਾਨਕਸਰ ਗੁਰਦੁਆਰਾ ਸਾਹਿਬ ਵੈਸਟਮਿੰਸਟਰ ਹਾਈਵੇ ਸਟੂਡੀਓ ਦੇ ਨੇੜੇ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਦੇ ਵਿੱਚ ਅੰਤਮ ਅਰਦਾਸ ਹੈ। ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਸਕਦੇ ਹੋ। 778 707 7820 778 707 7820। ਤੇ ਜਿਵੇਂ ਕੱਲ੍ਹ ਵੀ ਸੂਚਨਾ ਦਿੱਤੀ ਸੀ ਕਿ 3 ਦਿਨਾਂ ਗੁਰਮਤਿ ਸਮਾਗਮ 20, 21, 22 ਮਈ ਨੂੰ ਸਰੀ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਿਹਾ ਹੈ। ਮਨ ਦੀ ਕਥਾ, ਦ ਪਾਥ ਆਫ ਗॉड, ਦ ਸਟੋਰੀ ਆਫ ਦ ਮਾਈਂਡ, ਕੀਰਤਨ, ਅਕਥ ਕਥਾ ਤੇ ਸਿਮਰਨ। ਭਾਈ ਅਜੀਤ ਸਿੰਘ ਜੀ ਯੂਕੇ ਵਾਲੇ ਪਹੁੰਚ ਰਹੇ ਨੇ। ਸ਼ੁੱਕਰਵਾਰ 20 ਮਈ ਨੂੰ 6 ਤੋਂ 9 ਵਜੇ ਤੱਕ, ਸ਼ਨੀਚਰਵਾਰ 21 ਮਈ ਨੂੰ ਉਹੀ ਸਮਾਂ 6 ਤੋਂ 9 ਤੱਕ, ਐਤਵਾਰ ਨੂੰ ਸਵੇਰੇ 9 ਤੋਂ 1 ਵਜੇ ਤੱਕ। ਜਾਣਕਾਰੀ ਕੋਈ ਲੈਣੀ ਹੋਵੇ 604 690 1122 ਤੇ ਜਾਂ smaagam@ssocan.ca। ਇਹ ਸਮਾਗਮ ਦੀ ਬਹੁਤ ਉਡੀਕ ਰਹਿੰਦੀ ਹੈ ਸੰਗਤਾਂ ਨੂੰ, ਤੇ ਸਮਾਗਮ ਜਿਹੜੇ ਨੇ ਉਹ 20, 21, 22 ਨੂੰ ਹੋ ਰਹੇ ਨੇ। ਤੁਹਾਡੀ ਸਾਰਿਆਂ ਦੀ ਮੰਗ ਹੈ ਜੀ ਫੇਸਬੁੱਕ 'ਤੇ ਕਹਾਣੀ ਨੂੰ ਤੁਸੀਂ ਲਾਈਵ ਵੀ ਵੇਖਣਾ ਚਾਹੁੰਦੇ ਹੋ ਨਾ, ਅੱਜ ਕਹਾਣੀ ਲਾਈਵ ਵੀ ਨਾਲ ਕਰਦੇ ਹਾਂ। ਤੇ ਜਿਹੜੀ 264 ਤੋਂ 250 ਵਾਲੀ ਗੱਲ ਮੈਂ ਦੱਸੀ ਆ ਨਾ, ਲੇਨਸ ਜਿਹੜੀਆਂ ਦਬ ਗਈਆਂ, ਜਦ ਉਹਨਾਂ 'ਚ ਟਾਇਰ ਪੈਂਦੇ ਆ ਡੰਪ ਟਰੱਕਾਂ ਦੇ, ਟਰਾਂਸਫਰਾਂ ਦੇ, ਉਹ ਘੁੰਮ ਜਾਂਦੇ ਆ। ਤੇ ਪੁਲਸੀਏ ਅੱਜ ਸਵੇਰੇ ਖੜਾਉਣ ਲੱਗ ਗਏ, ਪੁਲਿਸ ਵਾਲੇ ਨੇ ਬੰਦੇ ਰੋਕ ਤੇ ਵੀ ਤੇਰਾ ਹੱਥ ਘੁੰਮਦਾ। ਉਹ ਕਹਿੰਦਾ ਤੂੰ ਵਿੱਚ ਬਹਿ ਕੇ ਚਲਾ ਕੇ ਦੇਖ ਫਿਰ ਹੱਥ ਘੁੰਮਦਾ ਕਿ ਨਹੀਂ। ਫੂਕਾਂ ਮਰਾਉਣ ਲੱਗਿਓ ਸਵੇਰੇ ਹੀ। $100 ਘੰਟੇ ਦੀ ਦਿਹਾੜੀ ਹੈ, ਮਸਾਂ ਖਰਚੇ ਪੂਰੇ ਹੁੰਦੇ ਆ। ਤੇ ਮੰਨਦਾ ਹੈ ਕਿ ਤੁਸੀਂ ਅਮਨ ਕਾਨੂੰਨ ਨੂੰ ਸਹੀ ਰੱਖਣਾ, ਪਰ ਬੰਦੇ ਦਾ ਪਤਾ ਲੱਗ ਜਾਂਦਾ ਵੇਖੇ ਤੇ। ਚਲੋ ਉਹਨਾਂ ਨੇ ਵੀ ਕਾਫੀ ਜੋਗਾ ਕਰਨਾ ਹੀ ਹੁੰਦਾ। ਅੱਜ ਦੀ ਕਹਾਣੀ ਜਿਹੜੀ ਹੈ ਉਹ ਬਲਵੰਤ ਗਾਰਗੀ ਜੀ ਦੀ ਹੈ। ਸੰਵੇਦਨਸ਼ੀਲ ਕਹਾਣੀ ਹੈ ਬਹੁਤ। ਬਲਵੰਤ ਗਾਰਗੀ ਜੀ ਦੀ ਕਹਾਣੀ ਗਰਮ ਝੱਗ। ਇਸ ਨੂੰ ਲਾਈਵ ਨਾਲ ਕਰ ਰਹੇ ਹਾਂ ਜੀ। ਸਰਦਾਰਨੀ ਸਤਵੰਤ ਕੌਰ ਕੋਲ ਰਾਇਲ ਹੇਅਰ ਕਟਿੰਗ ਸਲੂਨ ਦਾ ਨੌਕਰ ਆ ਕੇ ਉਹਦੇ ਹੱਥ ਵਿੱਚ ਮੈਲ ਲੱਗੀ ਬੰਨੀ ਹੋਈ ਪੱਗ ਦੇ ਗਿਆ ਹੱਥ 'ਚ। ਕਾਕਾ ਜੀ ਅੱਜ ਸਾਡੀ ਦੁਕਾਨ 'ਤੇ ਬਾਲ ਕਟਾਉਣ ਆਏ ਸੀ ਸਰਦਾਰਨੀ ਜੀ, ਆ ਪੱਗ ਉੱਥੇ ਛੱਡਿਆ। ਸਰਦਾਰਨੀ ਦੇ ਕਾਲਜੇ 'ਚ ਮੁੱਕੀ ਵੱਜੀ। ਉਹਨੂੰ ਪਤਾ ਲੱਗ ਗਿਆ ਕਿ ਉਹਦੇ ਇਕਲੌਤੇ ਪੁੱਤ ਹਰਕਿਸ਼ਨ ਸਿੰਘ ਨੇ ਕੇਸ ਕਤਲ ਕਰਾ ਦਿੱਤੇ। ਉਹਨੇ ਮੂੰਹ ਫੇਰ ਲਿਆ ਤੇ ਧਾਹਾਂ ਮਾਰਨ ਲੱਗ ਗਈ। ਉਹ ਪੱਗ ਨਹੀਂ ਸੀ ਦੇਖਣਾ ਚਾਹੁੰਦੀ। ਕਈ ਸਾਲ ਪਹਿਲਾਂ ਵੱਡਾ ਪੁੱਤ ਏਅਰ ਫੋਰਸਿਸ ਪਾਇਲਟ ਸੀ, ਕਸ਼ਮੀਰ ਦੀ ਜੰਗ 'ਚ ਮਾਰਿਆ। ਉਹਦੀ ਵੀ ਪੱਗ ਤੇ ਸਮਾਨ ਇਸ ਤਰ੍ਹਾਂ ਹੀ ਏਅਰ ਕਮਾਂਡਰ ਛੱਡ ਕੇ ਗਿਆ ਸੀ। ਅੱਜ ਦੂਜੇ ਪੁੱਤ ਨੇ ਇਹ ਕੰਮ ਕਰ ਦਿੱਤਾ। ਬਹੁਤ ਵਾਰ ਮਾਂ ਨਾਲ ਝਗੜਾ ਹੁੰਦਾ ਪੁੱਤ ਦਾ। ਮਾਂ ਜਿਹੜੀ ਚੇਤਾਵਨੀ ਦਿੰਦੀ, ਜੇ ਤੂੰ ਇਹ ਕਾਰਾ ਕੀਤਾ ਸਾਰੀ ਉਮਰ ਮੈਂ ਤੇਰੇ ਮੱਥੇ ਨਹੀਂ ਲੱਗਣਾ, ਮਾਂ ਕਹਿੰਦੀ। ਘੰਟਾ ਘੰਟਾ ਵਾਲ ਝੱਸਦੀ, ਵਾਲਾਂ ਦੀਆਂ ਜੜ੍ਹਾਂ 'ਚ ਤੇਲ ਝੱਸਦੀ, ਖੂਬਸੂਰਤ ਲੰਮੇ ਕੇ ਜਿਹੜੇ ਰੇਸ਼ਮੀ ਕੇਸ ਸੀ, ਪੱਗ ਬੰਨਣੀ ਸਿਖਾਈ। ਪਿਓ ਕੁਛ ਸਾਲ ਪਹਿਲਾਂ ਬਹੁਤ ਜ਼ਿਆਦਾ ਛੱਡ ਕੇ ਦਿੱਲੀ 'ਚ ਪਰਲੋਕ ਸੁਧਾਰ ਗਿਆ। ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ। ਹਰਕਿਸ਼ਨ ਉਹਦੇ ਪਤੀ ਦੀ ਨਿਸ਼ਾਨੀ ਸੀ, ਹੋਰ ਘਰ 'ਚ ਕੋਈ ਨਹੀਂ ਸੀ। ਹਰਕਿਸ਼ਨ ਮਾਂ ਦੇ ਨਾਲ ਪੜ੍ਹਨ ਤੋਂ ਬਾਅਦ FA 'ਚ ਉਹ ਜ਼ਰੂਰਤ ਨਾ ਕਰ ਸਕਿਆ। ਮਨੋਵਿਗਿਆਨ ਦੀ MA ਕਰ ਲਈ। ਫਿਰ ਧਾਰਮਿਕ ਚਿੰਨ੍ਹ ਉਹਨੂੰ ਵਹਿਮ ਜਾਪਣ ਲੱਗੇ। ਉਹ ਦਲੀਲ ਦਿੰਦਾ ਕਿ ਮੇਰੀ ਸਿੱਖ ਹੀ ਕੇਸ ਪੱਗ ਤੇ ਕੜੇ 'ਚ ਥੋੜ੍ਹਾ, ਮਨ 'ਚ ਗੁਰੂ ਵਸਣਾ ਚਾਹੀਦਾ। ਉਹਦੀ ਸਿੱਖਿਆ 'ਤੇ ਅਮਲ ਕਰਦੇ ਹੋ ਸਿੱਖ ਹੋ। ਸਹਿਜਧਾਰੀ ਵੀ ਸਿੱਖ ਹੁੰਦੇ ਹੀ ਨੇ। ਕੈਨੇਡਾ 'ਚ ਬਹੁਤ ਸਿੱਖ ਨੇ ਜਿਹੜੇ ਸਿਰ 'ਤੇ ਦਸਤਾਰ ਨਹੀਂ ਸਜਾਉਂਦੇ, ਉਹ ਸਿੱਖ ਨਹੀਂ। ਗੱਲਾਂ ਬਹਿ ਕੇ ਦਿੱਲੀ 'ਚ ਪੱਛਮੀ ਜਗਤ ਦੀਆਂ ਕਰਦਾ। ਉਹਨੂੰ ਆਪਣੇ ਧਾਰਮਿਕ ਵਹਿਮਾਂ ਤੋਂ ਖਿਝ ਆਉਣ ਲੱਗੀ। ਇੱਕ ਦਿਨ ਉਹ ਮਾਂ ਨਾਲ ਝਗੜ ਪਿਆ।
ਮਾਂ ਨੇ ਕਿਹਾ, ਤੈਨੂੰ ਪਤਾ ਹੈ ਕਿਹੜੇ ਪਿਆਰ ਨਾਲ ਤੈਨੂੰ ਮੈਂ ਪਾਲਿਆ ਹਰਕਿਸ਼ਨ? ਜੰਮਿਆ ਜਦ ਤੁਸੀਂ ਗੁਰਦੁਆਰਾ ਸੀਸਗੰਜ ਲਿਜਾ ਕੇ ਤੈਨੂੰ ਚੂਲੀ ਦਿੱਤੀ ਸੀ, ਅੰਮ੍ਰਿਤ ਵੀ ਛਕਾਇਆ। ਇਹ ਵੰਸ਼ 'ਚ ਕਦੇ ਕਿਸੇ ਨੇ ਟੱਬਰ 'ਚ ਵਾਲ ਨਹੀਂ ਕੱਟੇ। ਸਿੱਖ ਦੀ ਰੀਤ ਤੇ ਸਿੱਖੀ ਦੀ ਰੀਤ ਨੂੰ ਭੰਗ ਕਰੇਗਾ ਤੂੰ, ਮਾਂ ਦੀ ਹੱਤਿਆ ਕਰੇਗਾ। ਇੱਥੇ ਤੱਕ ਮਾਂ ਨੇ ਕਹਿਣਾ। ਨੌਜਵਾਨ ਖੂਨ ਨੇ ਬਗਾਵਤ ਕਰ ਦਿੱਤੀ ਤਾਂ ਮੂਹਰੇ ਖੜਾ ਮਾਂ ਨੂੰ ਕਹਿੰਦਾ, ਮੈਨੂੰ ਪਤਾ ਪਾਪਾ ਜੀ ਜਿਹੜੇ ਠੇਕੇਦਾਰ ਸੀ ਬੜੇ, ਉਹਨਾਂ ਨੇ ਗਰੀਬਾਂ ਦਾ ਖੂਨ ਨਿਚੋੜ ਕੇ ਰੁਪਈਆ ਇਕੱਠਾ ਕੀਤਾ, ਝੂਠੇ ਹਿਸਾਬ ਨਾਲ ਟੈਕਸ ਬਚਾਏ। ਸਿੱਖ ਸੀ ਉਹ, ਮਲਕ ਭਾਗੋ ਸੀ, ਤੇ ਫਿਰ ਉਹਨਾਂ ਦੀ ਕੋਠੀ, ਉਹਨਾਂ ਦੀਆਂ ਗੱਡੀਆਂ ਕਾਰਾਂ 'ਚ ਤੁਰਿਆ ਫਿਰਦਾ। ਛੱਡਦੇ ਫਿਰ, ਰਹਿ ਬਾਹਰ ਇਸ ਘਰ ਤੋਂ। ਮਾਂ ਮੂਹਰੇ ਪੈ ਗਈ। ਉਹੀ ਕਮਾਈ ਨਾਲ ਐਮਏ ਕੀਤੀ ਹੈ, ਉਹਦੇ ਨਾਲ ਹੀ ਆ ਮਹਿੰਗੇ ਸੂਟ ਤਰਫਲੇ ਲਾਈ ਫਿਰਦਾ। ਹਰ ਤੀਜੇ ਦਿਨ ਕਨਾਟ ਪਲੇਸ ਜਾ ਵੜਦਾ, ਪੈਸੇ ਉਹੀ ਨੇ। ਹੁਣ ਦੁੱਖ ਦਿੰਦਾ ਮੈਨੂੰ? ਮਾਂ ਪੁੱਤ ਚੁੱਪ ਕਰ ਗਏ। ਹਰਕਿਸ਼ਨ ਨੂੰ ਮਾਂ ਅੰਧ ਵਿਸ਼ਵਾਸੀ ਲੱਗਦੀ। ਨਿਸ਼ਚਾ ਧਾਰ ਕੇ ਇੱਕ ਦਿਨ ਰਾਇਲ ਹੇਅਰ ਕਟਿੰਗ ਸਲੂਨ 'ਤੇ ਗਿਆ। ਵੱਡੇ ਸ਼ੀਸ਼ੇ ਦੀ ਵੱਡੀ ਕੁਰਸੀ ਦੇ ਮੂਹਰੇ ਬਹਿ ਗਿਆ, ਪੱਗ ਲਾ ਕੇ ਨਿੱਕੀ ਮੇਜ਼ 'ਤੇ ਰੱਖਤੀ। ਚਿਹਰਾ ਵੱਡੇ ਸ਼ੀਸ਼ੇ ਦੇਖਿਆ, ਜੂੜਾ ਖੋਲ ਕੇ ਲੰਬੇ ਵਾਲ ਪਿੱਛੇ ਨੂੰ ਸੜਤੇ। ਕੋਲ ਆ ਕੇ ਬਾਰ-ਬਾਰ ਨਾਈ ਨੇ ਕਿਹਾ, ਵਾਲ ਕਟਾਓਗੇ? ਹਾਂ। ਉਹ ਮੋਮੀ ਕਿਤਾਬ ਚੱਕ ਲਿਆਇਆ ਜਿਹਦੇ ਵਿੱਚ ਵਾਲਾਂ ਦੇ ਡਿਜ਼ਾਈਨ ਸੀ। ਲਓ ਦੇਖੋ ਜੀ, ਕਿਹੜੇ ਫਿਰ ਕਟਾਉਣੇ ਨੇ, ਕਿਹੋ ਜਿਹੇ ਬਣਾਵਾਂ? ਪਰ ਉਹ 'ਚ ਕੋਈ ਦਿਲਚਸਪੀ ਨਹੀਂ ਸੀ। ਉਹਨੇ ਕਿਤਾਬ ਪਰੇ ਰੱਖਤੀ ਤੇ ਕੈਂਚੀ। ਹਰਕਿਸ਼ਨ ਨੇ ਦੁਬਾਰਾ ਫੇਰ ਚਿਹਰਾ ਵੇਖਿਆ। ਕ੍ਰਿਚ ਪਹਿਲੀ ਆਵਾਜ਼ ਜਦ ਕੰਨ 'ਚ ਆਈ, ਉਹਦੇ ਬਾਅਦ ਕ੍ਰਿਚ 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 ਕਰਦੇ। 25 ਸਾਲ ਦੀ ਉਮਰ ਸੀ, ਅੱਖਾਂ ਮੀਚਲੀਆਂ। ਜਦ ਸਿਰ ਨੂੰ ਝੱਸ ਕੇ ਬਾਰਬਰ ਨੇ ਕਿਹਾ, ਦੇਖੋ ਤਾਂ ਅੱਖਾਂ ਖੋਲ੍ਹੋ। 15,000 ਖਿਆਲ ਆਏ ਅੱਖਾਂ ਮੀਚਦੇ 15 ਮਿੰਟ 'ਚ। ਪਤਾ ਨਹੀਂ ਕਿੰਨੀਆਂ ਕੀੜੀਆਂ ਸਿਰ ਨੂੰ ਚਿੰਬੜ ਗਈਆਂ, ਸਰੀਰ ਨੂੰ ਖਾ ਰਹੀਆਂ ਸੀ। ਕਿਤੇ ਕਿਤੇ ਉਹ ਇਕੱਠੀਆਂ ਹੁੰਦੀਆਂ ਘੁੱਪਾ ਜਿਹਾ ਬਣਦੀਆਂ। ਕਾਲੇ ਤਿਲਾਂ ਦਾ ਪਿੰਨਾ ਇੱਕਦਮ ਉੱਧੜ ਗਿਆ, ਫਿਰ ਖਿੰਡ ਗਿਆ। ਲਓ ਜਨਾਬ ਦੇਖੋ ਫਿਰ, ਨਾਈ ਨੇ ਕਿਹਾ। ਹਰਕਿਸ਼ਨ ਨੇ ਅੱਖਾਂ ਖੋਲ੍ਹੀਆਂ। ਸ਼ੀਸ਼ੇ ਦੀ ਭਾਰੀ ਖਿਲਰੀ ਦਾੜੀ ਵਾਲਾ ਮੌਲਵੀ ਨਜ਼ਰ ਆਇਆ, ਬਹੁਤ ਭਿਆਨਕ ਤੇ ਕਰੂਪ। ਇਹਨੂੰ ਵੀ ਨਿਬੇੜ। ਹਰਕਿਸ਼ਨ ਦੀ ਗਰਦਨ ਉਹਨੇ ਕੁਰਸੀ ਦੇ ਪੁਸ਼ਤੇ ਤੇ ਟਿਕਾਤੀ। ਸਿਰ ਨੂੰ ਹਦਵਾਣੇ ਵਾਂਗੂ ਇੱਧਰ ਉੱਧਰ ਘੁਮਾਇਆ। ਇੱਕ ਲਾਲ ਠੰਡਾ ਲੋਹਾ ਜਿਹੜਾ ਉਹ ਗੱਲ ਨੂੰ ਲੱਗਿਆ। ਉਹਦੇ ਬਾਅਦ ਦੁਬਾਰਾ ਪੱਛਣੇ 'ਤੇ ਕੁਛ ਲੋਹਾ ਘਸਣ ਦੀ ਆਵਾਜ਼ ਆਈ। ਛੇਤੀ ਉਹਨੇ ਕੌਲੀ ਦੇ ਵਿੱਚੋਂ ਬੁਰਸ਼ ਨਾਲ ਗਰਮ ਝੱਗ ਜਿਹੜੀ ਮੂੰਹ 'ਤੇ ਝੱਗੋ ਝੱਗ ਕਰ ਦਿੱਤੀ। ਉਹਦੇ ਬਾਅਦ ਖੱਬੇ ਹੱਥਾਂ ਦੀਆਂ 2 ਉਂਗਲਾਂ ਨਾਲ ਬਰਾਬਰ ਤੋਂ ਪੁੜਪੜੀ ਨੂੰ ਖਿੱਚ ਕੇ ਮਾਸ ਨੱਪਿਆ ਤੇ ਉਸ ਦੀ ਧਾਰ ਕੰਨ ਦੇ ਬਰਾਬਰ ਚਿਰ ਕਰਕੇ ਥੱਲੇ ਨੂੰ ਚਲੇ ਗਈ। ਇਉਂ ਲੱਗਿਆ ਜਿਵੇਂ ਗਲ ਦੀ ਘੁੰਡੀ ਤੇ ਆਖਰ ਕੰਢੀ 'ਤੇ ਉਸ ਤਰ੍ਹਾਂ ਦੀ ਧਾਰ ਮਹਿਸੂਸ ਕੀਤੀ। ਇਉਂ ਲੱਗੀ ਜਿਵੇਂ ਕਸਾਈ ਦੀ ਛੁਰੀ ਫਿਰ ਰਹੀ ਹੈ। ਉਹਦੀ ਗਰਦਨ ਕਸਾਈ ਦੇ ਹੱਥ 'ਚ ਆ। ਬਾਰ-ਬਾਰ ਗਰਮ ਰੇਸ਼ਮੀ ਝੱਗ ਨਾਈ ਮੂੰਹ 'ਤੇ ਕਰਦਾ ਤੇ ਐਨ ਰਗੜਦਾ। ਤੌਲੀ ਨਾਲ ਹਰਕਿਸ਼ਨ ਨੇ ਮੂੰਹ ਚੱਸ ਕੇ ਪੂੰਝਿਆ। ਅੱਖਾਂ ਖੋਲ੍ਹੀਆਂ। ਵੱਡੇ ਸ਼ੀਸ਼ੇ, ਸਫਾ ਚੱਟ ਨਰਮ ਗੱਲਾਂ ਵਾਲਾ ਬੰਦਾ ਦੇਖਿਆ, ਜਿਵੇਂ ਕੋਈ ਉਬਲਿਆ ਆਲੂ ਹੋਵੇ। ਉਹਦਾ ਹੱਥ ਜਾਂ ਮੁੱਛ 'ਤੇ ਗਿਆ, ਮੁੱਛ ਹੈ ਨਹੀਂ ਸੀ। ਬਿੱਲ ਖਿੱਚੇ ਗਏ ਤੇ ਉਹਨੂੰ ਆਪਣੇ ਦੰਦ ਲੰਬੇ ਲੰਬੇ ਲੱਗੇ। ਕਿੱਧਰ ਗਿਆ ਸਾਰਾ ਕੁਛ? 5 ਰੁਪਈਏ ਦੀ ਟਿਪ ਦੇ ਕੇ ਕਨਾਟ ਪਲੇਸ 'ਚ ਬੈਠੇ ਦੋਸਤਾਂ ਕੋਲ ਆ ਕੇ ਜਾ ਕੇ ਬਹਿ ਗਿਆ। ਦੋਸਤਾਂ ਨੇ ਪਛਾਣਿਆ ਨਾ, ਹੱਥ ਮਿਲਾ ਕੇ ਕਹਿੰਦਾ, ਦੋਸਤੋ ਮੇਰਾ ਨਾਂ ਹਰਕਿਸ਼ਨ ਸਿੰਘ ਆ, ਮੈਂ ਤੁਹਾਨੂੰ ਮਿਲ ਕੇ ਬੜਾ ਖੁਸ਼ ਹੋਇਆ। ਨਾਲ ਦੇ ਨਵੀਨਵਾਦੀ ਦੋਸਤਾਂ ਨੇ ਜੱਫੀਆਂ ਪਾਈਆਂ, ਲਲਕਰੇ ਵੱਜੇ। ਦੁਬਾਰਾ ਕੌਫੀ ਆਰਡਰ ਕੀਤੀ। ਰਾਤ ਨੂੰ ਮਹਿਖਾਨੇ 'ਚ ਬੈਠੇ। ਰਾਤ ਨੂੰ ਹਰਕਿਸ਼ਨ ਘਰੇ ਨਾ ਗਿਆ। ਆਥਣੇ ਜਦ ਘਰੇ ਆਉਣ ਲੱਗਿਆ, ਦਰਾਂ 'ਚੋਂ ਮੁੜ ਗਿਆ। ਮਾਂ ਦੇ ਕਿਵੇਂ ਮੱਥੇ ਲੱਗਾ। ਸਰਦਾਰਨੀ ਸਤਵੰਤ ਕੌਰ ਨੂੰ ਪਤਾ ਲੱਗ ਗਿਆ। 2 ਮਹੀਨੇ ਪੁੱਤ ਘਰੇ ਨਾ ਆਇਆ, ਦੋਸਤ ਕੋਲ ਰਹਿਣ ਲੱਗਿਆ। ਬਾਖਵਾ ਨੇ, ਰਿਸ਼ਤੇਦਾਰਾਂ ਨੇ ਗੱਲ ਫੈਲਾ ਦਿੱਤੀ। ਪੁੱਤ ਨੇ ਖਾਨਦਾਨ ਦੀ ਮਿੱਟੀ ਪੱਟ ਦਿੱਤੀ। ਸਭਨਾਂ ਨੂੰ ਮਾਂ ਨਾਲ ਹਮਦਰਦੀ, ਹਰਕਿਸ਼ਨ 'ਤੇ ਗੁੱਸਾ ਠੰਡਾ ਹੋ ਗਿਆ। ਹੌਲੀ ਹੌਲੀ ਦੋਸਤ ਪੁੱਤ ਨੂੰ ਘਰੇ ਛੱਡਿਆ ਹੈ। ਜਦ 2 ਮਹੀਨੇ ਬਾਅਦ ਪੁੱਤ ਅੰਦਰ ਵੜਿਆ, ਮਾਂ ਨੇ ਦੇਖ ਕੇ ਅੱਖਾਂ ਦੇ ਵਿੱਚੋਂ ਤਿਪ ਹੰਝੂ ਸਿੱਟੇ। ਹਰਕਿਸ਼ਨ ਆਪਣੇ ਕਮਰੇ 'ਚ ਚਲੇ ਗਿਆ। ਹੌਲੀ ਹੌਲੀ ਦੋਨੇ ਫੇਰ ਵਰਤਣ ਲੱਗ ਗਏ ਤੇ ਘਰ ਵਿੱਚ ਆਏ ਤਾਏ ਚਾਚੇ ਤਾਇਆਂ ਨੇ ਗੱਲ ਤੋਰ ਕੇ। ਗੱਲਾਂ ਚੱਲਦੀਆਂ ਤਾਂ ਉਹਨੂੰ ਕੋਈ ਕਹਿੰਦਾ ਤਾਂ ਮੂਹਰੇ ਕਹਿੰਦਾ, ਦੁਨੀਆ 'ਚ 300 ਕਰੋੜ ਹੈ, 300 ਕਰੋੜ ਬੰਦਿਆਂ ਨੇ ਵਾਲ ਨਹੀਂ ਰੱਖੇ। ਉਹ ਬੇਵਕੂਫ ਨੇ, ਪੁਰਾਣੇ ਵਹਿਮਾਂ 'ਚ ਫਸੇ ਹੋਏ ਹੋ ਤੁਸੀਂ। ਗੁਰੂ ਸਾਹਿਬ ਨੇ 5 ਕੱਕੇ ਉਸ ਸਮੇਂ ਦੀ ਲੋੜ ਅਨੁਸਾਰ ਦਿੱਤੇ ਨੇ। ਅੱਜ ਇੱਕ ਬੰਦਾ ਡਰ ਜਾਂਦਾ ਚੂਹੇ ਦੇ, ਚੁੱਕੀ ਫਿਰਦਾ ਕਿਰਪਾਨ। ਇੱਕ ਬੰਦੇ ਕੋਲ ਪਿਸਤੌਲ ਆ, ਉੱਥੇ ਕਿਰਪਾਨ ਨੇ ਕੀ ਕਰਨਾ? ਕਿੰਨੇ ਕੁ ਲੋਕ ਨੇ ਜਿਹੜੇ ਗੁਰੂ ਸਾਹਿਬ ਦਾ ਬਖਸ਼ਿਆ ਕਸ਼ਹਿਰਾ ਪਾਉਂਦੇ ਨੇ? ਸਭ ਅੰਦਰ ਕੱਛੀ ਪਾਈ ਫਿਰਦੇ ਹੋ ਤੁਸੀਂ।
ਬਾਹਰੋਂ ਜਾ ਕੇ 1.25 ਰੁਪਏ ਦਾ ਅੰਡਰਵੀਅਰ ਲੈ ਕੇ ਨੂੰ ਅੱਜ ਤੁਸੀਂ ਦਾੜੀ 'ਚ ਪਿੰਨਾਂ ਤੇ ਫਿਕਸੋ ਠੋਕੀਆਂ ਨੇ, ਜਿਹੋ ਜੀ ਤੁੰਨੀ ਉਹ ਜੀ ਮੁੰਨੀ ਤਾਇਆ ਜੀ, ਤੁਸੀਂ ਵੀ ਆ ਕੀ ਕਰੀ ਬੈਠੇ ਹੋ? ਕਿਵੇਂ ਇਹਦੇ ਨਾਲ ਬੇਪ੍ਰਤੀਤੀ ਕੀਤੀ ਆ, ਬੰਨ ਕੇ ਠਾਠੀਆਂ ਤੁਸੀਂ ਵੀ ਇਉਂ ਹੀ ਕੀਤੀ ਹੋਈ ਜਿਵੇਂ ਕੱਟੀ ਹੋਈ ਆ ਵੀ ਦਿਖੇ ਨਾ ਬਾਹਰ ਨੂੰ। ਉਹ ਨਹੀਂ ਬਈ, ਇਸ ਤਰ੍ਹਾਂ ਨਹੀਂ ਹੁੰਦਾ, ਵਪਾਰ ਦੇ ਲਈ ਬੰਨਣੀ ਵੀ ਪੈਂਦੀ ਹੈ, ਤਾਇਆ ਮੂਹਰਿਓਂ ਕਹਿੰਦਾ। ਗੱਲ ਮਨੋਵਿਗਿਆਨ ਦੀ ਚੱਲਦੀ, ਪਿਓ ਬਿਜ਼ਨਸ ਛੱਡ ਕੇ ਪਲਾਸਟਿਕ ਦੀਆਂ ਦਾ ਚੀਜ਼ਾਂ ਦੀ ਫੈਕਟਰੀ, ਪਿਓ ਵਾਲਾ ਕੰਮ ਛੱਡ ਕੇ ਉਹਨੇ ਲਾਤੀ। ਕੰਮ ਬਹੁਤ ਨਿਕਲ ਗਿਆ, ਕਈ ਕਲੱਬਾਂ ਤੇ ਸੰਸਥਾਵਾਂ ਦਾ ਮੈਂਬਰ ਬਣ ਗਿਆ, ਇੱਜ਼ਤ ਹੋ ਗਈ ਬਾਹਰ। ਮਾਂ ਤਰੱਕੀ ਦੇਖ ਕੇ ਪੁਰਾਣੀ ਗੱਲ ਭੁੱਲ ਗਈ, ਵਿਆਹ ਕਰਕੇ ਪੌਦਾ 2 ਸਾਲਾਂ ਪਿੱਛੋਂ ਚਲਾਣਾ ਕਰ ਗਈ। ਅਤੇ ਹਰਕਿਸ਼ਨ ਨੇ ਮਾਂ ਦੇ ਭੋਗ 'ਤੇ ਸਾਰੀਆਂ ਰਹੁ ਰੀਤਾਂ ਕੀਤੀਆਂ ਅਤੇ ਫਿਰ ਘਰ ਵੇਚ ਕੇ ਵੱਡਾ ਆਲੀਸ਼ਾਨ ਮਕਾਨ ਜਿਹੜਾ ਦਿੱਲੀ ਦੇ ਅਮੀਰ ਏਰੀਏ 'ਚ ਬਣਾ ਲਿਆ ਅਤੇ ਬਾਹਰ ਵਿਚਰਨ ਲੱਗਿਆ। ਕੰਮ ਕਰਨ 'ਚ ਸਵੇਰੇ ਇੱਕ ਦਿਨ ਚਾਹ ਦਾ ਪਿਆਲਾ ਪੀ ਕੇ ਉਹ ਹਰ ਰੋਜ਼ ਸਵੇਰੇ ਸ਼ੀਸ਼ੇ ਦੇ ਮੂਹਰੇ ਬਹਿ ਕੇ ਸ਼ੇਵ ਕਰਦਾ, ਬੁਰਸ਼ ਨੂੰ ਗਰਮ ਪਾਣੀ ਨਾਲ ਭਿਓ ਕੇ ਗੱਲਾਂ 'ਤੇ ਰਗੜਦਾ, ਜਿਸ ਨਾਲ ਸਖਤ ਬਾਲ ਨਰਮ ਹੋ ਜਾਂਦੇ। ਸ਼ੇਵਿੰਗ ਕਰੀਮ ਲਾ ਕੇ ਬੁਰਸ਼ ਨਾਲ ਝੱਗ ਉਠਾਉਂਦਾ, ਕੋਸੀ ਝੱਗ ਨਾਲ ਉਹਦਾ ਚਿਹਰਾ ਭਰਦਾ, ਕੰਨਾਂ ਕੋਲੋਂ ਮਾਸਕ ਖਿੱਚ ਕੇ ਉਸ ਤਰ੍ਹਾਂ ਸੇਫਟੀ ਰੇਜ਼ਰ ਹੁਣ ਆਪ ਫੇਰਦਾ ਅਤੇ ਮੂੰਹ ਨਿਖਰ ਜਾਂਦਾ। ਸ਼ੇਵ ਕਰਦਿਆਂ ਸ਼ੀਸ਼ੇ ਤਰ੍ਹਾਂ ਦੇ ਮੂੰਹ ਬਿੰਗੇ ਟੇਢੇ ਜਿਹੇ ਬਣਾਉਂਦਾ ਉਹ, ਅਤੇ ਕਈ ਵਾਰ ਉਹ ਪਹਿਲੇ ਦਿਨ ਯਾਦ ਕਰਕੇ ਹੱਸਦਾ ਵੀ, ਖਿਲਰੀ ਦਾੜੀ ਵਾਲਾ ਮੌਲ ਵੀ ਯਾਦ। ਉਹਦੇ ਮਕਾਨ ਦੇ ਨੇੜੇ ਪਾਕਿਸਤਾਨ ਤੋਂ ਆਏ ਰਿਫਿਊਜੀ ਵਸਦੇ ਸੀ। ਉਹਨਾਂ ਵਿੱਚੋਂ ਕੋਈ ਝੰਗ ਅਤੇ ਮੀਆਂ ਵਾਲੀ ਦੇ ਟੱਬਰ ਸੀ। ਉਹ ਇਹਨਾਂ ਗਰੀਬ ਗੁਆਂਢੀਆਂ ਦੀ ਮਦਦ ਕਰਦਾ, ਕਿਸੇ ਨੂੰ ਨੌਕਰੀ ਦੀ ਲੋੜ ਹੁੰਦੀ ਹਰਕਿਸ਼ਨ ਨੂੰ ਸਾਰੇ ਪਿਆਰ ਕਰਦੇ ਅਤੇ ਸਤਿਕਾਰ ਨਾਲ ਭਰਾ ਜੀ ਆਖਦੇ। ਐਤਵਾਰ ਦਾ ਦਿਨ ਹਰਕਿਸ਼ਨ ਤਾਜੀ ਜਿਹੜੀ ਸ਼ੇਵ ਕਰਕੇ ਪਿੱਛੇ ਚਾਹ, ਅਖਬਾਰ ਅਤੇ ਗੁਆਂਢੀ ਦੀ ਇੱਕ ਬੁੱਢੀ ਨੇ ਅੰਦਰ ਵਿਹੜੇ ਵਿੱਚ ਆਵਾਜ਼ ਦਿੱਤੀ, ਭੱਤ ਪੁੱਤਰ ਕਿੱਥੇ ਵੇ? ਭੱਤ ਲਾਲਾ ਕਿਸ਼ਨ ਲਾਲ ਘਰੇ ਹਾਈ। ਹਰਕਿਸ਼ਨ ਸਿੰਘ ਨੇ ਅਖਬਾਰ ਪੜ੍ਹਦਿਆਂ ਝੌਂਕਿਆ। ਅਨਪੜ੍ਹ ਬੁੱਢੀ ਗੁਆਂਢੀ ਦੀ ਮਾਂ ਜੋ ਨਿੱਕੇ ਨੁੱਕੇ ਕੰਮ ਪੈਸਾ ਧੇਲਾ ਲੈ ਕੇ ਜਾਂਦੇ ਸੀ। ਮਹੱਲੇ 'ਚ ਆਦਮੀਆਂ ਨੂੰ ਪਤਾ ਸੀ ਹਰਕਿਸ਼ਨ ਸਿੰਘ ਰੱਜੇ ਪੁੱਛੇ ਸਰਦਾਰ ਖਾਨਦਾਨ 'ਚੋਂ ਹੈ। ਪੁਰਾਣਾ ਨੌਕਰ ਹੁਣ ਵੀ ਸਰਦਾਰ ਜੀ ਕਹਿ ਕੇ ਬੁਲਾਉਂਦਾ ਹੈ। ਚਿੱਠੀ ਪੱਤਰਾਂ 'ਤੇ ਰਿਸ਼ਤੇਦਾਰਾਂ 'ਤੇ ਸਰਦਾਰ ਸਾਹਿਬ ਰੱਖਿਆ ਹੁੰਦਾ ਹੈ। ਬਾਂਹ 'ਤੇ ਹਰੇ ਰੰਗ ਦੇ ਅੱਖਰਾਂ 'ਚ ਇੱਕ ਓਂਕਾਰ ਤੇ ਹਰਕਿਸ਼ਨ ਸਿੰਘ ਖੁਣਿਆ। ਬੁੱਢੀ ਨੇ ਫੇਰ ਆਵਾਜ਼ ਮਾਰੀ, ਵਤ ਲਾਲਾ ਕ੍ਰਿਸ਼ਨ ਲਾਲ ਘਰੇ ਹਾਈ। ਹਰਕਿਸ਼ਨ ਨੂੰ ਗੁੱਸਾ ਆਇਆ, ਚੌਂਕ ਨਿਕਲ ਇੱਥੋਂ ਹਰਾਮਜ਼ਾਦੀਏ, ਤੈਨੂੰ ਮੈਂ ਲਾਲਾ ਲੱਗਦਾ ਹੈ? ਭੱਜ ਕੇ ਪਿਆ। ਬੁੱਢੀ ਸਖਤੇ 'ਚ ਆ ਗਈ। ਉਹਨੇ ਹਰਕਿਸ਼ਨ ਦੇ ਪਿਛੋਕੜ ਦਾ ਉਹਨੂੰ ਕੀ ਪਤਾ ਸੀ। ਉਹਨੇ ਬੜੀ ਉਦਾਰਤਾ ਨਾਲ, ਉਹਨੇ ਤਾਂ ਇੱਜ਼ਤ ਨਾਲ ਲਾਲਾ ਜੀ ਆਖਿਆ। ਹਰਕਿਸ਼ਨ ਨੂੰ ਲਾਲਾ ਸ਼ਬਦ ਡੰਗ ਵਾਂਗੂ ਲੱਗਿਆ। ਅਜੀਬ ਤਬਦੀਲੀ ਉਹਦੇ ਸਾਰੇ ਮਨ ਅਤੇ ਸਰੀਰ 'ਚ ਹੋਈ। ਇੱਕ ਸਣਸਣਾਉਂਦਾ ਰੋਹ, ਸੁੱਤੀ ਦਰਸੀਸ, ਫਿੱਟ ਲਾਣਤੀ ਉਹਦੇ ਵਜੂਦ 'ਚ ਦੌੜ ਗਈ। ਉਹਨੂੰ ਖੁਦ ਨਹੀਂ ਸੀ ਪਤਾ ਉਹਨੂੰ ਕੀ ਹੋ ਗਿਆ। ਉਹਦਾ ਜੀਅ ਕੀਤਾ ਅਖਬਾਰ ਪਾੜ ਦੇਵੇ, ਬੁੜੀ ਦਾ ਸਿਰ ਭੰਨ ਦੇਵੇ ਮਾਰ ਕੇ ਡਾਂਗ। ਬਰੂਦ ਦੇ ਪਲੀਤੇ ਨੂੰ ਅੱਗ ਲੱਗ, ਨਿਕਲ ਜਾ ਇੱਥੋਂ, ਕਿੱਥੇ ਫਫੇ ਕੁੱਟਣੀ, ਤੈਨੂੰ ਮੈਂ ਲਾਲਾ ਦੀਨਾ। ਭੱਜ ਕੇ ਫੇਰ ਬੁੜੀ ਨੂੰ ਕਿਹਾ। ਬੁੜੀ ਨੂੰ ਸਮਝ ਨਹੀਂ ਸੀ ਆ ਰਹੀ ਕੀ ਅਜਿਹਾ ਜੁਰਮ ਕਰ ਦਿੱਤਾ ਹਰਕਿਸ਼ਨ ਇੰਨਾ। ਵੱਤ ਗੁੱਸੇ ਕੋ ਥੀ ਨਾ ਮੇਰੇ ਲਾਲ ਜੀ, ਮੈਨੂੰ ਕੀ ਪਤਾ ਹੈ? ਤੁਸੀਂ ਲਾਲਾ ਜੀ ਹੋ ਤਾਂ ਮੈਂ ਲਾਲਾ ਜੀ ਕਹਿ ਕੇ ਆਵਾਜ਼ ਮਾਰੀ ਸੀ। ਪੁੱਤਰ ਜੀ ਬਕਵਾਸ ਨਾ ਕਰ, ਤੈਨੂੰ ਮੈਂ ਲਾਲਾ ਦੀਨਾ। ਜੇ ਦੁਬਾਰਾ ਭੌਂਕੀ ਜਵਾਨ ਖਿੱਚ ਨੂੰ, ਨਿਕਲ ਇੱਥੋਂ। ਔਰ ਰਾਮੂ ਜੀ ਸਰਦਾਰ ਲਿਆ ਡਾਂਗ ਇੱਥੋਂ, ਹਰਕਿਸ਼ਨ ਨੇ ਕਿਹਾ। ਬੁੜੀ ਇੰਨਾ ਡਰੀ, ਗੁੱਸੇ 'ਚ ਡਰਦੀ ਘਰੋਂ ਛੇਤੀ ਤੁਰ ਕੇ ਬਾਹਰ ਹੋ ਗਈ। ਹਰਕਿਸ਼ਨ ਅਖਬਾਰ ਨਾ ਪੜ੍ਹ ਸਕਿਆ। ਬੁੱਢੀ ਦਾ ਇੱਕੋ ਸ਼ਬਦ ਲਾਲਾ ਜੀ ਉਹਦੀ ਖੋਪੜੀ 'ਚ ਜਿਵੇਂ ਕਿਸੇ ਨੇ ਕੋਲਾ ਜਿਹੜਾ ਖੋਪੜੀ ਦੇ ਵਿੱਚ ਧਸਾਤਾ ਹੋਵੇ। ਅੰਦਰ ਅੰਗਿਆਰ ਜਾ ਰਿਹਾ। ਕਮਰੇ 'ਚ ਗਿਆ, ਬੜੇ ਸ਼ੀਸ਼ੇ ਸਾਹਮਣੇ ਖੜਿਆ, ਚਿਹਰਾ ਵੇਖਿਆ, ਸ਼ੀਸ਼ੇ 'ਚ ਖੜੇ ਆਦਮੀ ਨੂੰ ਘੂਰਿਆ। ਲਾਲਾ ਹਰਕਿਸ਼ਨ ਲਾਲ 10 ਸਾਲ ਲਗਾਤਾਰ ਉਹ ਸ਼ਕਲ ਸ਼ੀਸ਼ੇ ਤੱਕਦਾ ਰਿਹਾ। ਇਹਦਾ ਆਦੀ ਹੋ ਗਿਆ। ਅੱਜ ਬੁੱਢੀ ਦੇ ਸ਼ਬਦਾਂ ਨੇ ਕਿਵੇਂ ਲਾਲਾ ਕਿਵੇਂ ਕਹਿਤਾ। 10 ਸਾਲ ਪਹਿਲਾਂ ਉਹਨੂੰ ਰਾਇਲ ਹੇਅਰ ਕਟਿੰਗ ਸਲੂਨ 'ਚ ਸਰਦਾਰ ਹਰਕਿਸ਼ਨ ਸਿੰਘ ਨੂੰ ਮਾਰਤਾ ਸੀ ਉਹਨੇ। 10 ਸਾਲ ਤੀਕ ਉਹ ਲਾਲਾ ਹਰਕਿਸ਼ਨ ਲਾਲ ਦੇ ਰੂਪ 'ਚ ਆਪਣੇ ਆਪ ਨੂੰ ਧੋਖਾ ਦਿੰਦਾ ਰਿਹਾ। ਕੇਸ ਕਤਲ ਕਰਾਉਣ ਪਿੱਛੋਂ ਆਪਣੇ ਆਪ ਨੂੰ ਕੌਮ ਤੇ ਵਿਰਸੇ ਨਾਲ ਉਹਨੇ ਤੋੜ ਲਿਆ। ਮਾਂ ਨੇ ਉਹਨੂੰ ਸਵੀਕਾਰ ਕਰ ਲਿਆ, ਬਰਾਦਰੀ ਤੇ ਰਿਸ਼ਤੇਦਾਰਾਂ ਦੋਸਤਾਂ ਨੇ, ਅਤੇ ਅੰਦਰ ਬੈਠੇ ਹਰਕਿਸ਼ਨ ਨੇ ਸ਼ਾਇਦ ਉਹਨੂੰ ਵੀ ਸਵੀਕਾਰ ਕਰ ਲਿਆ ਵੀ ਕਿਹੜਾ ਪੁੱਛਦਾ ਹੁਣ ਇੱਥੇ। ਉਹ ਆਪਣੀ ਹੁਣ ਕੌਮ ਨੂੰ ਸੋਚ ਰਿਹਾ ਸੀ ਖੜਾ। ਉਹ ਆਪਣੀ ਬਰਾਦਰੀ ਤੇ ਵਿਰਸੇ ਦੇ ਅੰਤਰੀਵ ਕੇਂਦਰ ਤੋਂ ਹਟ ਗਿਆ। ਸਵਾਲ ਚੰਗੇ ਮਾੜੇ ਸਿੱਖ ਦਾ ਨਹੀਂ ਹੈ, ਨਾ ਹੀ ਧਾਰਮਿਕ ਚਿੰਨ੍ਹਾਂ ਦਾ। ਸਵਾਲ ਸੀ ਜੀਵਨ ਦੀ ਸਮੁੱਚੀ ਸਾਂਝ ਤੇ ਧੜਕਣ ਦਾ। ਇੱਕ ਪਾਸੇ ਸਮੁੱਚੀ ਸਾਂਝ
ਤੇ ਧਰੂ ਬਿੰਦੂ ਨਹੀਂ ਸੀ ਪਹੁੰਚ ਸਕਦਾ, ਹਮੇਸ਼ਾ ਇੱਕ ਪਾਸੇ ਰਹਿ ਜਾਂਦੀ ਗੱਲ। 10 ਸਾਲ ਪਹਿਲਾਂ ਕਈ ਵਾਰ ਸਫ਼ਰ ਕਰਦਿਆਂ ਬਾਜ਼ਾਰ 'ਚ ਚੀਜ਼ਾਂ ਖਰੀਦੀਆਂ, ਕਈਆਂ ਨੇ ਉਹਨੂੰ ਬਾਬੂ ਜੀ ਆ ਕੇ ਕਿਹਾ, ਉਹ ਗੱਲ ਸੋਚ ਕੇ ਟਾਲ ਦਿੰਦਾ, ਸਿਰ ਉੱਤੇ ਪੱਗ ਨਹੀਂ ਤਾਂ ਹੋਰ ਮੈਨੂੰ ਇਹ ਕੀ ਕਹਿਣ। ਬਾਬੂ ਸ਼ਬਦ ਨੂੰ ਰੜਕਦਾ ਪਰ ਜੀਵਨ ਦੇ ਪ੍ਰਵਾਹ ਵਿੱਚ ਇਸ ਤਰ੍ਹਾਂ ਨਹੀਂ ਸੀ ਗੌਲਦਾ। ਆਖਰ ਇਸ ਸ਼ਬਦ 'ਚ ਬੁਰਾਈ ਕੀ ਸੀ? ਇਹ ਇੰਨੀ ਇੱਜ਼ਤ ਵਾਲਾ ਜਿੰਨਾ ਮਿਸਟਰ ਜਾਂ ਸਰਦਾਰ। ਪਰ ਅੱਜ ਗੁਆਂਢਣ ਬੁੱਢੀ ਜਿਨ੍ਹਾਂ ਦੀ ਉਹ ਮਦਦ ਕਰਦਾ ਪਾਕਿਸਤਾਨ ਦੇ ਰਿਫਿਊਜੀ, ਉਹਨੇ ਲਾਲਾ ਸ਼ਬਦ ਜਦ ਕਿਹਾ ਤਾਂ ਅੰਦਰੋਂ ਹਿੱਲ ਗਿਆ। ਸੁੱਤੀਆਂ ਰੜਕਾਂ ਉੱਭਰ ਆਈਆਂ। ਉਹਨੂੰ ਇਉਂ ਲੱਗਿਆ ਵੀ ਉਹਦਾ ਬੁੱਢਾ ਨੌਕਰ, ਗੁਆਂਢੀ, ਰਿਸ਼ਤੇਦਾਰ, ਦੋਸਤ ਉਹਨੂੰ ਦਿਲੋਂ ਸ਼ਾਇਦ ਲਾਲਾ ਹੀ ਸਮਝਦੇ ਨੇ। ਪੈਸੇ ਧੇਲੇ ਕਰਕੇ ਸਰਦਾਰ ਸਾਹਿਬ ਮੂੰਹ 'ਤੇ ਕਹਿ ਦਿੰਦੇ ਨੇ, ਪਖੰਡ ਕਰਦੇ ਨੇ ਸਰਦਾਰ ਕਹਿ ਕੇ, ਝੂਠ ਬੋਲਦੇ ਆ। ਪਰ ਗੁਆਂਢਣ ਬੀਬੀ ਅੱਜ ਸੱਚ ਬੋਲ ਗਈ। ਸਵੇਰਾ ਸਾਰੀ ਰਾਤ ਸੌਂ ਨਾ ਸਕਿਆ। ਸਵੇਰੇ ਉੱਠਿਆ, ਸਭ ਤੋਂ ਪਹਿਲਾਂ ਗੁਰਦੁਆਰਾ ਸੀਸਗੰਜ ਜਾ ਕੇ ਪੰਜਾਂ ਪਿਆਰਿਆਂ ਨੂੰ ਬੇਨਤੀ ਕਰਕੇ ਪਹਿਲਾਂ ਅੰਮ੍ਰਿਤ ਛਕਿਆ। ਦੁਬਾਰਾ ਗੁਆਂਢ 'ਚ ਘਰੇ ਆ ਕੇ ਸਿਰ 'ਤੇ ਬੰਨੀ ਪੱਗ ਦੇ ਨਾਲ ਉਸੇ ਬੁੱਢੀ ਮਾਂ ਦੇ ਪੈਰੀ ਹੱਥ ਲਾਇਆ ਤਾਂ ਬੁੱਢੀ ਮਾਂ ਨੂੰ ਪਤਾ ਲੱਗਿਆ ਕਿ ਇਹ ਲਾਲਾ ਨਹੀਂ ਥੀ, ਇਹ ਤਾਂ ਸਰਦਾਰ ਜੀ ਸੀ। ਗਰਮ ਝੱਗ ਇਸ ਦੇਸ਼ ਦੀਆਂ ਸਾਨੂੰ ਖਾਸ ਤੌਰ 'ਤੇ ਆਈਆਂ ਕਦਰਾਂ ਕੀਮਤਾਂ ਬੜੀਆਂ ਇੱਕ ਚੰਗੀਆਂ ਲੱਗਦੀਆਂ ਸੀ ਵੀ ਇੱਥੇ ਇੱਕ ਤਾਂ ਸਾਡੇ ਮਾਪੇ ਸਾਡੇ ਕੋਲ ਆ ਕੇ ਵਸ ਸਕਦੇ ਆ, ਸਾਰਾ ਟੱਬਰ ਇਕੱਠਾ ਹੋ ਜੂ। ਉਹ 70 ਵਰ੍ਹਿਆਂ ਦੀ ਉਮਰ 'ਚ ਪਿੱਛੇ ਕਿੱਥੇ ਬੈਠਣਗੇ, ਸਾਡੇ ਕੋਲ ਆ ਜਾਣਗੇ, 2 ਧੀਆਂ ਪੁੱਤ ਹੋਣ ਅਤੇ ਤਿੰਨਾਂ ਕੋਲ ਥੋੜ੍ਹਾ ਥੋੜ੍ਹਾ ਸਮਾਂ ਬਹਿਸ਼ਤ ਸਵਰਗ ਦਾ ਜੀਵਨ ਜਿਉਣਗੇ। ਕਿ ਦੂਜਾ ਮੈਡੀਕਲ ਸਿਸਟਮ ਇੱਥੇ ਦਾ, ਦੋਨੇ ਚੀਜ਼ਾਂ ਬਰਬਾਦੀ ਦੇ ਰਾਹ 'ਤੇ ਨੇ ਇਸ ਦੇਸ਼ ਦੇ ਵਿੱਚ। ਅਤੇ ਸਾਡੇ ਖੋਪੇ ਪਾਏ ਹੋਏ ਨੇ, ਟਨਲ ਵਿਜ਼ਨ ਆ, ਅਸੀਂ ਸਿੱਧਾ ਹੀ ਝਾਕਦੇ ਹਾਂ। ਸਾਡੇ ਚੀਜ਼ ਅੰਦਰ ਕੋਈ ਵਸ ਗਈ ਜਿਹੜੀ ਬਈ ਫਲਾਣਾ ਸਹੀ ਹੈ ਅਤੇ ਫਲਾਣਾ ਗਲਤ ਹੈ ਅਤੇ ਫਲਾਣਾ, ਉਹਦੇ ਲਈ ਅਸੀਂ ਬਾਹਾਂ ਚੜ੍ਹਾਉਂਦੇ ਹਾਂ। ਵੀ ਕਦੇ ਵੀ ਅਸੀਂ ਬਾਕਸ ਤੋਂ ਬਾਹਰ ਜਾ ਕੇ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਹੋ ਕੀ ਰਿਹਾ। ਕੀ 30-20 ਵਰ੍ਹੇ ਪਹਿਲਾਂ ਕੋਈ ਪਾਰਟੀ ਜਿਹਦੀ ਮਦਦ ਕਰਦੇ ਸੀ ਉਹਦਾ ਮੁਲਾਂਕਣ ਦੀ ਜ਼ਰੂਰਤ ਹੈ ਦੁਬਾਰਾ। ਕਿਸੇ ਵੀ ਪਾਰਟੀ, ਰਾਜਨੀਤਿਕ ਕੋਈ ਪਾਰਟੀ ਹੋਵੇ, ABC, ਜਾਂ ਕਿਹੜੀਆਂ ਪਾਲਿਸੀਜ਼ ਨੇ ਜਿਨ੍ਹਾਂ 'ਤੇ ਮੁਲਾਂਕਣ ਦੀ ਲੋੜ ਹੈ। ਪਹਿਲਾਂ ਇਸੇ ਦੇਸ਼ ਦੀਆਂ ਸਰਕਾਰਾਂ ਨੇ, ਲਿਬਰਲ ਸਰਕਾਰ ਨੇ ਕਰੈਚਾਂ ਦੇ ਸਮੇਂ ਦੇਖੋ ਜੀ, ਪਰਿਵਾਰ ਇਕੱਠਾ, ਪਰਿਵਾਰ ਇਕੱਠਾ, ਪਰਿਵਾਰ ਇਕੱਠਾ, ਅਤੇ ਪਰਿਵਾਰ ਇਕੱਠੇ ਦੀਆਂ ਐਪਲੀਕੇਸ਼ਨ ਇੰਨੀਆਂ ਲੰਬੀਆਂ ਹੋ ਗਈਆਂ, ਅਸੀਂ ਤਰਸਦੇ ਰਹੇ, ਜੰਮਣ ਮਰਨ ਇਹਨਾਂ ਦੇਸ਼ਾਂ 'ਚ ਹੋ ਗਏ। ਅਤੇ ਫਿਰ ਕੰਸਰਵੇਟਿਵ ਆ ਗਏ, ਹਾਰਪਰ ਜੀ, ਉਹ ਕਹਿਣੀ ਹੋਣੀ, ਕਹਿੰਦੇ ਲਿਆ ਰਿਫਾਰਮ ਕਰੀਏ, ਛੱਡੋ ਫਿਰ ਤੁਸੀਂ ਮਾਪੇ ਸੱਦੀਏ। ਉਹ ਕਹਿੰਦਾ ਯਾਰ ਸੱਦ, ਅਸੀਂ ਤਾਂ ਬਹੁਤ ਔਖੇ ਹਾਂ। ਲੈ ਕਹਿੰਦਾ ਫਿਰ ਸੁਪਰ ਵੀਜ਼ੇ 'ਤੇ ਸੱਦਦੇ ਹਾਂ, ਕੋਈ ਮੈਡੀਕਲ ਨਹੀਂ, ਇੱਥੇ ਆਉਣਗੇ, 2-2 ਸਾਲ ਰਹਿਣਗੇ, ਜਾਣਗੇ, ਵਾਪਸ ਆਉਣਗੇ, 10 ਸਾਲ ਦਾ ਵੀਜ਼ਾ। ਜਿਹਨੂੰ 10 ਦਿਨਾਂ ਦਾ ਨਹੀਂ ਸੀ ਲੱਗਦਾ ਜਾਂ 10 ਦਿਨਾਂ ਦਾ ਮਿਲਿਆ ਅਤੇ ਅਸੀਂ ਉਸ ਚੀਜ਼ ਦਾ ਮੁਲਾਂਕਣ ਨਾ ਕੀਤਾ, ਕਹਿੰਦਾ ਲਿਆ। ਹੁਣ ਦੁਬਾਰਾ 15 ਤੋਂ ਬਾਅਦ ਫੇਰ ਲਿਬਰਲ ਉਹ ਨਹੀਂ ਆ ਗਏ, 7 ਵਰ੍ਹੇ ਹੋ ਗਏ। ਉਹ ਲਿਸਟ ਇੰਨੀ ਲੰਬੀ ਆ, ਦਿਨ ਰਾਤ ਉਹਨਾਂ 'ਤੇ ਕੰਮ ਹੋਵੇ ਤਾਂ 5-5, 4-4 ਸਾਲ ਲੱਗਣਗੇ। ਜਾਨੂ ਮਾਪਿਆਂ ਨੇ 75 ਸਾਲਾਂ ਦੇ ਨੇ, 70 ਦੇ ਨੇ, 72 ਦਾ ਕੋਈ ਮੈਡੀਕਲ ਫੇਲ ਹੋ ਗਿਆ ਜਾਂ ਉਈਓ ਇਸ ਸੰਸਾਰ ਤੋਂ ਤੁਰ ਗਏ, ਫਿਰ ਕੀ ਗੱਲ ਆਉਂਦੀ ਹੈ ਵੀ ਚੱਲ ਸੁਪਰ ਵੀਜ਼ਾ 'ਤੇ ਸੱਦ ਲੈ। ਇੱਥੇ ਜਦ ਆਉਂਦੇ ਨੇ ਉਹ ਤਾਂ ਅਸੀਂ ਇੰਨੇ ਔਖੇ ਹੁੰਦੇ ਹਾਂ, ਉਹਨਾਂ ਵੱਲ ਝਾਕਦੇ ਹਾਂ, ਉਹਨਾਂ ਦੀਆਂ ਅੱਖਾਂ ਕਹਿੰਦੀਆਂ ਨੇ ਪੁੱਤ ਸਾਡੇ ਦਰਦ ਹੁੰਦਾ, ਸਾਡੀ ਦਿਲ ਦੀ ਧੜਕਣ ਵੱਧਦੀ ਹੈ, ਸਾਨੂੰ ਸੁਣਦਾ ਨਹੀਂ, ਸਾਹ ਔਖਾ, ਸਾਨੂੰ ਡਾਕਟਰ ਤੇ ਲੱਗਾ, ਬਾਪੂ ਇਉਂ ਨਾ ਕਰ, ਹੁਣ ਤੂੰ ਸੌਂਫ ਸੂਫ ਉਬਾਲ ਕੇ ਪੀ ਲਓ, ਕਾੜਾ ਬੇਬੇ ਕਾੜਾ ਕੂੜਾ ਬਣਾ ਕੇ ਦੇ ਬਾਪੂ ਨੂੰ। ਉਹ ਨਹੀਂ ਇੱਥੇ ਡਾਕਟਰਾਂ ਦਾ ਬਹੁਤ ਲੰਬੀ ਵੇਟ ਆ, ਇਹ ਕੋਵਿਡ ਵਾਲਾ। ਅਸਲ ਕਹਾਣੀ ਇਹ ਹੈ ਵੀ ਬਾਪੂ ਤੇਰੇ ਲੱਖ ਨੇ ਤਾਂ ਉਹ ਤਾਂ ਰੱਖਿਆ ਹੋਇਆ ਮੈਂ, ਜੇ ਕਿਤੇ ਗੱਲ ਫਸ ਗਿਆ ਹੀ ਜਾਂ 2 ਲੱਖ ਤਾਂ ਫਸਿਆ ਵੀ ਜ਼ਰੂਰਤ ਆਵੇ। ਇਹਦੇ ਵਿੱਚ ਅਸੀਂ ਧੀ ਪੁੱਤ ਪਿਸ ਰਹੇ ਹਾਂ। ਅਸੀਂ ਇਹ ਵੀ ਮੁਹਿੰਮ ਖੜੀ ਨਹੀਂ ਕਰ ਰਹੇ, 2 ਲੱਖ ਬੰਦਾ ਇੱਥੇ ਬੈਠਾ ਸੁਣਦਾ, ਓਏ ਘੱਟੋ ਘੱਟ ਇਹਨਾਂ ਨੂੰ ਤੁਸੀਂ ਮੈਡੀਕਲ ਕਵਰੇਜ ਤਾਂ ਦੇ ਦਿਓ। ਮੈਡੀਕਲ ਕਵਰੇਜ ਮਿਲਣੀ ਨਹੀਂ, ਕਿਉਂਕਿ ਜਿਹੜੇ ਸੋ ਕਾਲਡ ਪਹਿਲੇ ਸਿਟੀਜ਼ਨ, ਪਹਿਲੇ PR ਨੇ, ਉਹਨਾਂ ਦੀ ਲਾਈਨ ਐਡੀ ਵੱਡੀ ਆ, ਉਹਨਾਂ ਦੇ ਕੋਲ ਕੋਈ ਨਹੀਂ, ਉਹਨਾਂ ਦੇ ਕੋਲ ਫੈਮਿਲੀ ਡਾਕਟਰ ਹੈ ਨਹੀਂ। ਬਾਹਰਲੇ ਪੜ੍ਹ ਕੇ ਆਇਆਂ ਦੇ ਮੂਹਰੇ ਕੰਧ ਐਡੀ ਵੱਡੀ ਆ, ਉਹਨਾਂ ਨੂੰ ਅੰਦਰ ਵੜਨ ਨਹੀਂ ਦਿੰਦੇ। ਉਹ ਊਬਰ ਚਲਾਉਂਦੇ ਫਿਰਦੇ ਨੇ ਅਤੇ ਉਹ ਇੱਧਰ ਉੱਧਰ ਸਿਕਿਉਰਿਟੀ ਕਰਦੇ ਫਿਰਦੇ ਆ। ਇਸੇ ਤਰ੍ਹਾਂ ਦਾ ਹੀ ਇੱਕ ਨੌਜਵਾਨ ਪਰਿਵਾਰ ਜਿਹਨੇ ਇੱਥੇ ਜ਼ਿੰਦਗੀ ਸ਼ੁਰੂ ਕੀਤੀ, ਛੋਟੇ ਛੋਟੇ ਬੱਚੇ ਨੇ, ਮਨਦੀਪ ਕੌਰ ਅਤੇ ਜਸਕਰਨ ਸਿੰਘ, ਉਹਨਾਂ ਨੇ ਆਪਣੇ ਮਾਪੇ ਸੱਦੇ, ਤਜਿੰਦਰਦੀਪ ਝੱਜ ਨੇ, ਮਨਦੀਪ ਬੁੱਟਰ ਭੈਣ ਭਾਈਆਂ ਨੇ ਆਪਣੇ ਮਾਪੇ ਸੱਦੇ, ਮਾਂ ਸੱਦੀ, ਚੰਗੀ ਸਿਹਤ ਦੀ ਮਾਤਾ ਆ ਕੇ ਕਿਤੇ ਲੱਤ ਟੁੱਟ ਗਈ। ਲੱਤ
ਟੁੱਟਣ ਦਾ ਤਾਂ $1,00,000 ਜਿਹੜਾ ਕਵਰੇਜ ਸੀ। ਡਾਕਟਰ ਦੇ ਤੁਰਦੇ ਫਿਰਦਿਆਂ ਲੱਤ ਦੀ ਸਰਜਰੀ ਤੋਂ ਬਾਅਦ ਅਜਿਹਾ ਇੱਕ ਸਿੰਡਰਮ ਹੋਇਆ ਜਿਹਨੂੰ GBS ਕਹਿੰਦੇ ਨੇ। ਉਸਨੇ ਬੋਡੀ ਦਾ ਇਮਿਊਨ ਸਿਸਟਮ ਜਿਹੜਾ ਖਤਮ ਕਰ ਦਿੱਤਾ, ਉਹਨੇ ਨਰਵ ਡੈਮੇਜ ਕਰਤੀਆਂ, ਮਸਲ ਡੈਮੇਜ ਕਰਤੇ ਤੇ ਪੈਰਾਲਾਈਜ਼ ਹੋ ਗਈ। ਮੂੰਹ 'ਚ ਟਿਊਬਾਂ ਲੱਗ ਗਈਆਂ। ਟੱਬਰ ਦਿਨ ਰਾਤ ਕੋਲ ਬਹਿੰਦਾ। ਇੱਕ ਤਾਂ ਮਾਂ ਹੱਥੋਂ ਕਿਰ ਰਹੀ ਹੈ, ਦੂਜਾ ਇਹ ਆ ਵੀ ਹੁਣ ਇਹਦਾ ਬਿੱਲ ਕਿੰਨਾ ਆਊ, ਤੇ ਬਿੱਲ ਆਇਆ $2.5 ਲੱਖ। ਵਰਕਿੰਗ ਕਲਾਸ ਬੰਦੇ ਜਿਹੜੇ $60,000 ਬਣਾ ਕੇ ਘਰ ਤੋਰਦੇ ਨੇ, ਹੁਣ ਉਹ $2.5 ਲੱਖ ਕਿ ਮੁਕਾਉਣ ਦਊਗਾ। ਇਹ ਕੱਲੀ ਇਹ ਝੱਜ ਪਰਿਵਾਰ, ਬੁੱਟਰ ਪਰਿਵਾਰ ਦੀ ਕਹਾਣੀ ਨਹੀਂ ਹੈ। ਇਹ ਹਰ ਦੂਜੇ ਤੀਜੇ ਘਰ ਦੇ ਵਿੱਚ ਮੁਸ਼ਕਲ ਹੈ। ਪਹਿਲੀ ਤਾਂ ਗੱਲ, ਇਸ ਪਰਿਵਾਰ ਦੀ ਮਦਦ ਕਰਨੀ ਆ। $50,000 ਇਕੱਠਾ ਹੋਇਆ ਫੰਡ ਰੇਜ਼ਰ ਟੂ ਪੇ ਮੈਡੀਕਲ ਬਿੱਲ ਫਾਰ ਅਮਰਪਾਲ ਕੌਰ। ਪਲੀਜ਼, ਮੈਂ ਇਹਨੂੰ ਸਾਂਝਾ ਕਰੂੰਗਾ ਫੇਸਬੁੱਕ 'ਤੇ ਆਪਣੀ 'ਤੇ। ਇਹਦੇ ਵਿੱਚ ਤਿਲ ਫੁੱਲ ਪਾਈਏ ਆਪਾਂ। ਹਾਲੇ $42,000 ਇਕੱਠਾ ਹੋਇਆ। ਯੰਗ ਪਰਿਵਾਰ ਆ, ਛੋਟੇ ਛੋਟੇ ਬੱਚੇ ਨੇ। $2.5 ਲੱਖ ਸਿਰ ਤੇ ਖੜਾ। ਤੇ ਸਰੀ ਮੈਮੋਰੀਅਲ ਹਸਪੀਟਲ ਵਾਲੇ ਕਹਿੰਦੇ ਵੀ ਛੇਤੀ ਦਿਓ ਪੈਸੇ, ਮਨੀ ਦਿਓ। ਹਲੇ ਪਹਿਲਾ ਵੀ $1,00,000 ਜਿਹੜਾ ਹੈ, ਪਹਿਲਾ 1 ਲੱਖ ਦਾ ਇੰਸ਼ੋਰੈਂਸ ਦੀ ਲੱਤ ਟੁੱਟੀ, ਲੱਤ 'ਚ ਰੋਡ ਪਾਈ ਸੀ, ਉਹ ਹਲੇ ਵਿੱਚੇ ਤੁਰਿਆ ਫਿਰਦਾ। ਇਹ ਇੱਕ ਘਰ ਦੀ ਕਹਾਣੀ ਆ। ਪਤਾ ਨਹੀਂ ਕਿੰਨੇ ਘਰ ਹੋਣਗੇ ਇਸ ਸਿਸਟਮ ਦੇ ਵਿੱਚ। ਤੇ ਕਿਵੇਂ ਇਸ ਨੂੰ ਕੀ ਕਹਾਂਗੇ, ਕਿਹੜੇ ਪ੍ਰਵਾਸ ਕਿਹਦੇ ਲਈ ਕੱਟਿਆ, ਹੱਡ ਕਾਹਦੇ ਲਈ ਕਟਾਉਣੇ ਆ, ਜਿਸ ਤਨ ਲੱਗੀਆਂ ਉਹੀ ਜਾਣੇ। ਇਹਨਾਂ ਨਾਲ ਤਾਂ ਕੁੱਲੀ ਬੰਦੇ ਦੀ ਚੰਗੀ ਹੈ। ਹੁਣ ਜਦੇ ਗੱਲ ਹੋ ਜਾਣੀ ਹੈ, ਜਿਹੜੇ ਖੁਸ਼ ਨੇ, ਆਨੰਦ ਕਰਦੇ ਨੇ, ਪੈਸੇ ਧੇਲੇ ਵਾਲੇ ਨੇ, ਜਾਂਦੇ ਆ ਮਹਿੰਗੀ ਗੱਡੀ 'ਚੋਂ ਗਏ, ਫਿਰ ਮੁੜ ਜਾਓ ਇੱਥੇ। ਇਹਨਾਂ ਨੇ ਫੜੇ ਹੋਏ ਆ, ਕਿਉਂਕਿ ਸੂਤ ਆ ਗਿਆ ਨਾ, ਪੈਰ ਥੱਲੇ ਬਟੇਰਾ ਆ ਗਿਆ। ਹੁਣ ਕਹਿੰਦੇ ਫਿਰ ਤਰੀ ਨਾਲੇ ਛਕਦੇ ਆ। ਹੁਣ ਮੂੰਗੀ ਮਸਰੀ ਨਹੀਂ ਯਾਦ ਉਹਨਾਂ ਨੂੰ ਆਉਂਦੀ, ਦਿਨ ਭੁੱਲ ਜਾਂਦੇ ਆ ਉਹ ਵੀ ਕੀ ਕਰਦੇ ਰਹੇ ਆ 20 ਵਰ੍ਹੇ ਪਹਿਲਾਂ। ਹੁਣ ਕਿਤੇ ਨਾ ਕਿਤੇ ਵੱਲ ਫੇਰ ਆ ਗਿਆ, ਲਾਟੂ ਘੁਮਾਤਾ, ਹੁਣ ਉਹ ਲਾਟੂ ਸੋਨੇ ਦਾ ਲੱਗਦਾ। ਇਹ ਕਹਾਣੀ ਨਹੀਂ ਹੈ। ਕਹਾਣੀ ਜਿਹੜੇ ਖਿੱਤੇ 'ਚੋਂ ਆਇਆ, ਜਿਹੜੇ ਧਰਮ 'ਚੋਂ ਆਇਆ, ਉਹ ਧਰਮ ਸਰਬ ਸਾਂਝੀਵਾਲਤਾ ਦਾ, ਬਰਾਬਰਤਾ ਦਾ ਧਰਮ ਹੈ। ਜਿਸ ਬਰਾਬਰਤਾ ਦੇ ਲਈ 239 ਸਾਲ ਗੁਰੂ ਸਾਹਿਬਾਨ ਨੇ ਆਪਣੀ ਜ਼ਿੰਦਗੀ ਦੇ ਲਾਏ, ਤੇ ਉਸ ਬਰਾਬਰਤਾ ਦੇ ਲਈ ਸ਼ਹੀਦੀਆਂ ਦਿੱਤੀਆਂ। 5ਵੇਂ ਪਾਤਸ਼ਾਹ ਨੇ, 9ਵੇਂ ਪਾਤਸ਼ਾਹ ਨੇ, 10ਵੇਂ ਪਾਤਸ਼ਾਹ ਨੇ ਸਾਰਾ ਕੁਝ ਵਾਰਿਆ ਵੀ ਨਾ ਪੈ ਦੇਣਾ, ਨਾ ਪੈ ਲੈਣਾ, ਬਰਾਬਰਤਾ ਦੀ ਗੱਲ ਕਰੋ ਬਸ। ਇਹ ਗੁਲਦਸਤਾ ਇਹ ਰਹੇ, ਇਹ ਮਹਿਕਣ ਫੁੱਲ, ਇਹ ਆਨੰਦ ਕਰੋ। ਜੋਰਾਵਰ ਨੂੰ ਕਿਹਾ, ਬਾਬਰਾ ਬੰਦਾ ਬਣ, ਤੂੰ ਨਹੀਂ ਕਰ ਸਕਦਾ ਕੁਛ। ਉਹਨਾਂ ਦੇ ਸਾਹਮਣੇ ਜਾਂ ਸਥਾਪਤੀ ਦੇ ਸਾਹਮਣੇ ਅਸੀਂ ਕਿਉਂ ਛੱਡੀ ਬੈਠੇ ਹਾਂ? ਸਾਰੀਆਂ ਚੀਜ਼ਾਂ ਨੂੰ ਤਲਾਂਜਲੀ ਕਿਉਂ ਦੇ ਰਹੇ ਹਾਂ? ਕਿਉਂਕਿ ਉਹ ਹੈ ਮੇਰਾ ਸੂਤ ਹੈ ਬਸ। ਯਾਰ ਤੂੰ ਛੱਡ, ਕਮਲਾ ਹੋਇਆ, ਤੈਂ ਵਿਗਾੜ ਕੇ ਕੀ ਲੈਣਾ ਕਿਸੇ ਨੂੰ? ਮੇਰਾ ਸੂਤ ਹੈ, ਮੇਰੇ ਬੰਦੇ ਆਉਂਦੇ ਨੇ, ਮੇਰੇ ਨੀਤੀ ਘਾੜੇ ਆਉਂਦੇ ਨੇ, ਮੇਰੇ ਪੈਸੇ ਧੇਲੇ ਵਾਲੇ ਆਉਂਦੇ ਨੇ, ਮੇਰੇ ਵਿਆਹ ਸ਼ਾਦੀਆਂ 'ਚ ਆਉਂਦੇ ਨੇ, ਮਰਨ ਕਰਨ 'ਤੇ ਆਉਂਦੇ ਨੇ, ਤੇ ਬੱਲੇ ਬੱਲੇ ਆ ਬਸ। ਫੜ ਲੈ ਗੱਡੀ ਦੀ ਚਾਬੀ, ਗਾ ਤੂੰ, ਤੇਰੇ 'ਚ ਤੇਰਾ ਯਾਰ ਬੋਲਦਾ। ਲੋਕਾਂ ਤੋਂ ਕੀ ਲੈਣਾ? ਜਿਹਨੇ 2 ਲੱਖ ਦੇਣਾ ਦਵੇ ਨਾ, ਸਾਦੇ ਬੇਬੇ ਬਾਪੂ ਨੂੰ ਠੇਕਾ ਲਿਆ ਸਾਡਾ ਦੇਣ ਦਾ। ਇਹ ਜਿਹੜੀਆਂ ਪਾਲਿਸੀਜ਼ ਹੱਥੋਂ ਜਾ ਰਹੀਆਂ ਨੇ, ਲੋਕਾਂ ਦਾ ਲੱਕ ਟੁੱਟ ਰਿਹਾ, ਮਹਿੰਗਾਈ ਵੱਧ ਰਹੀ ਹੈ, ਘਰ ਜਿਹੜਾ ਸੁਪਨਾ ਹੋ ਗਿਆ। ਕਿਹੜੀ ਅੱਗ ਲੱਗ ਗਈ ਜਿਹੜਾ 2.5 ਲੱਖ ਦਾ ਘਰ ਅੱਜ 25 ਲੱਖ ਦਾ ਹੈ 20 ਵਰ੍ਹਿਆਂ 'ਚ? ਧੜਾ ਧੜ ਬੰਦਿਆਂ ਨੂੰ ਸੱਦ ਰਹੇ ਹੋ। ਦੇਖੋ ਜੀ, ਫਾਸਟੈਸਟ ਗਰੋਇੰਗ ਸਿਟੀ, 12,000 ਬੰਦਾ ਆ ਰਿਹਾ ਸਾਲ 'ਚ ਸਰੀ ਦਾ। ਉਹ 12,000 ਰਹਿਣਾ ਕਿੱਥੇ ਹੈ? 12,000 ਨੂੰ ਰੱਖਣਾ ਕਿੱਥੇ ਹੈ? 12,000 ਕਿਹੜੀਆਂ ਸੜਕਾਂ 'ਤੇ ਜਾਣਗੇ? 12,000 ਕਿਹੜੀਆਂ ਬੱਸਾਂ 'ਚ ਜਾਣਗੇ? ਉਹ 12,000 ਕਿੱਥੇ ਵਸੂਗਾ? ਫਿਰ ਜਿੱਦਣ ਭੁੱਖਾ ਮਰਨਾ, ਕਿਸੇ ਨੇ ਕੰਧ ਟੱਪਣੀਆਂ, ਫਿਰ ਕਹਿਣਾ ਕਰਾਈਮ ਹੈ। ਫਿਰ ਗੱਲ ਇਹ ਹੁੰਦੀ ਆ ਵੀ ਡਿਟਰੋਇਟ ਵਾਂਗੂ ਸ਼ਹਿਰ ਹੀ ਸਾਰੇ ਸੇਲ 'ਤੇ ਨੇ। ਇਸ ਤਰ੍ਹਾਂ ਹੀ ਵਿਗੜੋ ਪੈਂਦੀ ਹੈ। ਰਾਈਟ ਵਿੰਗ ਜਿਹੜਾ ਐਰੀਅਨ ਨੇਸ਼ਨ, ਉਹਦਾ ਜ਼ੋਰ ਫੜ ਰਿਹਾ। ਡਾਇਹੋ ਦੇ ਵਿੱਚ 92% ਸਿਰਫ ਵਾਈਟ ਲੋਕ ਵਸਦੇ ਆ। ਉਹ ਕਹਿੰਦੇ ਇਹ ਏਰੀਅਨ ਬਲੱਡ ਹੈ। ਦੇਖਿਓ ਸਹੀ ਕਹਾਣੀ ਕਿੱਧਰ ਨੂੰ ਜਾਂਦੀ ਹੈ। 2 ਦਿਨ ਜਿਹੜੀ ਤੁਹਾਡੇ ਨਾਲ ਮੈਂ ਗੱਲ ਕੀਤੀ, ਉਹਦਾ ਮੈਂ ਨਾ ਕੋਈ, ਤੁਹਾਡੇ ਸਾਹਮਣੇ ਚੀਜ਼ਾਂ ਹੋ ਜਾਣੀਆਂ ਨੇ। ਇੱਥੇ ਆ ਹੋ ਰਹੀਆਂ ਨੇ। ਇਹ ਰਿਫਾਰਮ ਦੇ ਥੱਲੇ ਐਡਾ ਫਸਾਇਆ ਸਾਨੂੰ ਇਸ ਜਿਹੜੇ ਨੇ। ਕੱਲ੍ਹ ਵੀ ਮੈਂ ਤੁਹਾਨੂੰ ਦੱਸਦਾ ਸੀ ਨਾ ਵੀ 2 ਬੰਦੇ ਨੇ, ਇੱਕ ਸਰਕਾਰ ਵੱਲ ਨਾ, ਇੱਕ ਅਮੀਰਾਂ ਵੱਲ, ਇੱਕ ਗਰੀਬਾਂ ਵੱਲ। ਗਰੀਬਾਂ ਦੀਆਂ ਵੋਟਾਂ ਵੀ MP MLA ਬਣਾਉਂਦੀਆਂ ਨੇ, ਅਮੀਰਾਂ ਦੀਆਂ ਵੋਟਾਂ ਵੀ MLA MP ਬਣਾਉਂਦੀਆਂ ਨੇ। ਕਹਾਣੀ ਕੋਈ ਨਹੀਂ।
ਇਕੱਠਿਆਂ ਨੇ ਸ਼ੈਂਪੀਅਨ ਖੋਲ੍ਹਣੀਆਂ, ਇਕੱਠਿਆਂ ਨੇ ਜਹਾਜ਼ਾਂ ਜਾਣਾ, ਇਕੱਠਿਆਂ ਨੇ ਫੈਰੀ ਜਾਣਾ, ਰੌਲਾ ਹੀ ਕੋਈ ਨਹੀਂ ਗਾ, ਟੇਕ ਕੇਅਰ ਇੰਜੋਏ, ਖਤਮ। ਫਿਰ ਆਊ ਕੋਈ ਉਹ ਰਿਫਾਰਮ ਕਰਦਾ, ਮੈਨੂੰ ਵੋਟਾਂ ਪਾਓ। ਆ ਰਿਫਾਰਮ ਭੋਗ ਰਹੇ ਹਾਂ, ਜਿੱਥੇ ਇੱਕ ਜਿਹਨੇ ਜ਼ਿੰਦਗੀ ਸਟਾਰਟ ਕੀਤੀ ਭੋਰਾ, ਹੁਣ ਉਹ $2 ਲੱਖ ਪਰਿਵਾਰ ਨੇ ਕਿੱਥੋਂ ਦੇਣਾ ਹੈ? ਬੱਚਿਆਂ ਦੀ ਪਰਵਰਿਸ਼ ਚੋਂ ਦੇਣਾ। ਬੱਚੇ ਜਦ ਪ੍ਰੋਪਰ ਪਰਵਰਿਸ਼ ਉਹਨਾਂ ਦੀ ਨਾ ਹੋਈ, ਉਹ ਤਕੜੇ ਨਾ ਹੋਏ, ਉਹ ਵਧੀਆ ਨਾ ਪੜ੍ਹੇ, ਉਹਨਾਂ ਨੂੰ ਨਾ ਸਿਖਾਇਆ ਗਿਆ ਉਹਦੇ ਵਿੱਚ, ਉਹਦੇ ਚੋਂ ਕੀ ਨਿਕਲਣਾ? ਸਮਾਜ, ਉਹੋ ਜਿਹਾ ਸਮਾਜ ਜਿਹੜਾ ਪੰਜਾਬ ਚੋਂ ਵੇਖ ਰਹੇ ਹਾਂ ਹੁਣ। ਪਹਿਲੀ ਤਾਂ ਇਸ ਪਰਿਵਾਰ ਦੀ ਮਦਦ ਕਰੀਏ, 5-5, 10-10, 20 ਜਿੰਨੇ ਦੇ ਸਕਦੇ ਹਾਂ। ਫੰਡ ਰੇਜ਼ਰ ਟੂ ਪੇ ਮੈਡੀਕਲ ਬਿੱਲ ਫਾਰ ਅਮਰਪਾਲ ਕੌਰ, ਇਹ ਮੈਂ ਫੇਸਬੁੱਕ 'ਤੇ ਸਾਂਝਾ ਕਰਾਂਗਾ। ਪਹਿਲਾਂ ਤਾਂ ਇਹਨਾਂ ਦਾ $2 ਲੱਖ, $2.25 ਲੱਖ ਇਕੱਠਾ ਕਰੋਈਏ, ਇਹ ਕਰੀਏ ਜ਼ਰੂਰ। ਤੇ ਮਾਤਾ ਜੀ ਦੀ ਫੋਟੋ ਵੇਖਿਓ, ਪਹਿਲੀ ਤੇ ਹੁਣ ਦੀ, ਕਿੱਡੀ ਵਧੀਆ ਸਿਹਤ ਹੈ। ਆਪਣੀ ਉਹ ਧੀ ਕੋਲ ਆਈ, ਆਪਣੇ ਜਵਾਈ ਕੋਲ ਆਈ, ਆਪਣੇ ਦੋਤੇ ਪੋਤੇ ਪਾਲਣ ਲਈ, ਦੋਤੇ ਪਾਲਣ ਲਈ। ਮੁੜ ਕੇ ਲੱਤ ਟੁੱਟੀ, ਲੱਤ 'ਚ ਰੌਡ ਪਈ, ਰੌਡ ਦੇ ਦੌਰਾਨ ਹੀ, ਉਸ ਸਰਜਰੀਆਂ ਦੇ ਦੌਰਾਨ ਪਤਾ ਨਹੀਂ ਕੀ ਹੋ ਗਿਆ, ਕਿੱਥੋਂ ਇਹ ਸਿੰਡਰਮ ਆਇਆ ਜਿਹਨੂੰ GBS ਕਹਿੰਦੇ ਨੇ। ਹੁਣ ਇਹੀ ਜਾਣ, ਇਹ ਡਾਕਟਰ ਜਿਹੜੇ ਨੇ ਉਹਨਾਂ ਨੂੰ ਹੀ ਪਤਾ GBS ਕੀ ਹੈ, ਇਹ ਕਿਵੇਂ ਆਇਆ, ਕਿੱਥੋਂ ਆਇਆ। ਆਟੋਮਿਊਨ ਆ ਜੀ, ਆਟੋਮਿਊਨ ਆ ਜੀ, ਇਹ ਤਾਂ ਸਿੰਡਰਮ ਹੈ ਜੀ, ਇਹ ਤਾਂ ਨਾਂ ਦੇ ਦਿਓ ਜਿੰਨੇ ਮਰਜ਼ੀ। ਸੋ ਇਹ ਮੁਸ਼ਕਿਲ ਦੀ ਕਹਾਣੀ ਹੈ। ਲੌਬੀ ਕਰੋ, ਇਕੱਠੇ ਹੋਵੋ। ਘੱਟੋ ਘੱਟ ਜਿਹੜੇ ਸੁਪਰ ਵੀਜ਼ੇ 'ਤੇ ਆਏ ਹੋਏ ਨੇ, ਜੇ ਉਹਨਾਂ ਦੀ ਇਮੀਗ੍ਰੇਸ਼ਨ ਨਹੀਂ ਦਿੰਦੇ, ਘੱਟੋ ਘੱਟ ਉਹਨਾਂ ਦੀ ਮੈਡੀਕਲ ਕਵਰੇਜ ਤਾਂ ਹੋਵੇ। ਜਿੱਥੇ ਪਹਿਲਾਂ 150 ਲਾਈਨ 'ਚ ਖੜਾ, 2 ਹੋਰ ਕਿਸੇ ਦੇ ਮਾਪੇ ਖੜ ਜਾਣਗੇ। ਐਟਲੀਸਟ ਮਨ ਦਾ ਧੁੜਕੂ ਤਾਂ ਮੁੱਕੂ ਕਿ ਜੇ ਮੇਰਾ ਮਾਪਾ ਢਿੱਲਾ ਹੋ ਗਿਆ, ਜਿਹਦੇ ਲਈ ਉਹ ਪੁੱਤ ਧੀ ਪਾਲ ਕੇ ਦੇਖਦੇ ਆ ਵੀ ਹੁਣ ਸਾਂਭੋਗੇ, ਉਸ ਸਮੇਂ ਕਹਿੰਦਾ ਬਈ ਜੇ ਢਿੱਲਾ ਬਾਪੂ ਹੋ ਗਿਆ, ਡਾਕਟਰ ਦੇ ਲਿਜਾਣਾ ਪੈ ਗਿਆ, ਪੱਠੇ ਜਾਵਾਂਗੇ। ਮੈਡੀਕਲ ਦੇ ਕਵਰੇਜ ਹੈ ਨਹੀਂ ਤਾਂ ਵੀਜ਼ੇ ਨਹੀਂ ਮਿਲਦੇ, ਜੇ ਮੈਡੀਕਲ ਕਵਰੇਜ ਹੈ ਡਾਕਟਰ ਦੇ ਲਿਜਾਣੋਂ ਡਰਦੇ ਆ। ਇਹੋ ਜਿਹਾ ਕੈਨੇਡਾ ਸੀ ਜਿਹਦੇ 'ਚ ਆਪਾਂ ਵਸਣਾ ਆ। ਇਹ ਹੱਥੋਂ ਕਿਰਦਾ ਜਾਂਦਾ, ਇਹਨੂੰ ਸਾਂਭ ਲਓ। ਇਕੱਠੇ ਹੋ ਕੇ ਸੈਟਅਪ ਕਰਕੇ ਜਿਹੜੇ ਅਕਾਊਂਟੇਬਲ ਨੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰੋ, ਜਿੱਥੇ ਮਿਲਦੇ ਨੇ ਹਿੜ ਕਰਕੇ, ਹੱਥ ਮਿਲਾ ਕੇ, ਜੱਫੀਆਂ ਪਾ ਕੇ ਤੇ ਸੈਲਫੀ ਖਿਚਾ ਕੇ, ਨਾ ਇਹਨਾਂ ਨੂੰ ਤਿੜਾਓ। ਇਹ ਤਿੜ ਜਾਂਦੇ ਆ ਫਿਰ ਤੁਹਾਡੇ ਤੋਂ, ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਇਹ ਦਿੰਦੇ। ਸੋ ਜੀ ਇਹ ਬਹੁਤ ਵੱਡਾ ਮੁੱਦਾ ਹੈ। ਪਹਿਲੀ ਤਾਂ ਗੱਲ ਇਸ ਪਰਿਵਾਰ ਦੀ, ਝਾਜੇ ਬੁੱਟਰ ਪਰਿਵਾਰ ਦੀ ਆਪਾਂ ਮਦਦ ਕਰੀਏ। ਕੁਛ ਵੀ ਨਹੀਂ, $2 ਲੱਖ ਇੰਨੀ ਕਮਿਊਨਿਟੀ ਨੂੰ, 5-7 ਲੱਖ ਬੰਦੇ ਨੂੰ ਇਕੱਠਾ ਕਰਨਾ ਕੁਛ ਵੀ ਨਹੀਂ ਹੈ। ਅਤੇ ਦੂਸਰਾ, ਇਹਦੇ 'ਤੇ ਘੱਟੋ ਘੱਟ ਆਪਾਂ ਗੱਲ ਤੋਰੀਏ ਕਿ ਸਾਡੇ ਜੇ ਬਜ਼ੁਰਗਾਂ ਨੂੰ ਤੁਸੀਂ ਇਮੀਗ੍ਰੇਸ਼ਨ ਨਹੀਂ ਦੇਣੀ, 8-8 ਸਾਲ ਹੋ ਗਏ ਬੈਠਿਆਂ ਨੂੰ, ਘੱਟੋ ਘੱਟ ਉਹਨਾਂ ਨੂੰ ਤੁਸੀਂ ਮੈਡੀਕਲ ਕਵਰੇਜ ਤਾਂ ਦੇ ਦਿਓ। ਇੱਥੇ ਤੁਸੀਂ ਸੱਦ ਲਏ, ਤੁਸੀਂ ਸਾਨੂੰ ਅਲਟਰਨੇਟਿਵ ਦੇਤਾ, ਧੰਨਵਾਦ ਜੇ ਉਸ ਸਮੇਂ ਸੀ। ਪਰ ਜਿਹਦੇ ਸਿਰ 'ਤੇ ਤੁਹਾਡੀ ਰਾਜਨੀਤੀ ਚੱਲਦੀ ਹੈ, ਇੱਕ ਕਹਿੰਦਾ ਇਹਨਾਂ ਨੂੰ ਆਉਣ ਨਹੀਂ ਦੇਣਾ, ਦੂਜਾ ਕਹਿੰਦਾ ਲੈ ਆਉਣੇ ਨੇ, ਅਤੇ ਪਰ ਉਹ ਰੁਲ ਰਹੇ ਨੇ। ਭਗਤ ਰਾਮ ਜੀ, ਲਾਈਨ ਨੰਬਰ 1। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਜਦ ਤੁਸੀਂ ਇੱਦਾਂ ਦਾ ਕੋਈ ਮਸਲਾ ਉਠਾਉਂਦੇ ਆ ਨਾ ਜੀ, ਤਾਂ ਮੈਨੂੰ ਬੜਾ ਦਿਮਾਗ ਖਰਾਬ ਹੁੰਦਾ ਹੈਗਾ। ਅਸੀਂ MLA MP ਇੰਨੇ ਦਰਜਨਾਬੱਧੀ ਇੱਥੇ ਖੜੇ ਕੀਤੇ ਆ, ਨਾ ਤਾਂ ਉਹ ਕਦੀ ਰੇਡੀਓ 'ਚ ਅਸੀਂ ਉਹਨਾਂ ਦੀ ਆਵਾਜ਼ ਕਦੀ ਸੁਣੀਆ, ਨਾ ਕੋਈ ਮਸਲਾ ਉਹਨਾਂ ਦਾ ਹੱਲ ਹੋਇਆ ਕਮਿਊਨਿਟੀ 'ਚ ਸੁਣਦੇ ਆ। ਤਾਂ ਤੁਸੀਂ ਕੋਈ ਐਸਾ ਅਰੇਂਜਮੈਂਟ ਕਿਉਂ ਨਹੀਂ ਕਰਦੇ ਕਿ ਉਹਨਾਂ ਨੂੰ ਬਾਰੀ ਡੇਲੀ ਬੁਲਾਓ, ਤੇ ਕਮ ਸੇ ਕਮ ਹਫਤਾ 2 ਹਫ਼ਤੇ ਬਾਅਦ ਕਿਸੇ ਦਾ ਬਾਰੀ ਆਵੇ ਔਰ ਆਪਣਾ ਦੱਸਣ ਕਿ ਕੀ ਹੋ ਰਿਹਾ ਹੈਗਾ। ਤੇ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਤੁਸੀਂ ਇਹਦੇ ਬਾਰੇ ਕੁਝ ਕਰੋ। ਠੀਕ ਹੈ ਜੀ, ਸ਼ੁਰੂ ਕਰਦੇ ਹਾਂ। ਕਢਾਏ ਉਹਨਾਂ ਦੇ ਬਿਆਨ ਨੇ ਜੀ, ਕਰ ਰਹੇ ਹਾਂ, ਬੈਕਲੌਗ ਬਹੁਤ ਹੈ, ਫਾਈਲਾਂ ਲੈ ਰਹੇ ਹਾਂ, ਬੰਦੇ ਸਾਡੇ ਕੋਲ ਲੱਗੇ ਹੋਏ ਨੇ। ਹੁਣ ਬਸ ਇੱਥੇ ਖੜ ਜਾਂਦੀ ਗੱਲ ਆ ਕੇ, ਮੈਂ ਕਰਾਂ ਤਾਂ ਕਰਾਂ ਕੀ। ਸੋ ਇਹ ਮੁਸ਼ਕਿਲ ਦੀ ਘੜੀ ਆ ਜੀ। ਅੱਜ ਇਸ ਪਰਿਵਾਰ 'ਤੇ ਆ, ਕੱਲ੍ਹ ਨੂੰ ਕਿਸੇ 'ਤੇ ਹੋਰ ਆ ਜਾਏਗੀ, ਅਤੇ ਆਪਾਂ ਇਹਦਾ ਕੋਈ ਸਥਾਈ ਹੱਲ ਕਰਦੇ ਹਾਂ। ਭਗਤ ਰਾਮ ਜੀ ਦੀ ਗੱਲ ਠੀਕ ਹੈ, ਜਿਨ੍ਹਾਂ ਨੇ ਨੀਤੀਆਂ ਲਿਆਉਣੀਆਂ ਨੇ ਉਹਨਾਂ ਨੂੰ ਘੱਟੋ ਘੱਟ ਬਾਰੀ ਲਿਆ ਕੇ, ਜਿਹੜੇ ਕ੍ਰਿਟਿਕਸ ਨੇ ਆਪੋਜੀਸ਼ਨ ਵਾਲੇ ਜਾਂ ਮਿਨਿਸਟਰ ਨੇ, ਉਹਨਾਂ ਨੂੰ ਕੀ ਪੁੱਛਿਆ ਜਾਵੇ। ਗੱਲ ਪੁੱਛਦੇ ਹਾਂ ਜੀ, ਪਹਿਲਾਂ ਵੀ ਪੁੱਛਦੇ ਹਾਂ, ਪਰ ਉਹ ਗੱਲ ਉਨੀ ਕਹਿ ਕੇ ਤੁਰ ਜਾਂਦੇ ਆ ਜੀ। ਕਰ ਰਹੇ ਹਾਂ, ਵਰਕਿੰਗ ਕਰ ਰਹੇ ਹਾਂ, ਬੰਦੇ ਬਹੁਤ ਨੇ, ਅਤੇ ਇੱਕ ਬੰਨੇ ਵੇਟਿੰਗ ਹੈ, ਇੱਕ ਬੰਨੇ ਤੁਸੀਂ ਨਾਮਣਾ ਲੈ ਰਹੇ ਹੋ ਵੀ ਦੁਨੀਆ ਤੋਂ ਅਸੀਂ ਬੰਦੇ ਲੈ ਕੇ ਆ ਰਹੇ ਹਾਂ, ਜਹਾਜ਼ ਸਾਡੇ ਚਾਰਟਰ ਭਰ ਕੇ ਆ ਰਹੇ ਨੇ, ਅਸੀਂ ਸੀਰੀਆ ਤੋਂ ਲਿਆ ਰਹੇ ਹਾਂ, ਅਸੀਂ ਯੂਕਰੇਨ ਤੋਂ ਲਿਆ ਰਹੇ ਹਾਂ, ਅਤੇ ਜਿਹੜੇ ਪਹਿਲਾਂ ਆਏ ਬੈਠੇ ਆ ਉਹਨਾਂ ਨੂੰ ਡਾਕਟਰ ਹੈ ਨਹੀਂ,
ਡਾਕਟਰ ਤੁਹਾਡੇ ਊਬਰ ਚਲਾਉਂਦੇ ਫਿਰਦੇ ਆ ਤੇ ਸਿਕਿਉਰਿਟੀਆਂ ਕਰਦੇ ਫਿਰਦੇ ਆ, ਉਹਨਾਂ ਦੇ ਮੂਹਰੇ ਕੰਧਾਂ ਨੇ, ਉਹਨਾਂ ਨੂੰ ਤੁਸੀਂ ਅੰਦਰ ਵੜਨ ਨਹੀਂ ਦਿੰਦੇ। ਸਮਝ ਨਹੀਂ ਆਉਂਦੀ ਸ਼ੋਪ ਦੀ ਪਹਿਲੀ ਪੂਣੀ ਕਿੱਥੋਂ ਕੱਤੀ ਜਾਵੇ। ਕੱਲ੍ਹ ਨੂੰ ਮੁੜਦਾ ਜੀ, ਰੱਬ ਰੱਖ।